ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1049 ਤੋਂ ਅੱਗੇ ਪਾਠ ਕਰਨਾ ਹੈ। ਮਾਰੂ ਰਾਗ ਦੇ ਵਿੱਚ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਪਾਠ ਚੱਲ ਰਹੇ ਹੈਗੇ, ਜਿਸ ਦੇ ਵਿੱਚ 3 ਪਦਿਆਂ ਦਾ ਪਾਠ ਹੋ ਚੁੱਕਾ ਹੈ। ਅੱਜ ਅੱਗੋਂ ਪਾਠ ਕਰਨਾ ਹੈ। ਮੇਰੀ ਮੇਰੀ ਕਰਤ ਵਿਹਾਣੀ, ਮਨ ਮੁਖ ਨਾ ਬੂਝੈ ਫਿਰੈ ਗਿਆਣੀ। ਜਮ ਕਾਲ ਘੜੀ ਮੋਹਤ ਨਿਹਾਲੇ, ਅੰਦਿਨ ਆਰਜਾ ਜੀਜੈ। ਮੇਰੀ ਮੇਰੀ ਕਰਤ ਵਿਹਾਣੀ, ਮਨ ਮੁਖ ਨਾ ਬੂਝੈ ਫਿਰੈ ਗਿਆਣੀ। ਜਮ ਕਾਲ ਘੜੀ ਮੋਹਤ ਨਿਹਾਲੇ, ਅੰਦਿਨ ਆਰਜਾ ਜੀਜੈ। ਮੇਰੀ ਮੇਰੀ ਕਰਤ ਵਿਹਾਣੀ, ਮੇਰੀ ਮਾਇਆ, ਮੇਰੀ ਪ੍ਰॉपर्टी, ਮੇਰੀ ਧਨ ਦੌਲਤ, ਮੇਰੀ ਮੇਰੀ ਕਰਦੇ ਜ਼ਿੰਦਗੀ ਬੀਤ ਜਾਂਦੀ। ਮੇਰੀ ਮੇਰੀ ਦੇ ਝਗੜਿਆਂ ਵਿੱਚ ਜ਼ਿੰਦਗੀ ਬਤੀਤ ਹੁੰਦੀ ਰਹਿੰਦੀ। ਮੇਰੀ ਮੇਰੀ ਕਰਤ ਵਿਹਾਣੀ, ਮਨਮੁਖ ਦੀ ਜ਼ਿੰਦਗੀ ਬਾਰੇ ਜ਼ਿਕਰ ਕਰ ਰਹੇ ਹੈਗੇ। ਮਨਮੁਖ ਨਾ ਬੂਝੇ, ਆਪਣੇ ਮਨ ਦੇ ਪਿੱਛੇ ਟੁਰਨ ਵਾਲੀ ਮਨਮੁਖ ਜੀਵ ਇਸਤਰੀ ਕਹਿ ਲਈਏ ਜਾਂ ਮਨਮੁਖ ਲੁਕਾਈ ਕਹਿ ਲਈਏ। ਮਨਮੁਖ ਨਾ ਬੂਝੇ ਫਿਰੇ ਗਿਆਣੀ, ਅੱਖਰ ਗਿਆਣੀ ਆਇਆ ਹੈਗਾ, ਗਿਆਣਾ ਨਹੀਂ ਆਇਆ। ਮਨਮੁਖ ਗਿਆਣੀ ਤੇ ਇਸ ਲਈ ਇਸਤਰੀ ਲਿੰਗ ਰੂਪ ਵਿੱਚ ਆ ਰਹੀ ਹੈਗੀ। ਤੇ ਮਨਮੁਖ ਨਾ ਬੂਝੇ, ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਨਹੀਂ ਸਮਝ ਪਾਉਂਦੀ, ਬੁੱਝ ਨਹੀਂ ਪਾਉਂਦੀ, ਜੀਵਨ ਜਾਂਚ ਨੂੰ ਨਹੀਂ ਬੁੱਝ ਪਾਉਂਦੀ। ਫਿਰੇ ਗਿਆਣੀ, ਗਿਆਣੀ ਤੋਂ ਭਾਵੇਂ ਨਾ ਸਮਝ, ਨਾ ਸਮਝ ਮਨਮੁਖ ਲੁਕਾਈ, ਸਾਰੀ ਹੀ ਲੁਕਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵਨ ਜਾਂਚ ਬੁੱਝ ਨਹੀਂ ਪਾਉਂਦੀ। ਤੇ ਮੇਰੀ ਮੇਰੀ ਕਰਤ ਵਿਹਾਣੀ, ਉਸਦੀ ਜ਼ਿੰਦਗੀ ਜਿਹੜੀ ਹੈ ਮੈਂ ਮੇਰੀ ਦੇ ਚੱਕਰਿਆਂ ਵਿੱਚ ਹੀ ਬਤੀਤ ਹੁੰਦੀ ਰਹਿੰਦੀ ਹੈਗੀ ਹੈ। ਜਮ ਕਾਲ ਘੜੀ ਮੋਹਤ ਨਿਹਾਲੇ। ਜਮ ਕਾਲ, ਗੁਰੂ ਸਾਹਿਬ ਜਿਹੜੀ ਗੁਰੂ ਸਾਹਿਬ ਵਿੱਚ ਭਾਸ਼ਾ ਜਿਹੜੀ ਇਸਤੇਮਾਲ ਕਰਦੇ ਹਨ, ਬਾਹਰ ਮੁਖੀ ਤੋਂ ਹੋ ਕੇ ਅੰਦਰ ਦੀ ਗੱਲ ਕਰਦੇ ਹੈਗੇ। ਅਤੇ ਜਮ ਕਾਲ ਘੜੀ, ਜਿਸ ਤਰ੍ਹਾਂ ਜਮ ਕਾਲ ਸਿਰ ਤੇ ਕਈ ਵਾਰੀ ਆਉਂਦਾ ਕਿ ਸਿਰ ਤੇ ਜਮਦੂਤ ਖੜੇ ਹਨ, ਕਦੀ ਵੀ ਸਰੀਰਕ ਮੌਤ ਹੋ ਜਾਣੀ ਹੈ। ਪਰ ਅਸੀਂ ਧਿਆਨ ਦਈਏ, ਇੱਥੇ ਜ਼ਿਕਰ ਮਨ ਮੁਖਾਂ ਦਾ ਹੋ ਰਿਹਾ ਹੈ। ਆਪਣੀ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਦਾ ਜ਼ਿਕਰ ਕਰ ਰਹੇ ਤੇ ਮੌਤ ਤੇ ਸਰੀਰਕ ਮੌਤ ਤੇ ਉਹਨਾਂ ਦੀ ਵੀ ਆ ਜਾਣੀ ਹੈ ਜਿਨ੍ਹਾਂ ਨੇ ਨਾਮ ਜਪਣਾ ਕੀਤਾ ਹੈਗਾ। ਗੁਰੂ ਸਾਹਿਬ ਕੀ ਸਮਝਾਉਣਾ ਕਰ ਰਹੇ? ਜਮ ਕਾਲ ਘੜੀ ਮੋਹਤ ਨਿਹਾਲੇ, ਜਿਹੜੀ ਵਿਕਾਰ ਰੂਪ ਜਮ ਮਨੋ ਸਿਰ ਤੇ ਬੈਠੇ, ਹਰ ਵਕਤ ਸਾਡੇ ਸਿਰ ਤੇ ਬੈਠੇ, ਹਰ ਘੜੀ ਹਰ ਮੋਹਤ ਨਿਹਾਲੇ ਤੱਕਦੇ ਰਹਿੰਦੇ ਆ। ਸਾਡਾ ਮਨ ਜਰਾ ਜਾ ਤਿਲਕਦਾ ਹੈ ਤੇ ਮਨ ਨੂੰ ਪਕੜ ਕੇ ਸਾਨੂੰ ਆਪਣੇ ਨਾਲ ਤੋੜ ਲੈਂਦੇ ਹੈਗੇ। ਵਿਕਾਰਾਂ ਦੀ ਲਹਿਰਾਂ ਦੇ ਵਿੱਚ ਸਾਡਾ ਮਨ ਜਿਹੜਾ ਹੈਗਾ ਉਹ ਤੁਰਨ ਲੱਗ ਪੈਂਦਾ ਹੈਗਾ। ਇੱਥੇ ਅੱਖਰ ਦੇਖਿਆ, ਕਿਤਨਾ ਕਰੀਏ ਨਾ, ਘੜੀ ਅੱਖਰ ਆਇਆ ਤੇ ਮੋਹਤ ਅੱਖਰ ਆਇਆ ਹੈਗਾ। ਮੌਤ ਪਾਵੇ ਮੂਰਤ। ਇਹ ਘੜੀ ਤੇ ਮੋਹਤ ਬਾਰੇ ਨਾ ਥੋੜੀ ਜਿਹੀ ਡਿਟੇਲ ਮੈਂ ਨੋਟ ਕਰਨੀ ਕੀਤੀ। ਅਗਰ ਕਿਸੇ ਨੇ ਨੋਟ ਕਰਨੀ ਹੋਏ ਤੇ ਨੋਟ ਕਰ ਲੈਣ, ਨਾਲ ਹੀ ਨੋਟ ਕਰ ਲੈਣ ਕਾਗਜ਼ ਪੈਨ ਲੈ ਕੇ, ਕਿਉਂਕਿ ਡਿਟੇਲ ਹੈਗੀ, ਕਾਫੀ ਡਿਟੇਲ ਹੈਗੀ। ਥੋੜੀ ਜਿਹੀ ਸਾਂਝ ਪਾ ਲਿਆ, ਫਿਰ ਅੱਗੇ ਚੱਲਦੇ ਹੈਗੇ। ਇੱਕ ਵਿਸਾ ਜਿਹੜਾ ਹੈਗਾ ਨਾ, ਵਿਸੇ ਤੋਂ ਆਰੰਭ ਹੋ ਰਿਹਾ ਹੈਗਾ। ਵਿਸਾ ਤੋਂ ਭਾਵੇਂ 15 ਵਾਰੀ ਅੱਖ ਨੂੰ ਝਪਕਣਾ ਨੂੰ ਇੱਕ ਵਿਸਾ ਕਿਹਾ ਜਾਂਦਾ। 15 ਵਾਰੀ ਅੱਖ ਨੂੰ ਝਪਕੀਏ ਤੇ ਇੱਕ ਵਿਸਾ ਬਣਦਾ ਹੈਗਾ ਤੇ 15 ਵਿਸਿਆਂ ਦਾ ਇੱਕ ਚਸਾ ਬਣਦਾ ਹੈਗਾ ਤੇ 30 ਚਸਿਆਂ ਦਾ ਇੱਕ ਪਲ ਬਣਦਾ ਹੈਗਾ। ਉਹ ਤਕਰੀਬਨ 24 ਸੈਕਿੰਡ ਦਾ ਸਮਾਂ ਆਉਂਦਾ। ਕਿਸ ਤਰ੍ਹਾਂ ਕੈਲਕੂਲੇਸ਼ਨ ਕੀਤਾ ਮੈਂ ਹੁਣੇ ਸਾਂਝ ਬਣਾਉਂਦਾ ਆਪ ਜੀ ਨਾਲ। ਤੇ 60 ਪਲਾਂ ਦੀ ਇੱਕ ਘੜੀ ਬਣਦੀ ਹੈ ਤੇ 7.5 ਘੜੀਆਂ ਦਾ ਇੱਕ ਪਹਿਰ ਬਣਦਾ। ਇੱਕ ਪਹਿਰ ਵਿੱਚ 7.5 ਘੜੀਆਂ। ਅਸੀਂ ਜਾਣਦੇ ਹਾਂ ਕਿ 24 ਘੰਟਿਆਂ ਵਿੱਚ 8 ਪਹਿਰ ਆਉਂਦੇ ਹਨ। 24 ਘੰਟਿਆਂ ਵਿੱਚ 8 ਪਹਿਰ ਆਉਂਦੇ ਹਨ। ਉਸ ਤਰੀਕੇ ਦੇ ਨਾਲ 3 ਘੰਟਿਆਂ ਦਾ ਪਹਿਰ ਹੋ ਗਿਆ ਤੇ 3 ਘੰਟਿਆਂ ਨੂੰ ਅਸੀਂ ਜੇ ਮਿੰਟਾਂ ਵਿੱਚ ਬਦਲਣਾ ਹੋਏ ਤੇ 180 ਮਿੰਟ ਦਾ ਸਮਾਂ ਬਣਦਾ ਹੈਗਾ। ਤੇ 180 ਮਿੰਟਾਂ ਨੂੰ ਜੇ, ਕਿਉਂਕਿ 60 ਪਲ ਦੀ ਇੱਕ ਘੜੀ ਬਣਦੀ ਹੈਗੀ ਹੈ, ਜੇ 60 ਨਾਲ ਡਿਵਾਈਡ ਕਰੀਏ ਤੇ 24 ਮਿੰਟ ਦੀ
समा पड़ता है, क्योंकि अद्धी घड़ी एक मौत होती है। डिटेल जी है नोट करने वाली वैसे डिटेल हैगी है। जमकाल घड़ी मौत निहाले अनदिन आरजा छीजे, कहते अनदिन हर रोज उम्र जी है घटती जा रही है, छिजदी जा रही है। छिजन तो की भाव है, उम्र घटती जा रही है। निता प्रति साड़ी उम्र जी है घटती जा रही है। और तीजी लाइन ना जमकाल घड़ी मौत ने हाले अनदिन आरजा छीजे है। ਉੱਥੇ ਉਹ ਇੱਕ ਲਾਈਨ ਕੋਡ ਕਰਦੇ ਪਏ ਨੇ, ਕਹਿੰਦੇ ਨੇ ਵੀ ਜਮ ਜਾਗਾਤੀ ਦੂਜੇ ਭਾਏ ਕਰ ਲਾਏ ਨਾ वो ਭੂਲੇ ਤੇ ਸਜਾਏ। ਅੱਗੇ ਕਹਿੰਦੇ ਨੇ ਘੜੀ ਮੌਤ ਕਾ ਲੇਖਾ ਲੇਵੇ ਰੱਤੀਓਂ ਮਾਸਾ ਤੋਲ ਘਟਾਵਣਿਆ। ਇਹ ਵੀ ਮਹਿਲਤ ਤੀਜਾ ਦੀ ਬਾਣੀ, ਇਹ ਵੀ ਮਹਿਲਤ ਤੀਜਾ ਦੀ ਬਾਣੀ ਹੈ। ਉੱਥੇ ਕਹਿੰਦੇ ਨੇ ਵੀ ਜਮ ਜਾਗਾਤੀ ਦੂਜੇ ਭਾਏ ਕਰ ਲਾਏ, ਜੇ ਝੁੜ ਕਿਸੇ ਸਿਧਾਂਤਾਂ ਤੋਂ ਝੁੜ ਹੋਰ ਕਿਸੇ ਚੀਜ਼ ਨਾਲ ਪਿਆਰ ਪੈਂਦਾ ਪਿਆ, ਕਹਿੰਦੇ ਮੰਨੇ ਨਾ ਉਹ ਸੋਈ ਜਣ ਜਾਏ ਅਵਰੀ ਕਰਮ ਨਾ ਲੇਖੇ ਲਾਏ। ਪਗੋ ਪਿਤਾਨਾ ਆਪਣਾ ਕਿਆ ਕਮਾ ਨਾਲ ਮਲਖਾਇ ਸਿਰ ਚਾਈ ਪਾਈ ਮੂਰਖਾਂ ਦੇ ਪਦ ਗਵਾਈ ਬਿਨ ਨਾ ਆਵੇ ਕੁਝ ਥਾਏ ਨਾ ਪਾਈ। ਇਹ ਕਹਿੰਦੇ ਜਮ ਜਗਾਤੀ ਦੂਜੇ ਭਾਏ ਕਰ ਲਾਏ ਔਰ ਕਰਨਿਸ ਟੈਕਸ। ਉਹ ਕਹਿ ਲੋ ਜੋ ਤੇਰੇ ਕੀਤੇ ਕਰਮਾਂ ਦਾ ਅਕਾਊਂਟੈਂਟ ਜੋ ਬੈਠੇ ਜੋ ਲੇਖਾ ਚੋਖਾ ਲਿਖਦਾ ਪਿਆ, ਕਹਿੰਦਾ ਜਮ ਜਗਾਤੀ ਦੂਜੇ ਭਾਏ, ਜੇ ਤੈਨੂੰ ਰੱਬੀ ਹੁਕਮਾਂ ਤੋਂ ਛੁੱਟ ਹੋਰ ਕਿਸੇ ਚੀਜ਼ ਨਾਲ ਪਿਆਰ ਪੈਂਦਾ ਪਿਆ, ਤੂੰ ਆਪਣੇ ਕਹਿੰਦਾ ਮੇਰੀ ਮੇਰੀ ਮੱਤ ਹੀ ਸ੍ਰੇਸ਼ਟ ਹੈ, ਮੈਂ ਜਿਕਰ ਸਮਝਣਾ ਪਿਆ ਮੇਰੇ ਹਿਸਾਬ ਨਾਲ ਜੋ ਮੈਂ ਚੱਲਣਾ ਪਿਆ ਨਾ। ਕਹਿੰਦੇ ਸਾਡੀ ਉਮਰ ਉਕਣ ਬਤੀਤ ਹੁੰਦੀ ਪਈ, ਕਹਿੰਦੇ ਕਿਹਦੀ ਬਤੀਤ ਹੁੰਦੀ ਪਈ, ਕਹਿੰਦੇ ਮਨਮੁਖ ਬੰਦੇ ਦੀ। ਮਨਮੁਖ ਰੱਬੀ ਹੁਕਮਾਂ ਦੀ ਸੋਝੀ ਨਹੀਂ ਲੈ ਰਿਹਾ। ਉਹ ਜੇ ਤੀਰਥਾਂ ਤੇ ਜਾ ਕੇ ਨਹਾਉਂਦਾ ਪਿਆ ਤਾਂ ਸਮਝਦਾ ਪਿਆ ਕਿ ਇਹੀ ਸਹੀ ਹੈ, ਹਾਲਾਂਕਿ ਗੁਰੂ ਸਪਸ਼ਟ ਤੌਰ ਤੇ ਇਹਦੇ ਅਗੇਂਸਟ ਕਈ ਥਾਵਾਂ ਤੇ ਗੱਲ ਕਰਦਾ ਪਿਆ। ਉੱਥੇ ਵੀ ਕਹਿੰਦੇ ਨੇ ਵੀ ਘੜੀ ਮੌਤ ਦਾ ਲੇਖਾ ਲੇਵੇ ਰੱਤੀਓਂ ਮਾਸਾ ਤੋਲ ਘੜਾ ਬਣਿਆ। ਵੀਰ ਜੀ ਨੇ ਵਿਸ਼ਵ ਵਿੱਚ ਅਸੀਂ ਘੜੀਆਂ ਜਿਹੜਾ ਇਹਨਾਂ ਦੇ ਇਹ ਕੀਤੇ ਨੇ ਤੇ ਸੇਮ ਤਰੀਕੇ ਦੇ ਨਾਲ ਰੱਤੀ ਤੇ ਮਾਸਾ ਵੀ ਜਿਹੜੇ ਉਹ ਵਜਨ ਆਉਂਦੇ ਨੇ। ਉਹਨੂੰ ਇੱਕ ਨਾਰਮਲ ਪ੍ਰਵੋਬ ਹੈ, ਜਦੋਂ ਹਿੰਦੀ ਚ ਗੱਲ ਕਰਦੇ ਆ ਨਾ, ਕਹਿੰਦੇ ਬਾਲ ਕੀ ਖਾਲ ਨਿਕਾਲ ਰਹੇ ਬਾਓ। ਇਹਦੇ ਅੰਦਰ ਕਹਿੰਦੇ ਰੱਤੀਓਂ ਮਾਸਾ, ਉਹਨੂੰ ਜਿਹੜਾ ਰੱਤੀ ਜਿਹੜਾ ਹੈ ਨਾ ਵੀ ਉਹ ਰੱਤੀਓਂ ਮਾਸਾ ਤੋਲ ਘੜਾਉਣ। ਮਾਸਾ ਵੱਡਾ ਹੈ, ਰੱਤੀ ਛੋਟੀ ਹੈ। ਉਹਦੇ ਬਾਲ ਕੀ ਖਾਲ ਨਿਕਾਲ ਰਹੇ और ਉਹਨੇ ਤੇਰੇ ਇੱਕ ਤੋਂ ਇੱਕ ਛੋਟੇ ਤੋਂ ਛੋਟੇ ਕਰਮ ਦਾ ਹਿਸਾਬ ਕਿਤਾਬ ਉਹਨੇ ਤੇਰੇ ਕੋਲੋਂ ਮੰਗਣਾ ਹੈ। ਕਹਿੰਦੇ ਦੇਖ ਕੇ ਵਾੜ ਅਨਕ ਪਰਦੇ ਮੇ ਪਰਦਾਰਾ ਸੋ ਪਾਕ, ਕਹਿੰਦੇ ਧਰਮ ਰਾਏ ਜਬ ਮੇਰੇ ਵਸੇ ਦਿੱਤੇ ਹੋਣਗੇ, ਕਹਿੰਦੇ ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਕਿਸਾ ਤੇਰਾ ਟਾਕ ਹੈ। ਇਹਨੇ ਰੱਤੀਓ ਮਾਸਾ ਤੋਂ ਇੱਥੇ ਕਹਿੰਦੇ ਜਮ ਕਾਲ ਘੜੀ ਮੌਤ ਨੇ ਹਾਲ ਹੈ। ਤੇਰੀ ਉਮਰ ਦਾ ਸਮਾਂ ਜਿਹੜਾ ਸੀ ਨਾ, the life span that you got to resolve your things, ਉਹ ਤੇ ਮੁਕਤੀ ਚੱਲੀ ਹੈ। छिन छिन कर गयो काल कैसो जात आ जाए जो बूटे घट पानी। कहते तेरी उम्र क्यों बतीत हो जाती पी, तू अपनी मन की मत नूं श्रेष्ठ समझ गया जिंदगी का हर कारोबार करना मेरी करत ध्यान। मनमुख बंदा वही है जो गुरु को जीवन जीवन की अगवाई नहीं लेंदा पिया। वो कहते मनमुख ना बूझे, गुरु ने जब हुक्म ना बूझता तब ही लो सुखिया। वो भावें धार्मिक कर्म कांड करी जाता पिया, उन्होंने धर्म समझ के करी जाता पिया जो जिन्हां विच धर्म है नहीं। कहते मनमुख ना बूझे फिर यानी एक यानी सियानी का ऑपोजिट एक सियाना बंदा है, एक याना बंदा है। इधर जमकाल जड़ा बैठा हुआ ना पहुंचा जो तेरा वो सबना कादर लेखा होवे भी बड़ा जमकाल है ना, वो तेरे एक फॉर एवरी मोमेंट ऑफ योर्स इज बीइंग रिकॉर्डेड। और तेरी उम्र का समा जड़ा है ना, वो घड़ी घड़ी करके वो छिन छिन कर गयो काल ऐसो जात आ जाओ। तेरा जिंदगी तेरा 3 घंटे पेपर के सन वो तेरे खत्म होंदे चले ने भी तू तेरा टाइम खत्म होंदे जा। हाँ जी भाई जी सुखविंदर वीर जी। ਵੀਰ ਜੀ ਜਿਹੜੀ ਉਹ ਵੀਰ ਜੀ ਨੇ ਤੁਕ ਬੋਲੀ ਹੈ ਨਾ, ਜਮ ਜਗਾਤੀ ਦੂਜੇ ਭਾਏ ਕਰ ਲਾਏ, ਇਹ ਤੁਕ ਨੋਟ ਕਰਨ ਵਾਲੀ ਹੈ। ਇਸ ਵਿੱਚ ਸਤਿਗੁਰੂ ਜੀ ਜਮ ਕਾਲ ਦੀ ਡੈਫੀਨੇਸ਼ਨ ਦੇ ਰਹੇ ਹਨ। ਜਿਹੜੀ ਵੀਰ ਜੀ ਨੇ ਤੁਕ ਬੋਲੀ ਹੈ ਨਾ, ਉਸੀ ਤੁਕ ਨੂੰ ਇਹਦੇ ਵਿੱਚ ਵੀ ਸਤਿਗੁਰੂ ਜੀ ਉਹੀ ਕੀ ਕਹਿੰਦੇ ਆ ਤੁਕ ਨੂੰ ਐਕਸਪਲੇਨ ਕਰ ਰਹੇ ਹਨ। ਇਹਦੇ ਵਿੱਚ ਸਤਿਗੁਰੂ ਜੀ ਨੇ ਸ਼ਬਦ ਜਿੱਥੋਂ ਸ਼ੁਰੂ ਕੀਤਾ ਉੱਥੇ ਵੀ ਆਇਆ ਸੀ ਦੂਜਾ ਲਾਗਾ ਸਭ ਜਗ ਕਾਟਾ। ਇੱਥੇ ਵੀ ਉਸ ਜਿਸ ਚੀਜ਼ ਨੂੰ ਦੂਜਾ ਲਾਗਾ ਬੋਲ ਰਹੇ ਉਸੇ ਨੂੰ ਹੀ ਥੱਲੇ ਬੋਲ ਰਹੇ ਹਨ ਜਮਕਾਲ, ਉਸੇ ਨੂੰ ਹੀ ਬੋਲ ਰਹੇ ਮਨ ਮੁਖ। ਜਦੋਂ ਸਾਡੇ ਮਨ ਦਾ ਮੁਖ ਸਤਿਗੁਰੂ ਜੀ ਦੀ ਸਿੱਖਿਆ, ਸਤਿਗੁਰੂ ਜੀ ਦੇ ਹੁਕਮਾਂ ਨੂੰ ਅਸੀਂ ਨਾ ਬੁੱਝਦੇ ਹੋਏ ਕਿਸੇ ਹੋਰ ਵਿਚਾਰਧਾਰਾ ਨੂੰ ਅਪਣਾ ਲੈਂਦੇ ਹਾਂ, ਕਿਸੇ ਹੋਰ ਵਿਚਾਰਧਾਰਾ ਵੱਲ ਸਾਡਾ ਮਨ ਦਾ ਮੁਖ ਹੋ ਜਾਂਦਾ ਹੈ, ਉਸ ਅਵਸਥਾ ਨੂੰ ਇਹਨਾਂ ਤੁਕਾਂ ਚ ਬਿਆਨ ਕਰ ਰਹੇ ਹਨ ਕਿ ਉਸ ਬੰਦੇ ਦੀ ਕਹਿੰਦੇ ਇਸ ਤੁਕਾਂ ਵਿੱਚ ਮਨਮੁਖ ਦੱਸਦੇ ਆ ਕਿ ਮਨਮੁਖ ਦੀ ਅਵਸਥਾ ਚ ਅਸੀਂ ਕੀ ਕਰਦੇ ਹਾਂ। ਅਸੀਂ ਫਿਰ ਕੀ ਕਰਦੇ ਹਾਂ, ਕਹਿੰਦੇ ਅਸੀਂ ਨਾ
ਸਾਰਾ ਕਾਰੋ ਵਿਹਾਰ ਹਰ ਟਾਈਮ ਅਸੀਂ 24 ਘੰਟੇ ਆਪਣੇ ਕਿਵੇਂ ਬਤੀਤ ਕਰਦੇ ਹਾਂ, ਜਿਹੜੀਆਂ ਆਪਣੇ ਘੜੀ ਮੋਹਤ ਅਸੀਂ ਕਿਸ ਤਰ੍ਹਾਂ ਬਤੀਤ ਕਰਦੇ? ਕਹਿੰਦੇ ਅਸੀਂ ਨਾ ਮੇਰੀ ਇਹ ਕਹਿੰਦੇ ਵੀ ਨਹੀਂ, ਜਿਹੜੀ ਮੇਰੀ ਮੱਤ ਹੈ ਉਸ ਮੁਤਾਬਕ ਹੀ ਅਸੀਂ ਆਪਣਾ ਜੀਵਨ ਬਤੀਤ ਕਰਦੇ ਹਾਂ। ਉਹ ਮੱਤ ਨੂੰ ਅਸੀਂ ਛੋੜਦੇ ਹੀ ਨਹੀਂ ਹਾਂ। ਉਸ ਮੱਤ ਨੂੰ ਪਕੜ ਕੇ ਮੇਰੀ ਕਰਤ ਵਿਹਾਣੀ ਸਤਿਗੁਰੂ ਜੀ ਸਾਨੂੰ ਜੋ ਸਮਝਾਉਂਦੇ ਹਨ, ਅਸੀਂ ਫਿਰ ਵੀ ਸਤਿਗੁਰੂ ਜੀ ਦੀ ਮੱਤ ਨੂੰ ਇਗਨੋਰ ਕਰਕੇ ਆਪਣੀ ਮੱਤ ਨੂੰ ਪਕੜ ਕੇ ਰੱਖਦੇ ਹਾਂ। ਅਸੀਂ ਕਹਿੰਦੇ ਨਹੀਂ, ਜੋ ਮੈਂ ਸਿੱਖ ਲਿਆ ਉਹ ਬਿਲਕੁਲ ਸਹੀ ਹੈ, ਜੋ ਸਾਨੂੰ ਸਮਝਾਇਆ ਗਿਆ ਬਿਲਕੁਲ ਸਹੀ ਹੈ। ਅਸੀਂ ਮੇਰੀ ਆਪਣੀ ਮੱਤ ਨੂੰ ਪਕੜ ਕੇ ਚੱਲਦੇ ਹਾਂ। ਸਤਿਗੁਰੂ ਜੀ ਕਹਿੰਦੇ ਇਹ ਅਵਸਥਾ ਕਿਉਂ ਹੁੰਦੀ ਹੈ, ਅਸੀਂ ਕਿਵੇਂ ਵਾਪਰਦੇ ਕਿ ਸਾਡੇ ਵਿੱਚ ਮੇਰੀ ਵਾਲੀ ਅਵਸਥਾ ਅਸੀਂ ਆਪਣੀ ਜ਼ਿੰਦਗੀ ਮੇਰੀ ਮੱਤ ਵਿੱਚ ਬਤੀਤ ਕਰਦੇ? ਕਹਿੰਦੇ ਇਸ ਲਈ ਕਿ ਤੂੰ ਨਾ ਹੁਕਮ ਨੂੰ ਨਹੀਂ ਬੁੱਝਿਆ। ਮਨਮੁਖ ਕਿਵੇਂ ਅਸੀਂ ਬਣਦੇ ਹਾਂ? ਨਾ ਬੁੱਝ। ਜਦੋਂ ਅਸੀਂ ਸਤਿਗੁਰੂ ਜੀ ਦੇ ਹੁਕਮ ਜੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ ਗੁਰਬਾਣੀ ਨੂੰ ਨਹੀਂ ਬੁੱਝਦੇ, ਨਹੀਂ ਸਮਝਦੇ, ਤਾਂ ਸਾਡੇ ਤੇ ਇਹ ਅਵਸਥਾ ਵਾਪਰਦੀ ਹੈ। ਔਰ ਇੱਕ ਹੋਰ ਗੱਲ ਅਗਲੀ ਤੁਕਾਂ ਸਤਿਗੁਰੂ ਕਹਿ ਰਹੇ ਨੇ, ਜਮ ਕਾਲ ਦੇ ਲੱਲੇ ਨੂੰ ਔਂਕੜ ਹੈ, ਉੱਥੇ ਅਸੀਂ ਪੌਜ਼ ਦੇ ਕੇ ਰੁਕਣਾ ਹੈ। ਜਮ ਕਾਲ ਘੜੀ ਮੋਹਤ ਨਿਹਾਲੇ ਅਣਦਿਨ ਚੀਜ਼ਾਂ ਆਰਜਾ ਚੀਜ਼ਾਂ ਹੈ। ਦੇਖੋ, ਇੱਕ ਆਮ ਗੁਰਮੁਖ ਬੰਦੇ ਦੀ ਵੀ ਆਰਜਾ, ਚਾਹੇ ਉਹ ਗੁਰਬਾਣੀ ਨਾਲ, ਚਾਹੇ ਉਹ ਰੱਬੀ ਸਿਧਾਂਤਾਂ ਨਾਲ, ਰੱਬੀ ਹੁਕਮਾਂ ਨਾਲ ਕੋਈ ਬੰਦਾ ਜੁੜੇ ਚਾਹੇ ਨਾ ਜੁੜੇ, ਉਹਦੀ ਤਾਂ ਆਰਜਾ ਤਾਂ ਉਹਦੀ ਵੀ ਪਲ ਘਟ ਰਹੀ ਹੈ। ਉਸਨੇ ਵੀ ਪਲ ਉਹਦੀ ਸਰੀਰਕ ਆਰਜਾ ਘਟਦੀ ਜਾ ਰਹੀ ਹੈ। ਹਰ ਘੜੀ ਨਾਲ ਸਾਡੀ ਇੱਕ ਘੜੀ ਸਾਡੀ ਜ਼ਿੰਦਗੀ ਵਿੱਚੋਂ ਘੱਟ ਹੋ ਜਾਂਦੀ ਹੈ। ਹਰ ਪਹਿਰ ਨਾਲ ਸਾਡਾ ਜ਼ਿੰਦਗੀ ਦਾ ਇੱਕ ਪਹਿਰ ਘੱਟ ਜਾਂਦਾ। ਚਾਹੇ ਅਸੀਂ ਗੁਰਬਾਣੀ ਨਾਲ, ਰੱਬੀ ਸਿਧਾਂਤਾਂ ਨਾਲ ਜੁੜੀਏ ਜਾਂ ਨਾ ਜੁੜੀਏ, ਸਾਡੀ ਵੀ ਉਮਰ ਆਰਜਾ ਘਟ ਰਹੀ ਹੈ। ਲੇਕਿਨ ਇੱਥੇ ਕੀ ਬੋਲਿਆ ਕਿ ਜਮ ਕਾਲ ਘੜੀ ਮੋਹਤ ਨਿਹਾਲੇ, ਲੇਕਿਨ ਸਾਡੀ ਅਵਸਥਾ, ਸਾਡੀ ਉਮਰ ਜਮ ਦੇ ਕਾਲ ਵਿੱਚ ਬਤੀਤ ਹੋ ਰਹੀ ਹੈ ਮਨਮੁਖ ਦੀ। ਉਹ ਕਿਵੇਂ? ਜਦੋਂ ਅਸੀਂ ਦੂਸਰੇ ਵਿਚਾਰਾਂ ਨੂੰ ਅਟਰੈਕਟ ਹੋ ਕੇ, ਦੂਸਰੇ ਵਿਚਾਰਾਂ ਨੂੰ ਆਧਾਰ ਬਣਾ ਕੇ ਆਪਣੀ ਜੀਵਨ ਬਤੀਤ ਕਰਦੇ ਹਾਂ, ਤਾਂ ਫਿਰ ਸਤਿਗੁਰੂ ਜੀ ਸਾਡੇ ਨਾਲ ਨਹੀਂ ਹੁੰਦੇ। ਜਿਸ ਨੂੰ ਗੁਰਬਾਣੀ ਆਖਦੀ ਹੈ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਗੁਰਮੁਖ ਬੰਦੇ ਦੀ ਜ਼ਿੰਦਗੀ ਵਿੱਚ ਸਤਿਗੁਰੂ ਆਪਣੇ ਉਪਦੇਸ਼ ਰੂਪ ਵਿੱਚ ਗੁਰਮੁਖ ਦੇ ਨਾਲ ਪੂਰੀ ਉਮਰ ਜੀਵਨ ਬਤੀਤ ਕਰਦਾ ਹੈ, ਜੀਵਨ ਬਤੀਤ ਕਰਵਾਉਂਦਾ ਹੈ। ਸਤਿਗੁਰੂ ਜੀ ਸਾਡੇ ਸਾਰਿਆਂ ਦੇ ਨਾਲ ਆਪਣੇ ਉਪਦੇਸ਼ ਰੂਪੀ ਸਿੱਖਿਆ ਦੇ ਨਾਲ ਸਤਿਗੁਰੂ ਜੀ ਸਾਡੇ ਨਾਲ ਸਾਰੀ ਉਮਰ ਰਹਿੰਦੇ ਹਨ। ਲੇਕਿਨ ਉਹ ਕਿਹੜੇ ਬੰਦੇ ਨਾਲ ਰਹਿੰਦੇ ਹਨ? ਜਿਹੜਾ ਇੱਕੋ ਸੇਵੀ, ਜਿੱਥੋਂ ਸ਼ਬਦ ਸਟਾਰਟ ਹੋਇਆ, ਜਿਹੜਾ ਇੱਕ ਨੂੰ ਸੇਵਦਾ ਹੈ, ਸਤਿਗੁਰੂ ਦੀ ਸਿੱਖਿਆ ਦੀ ਸ਼ਰਨ ਵਿੱਚ ਆਉਂਦਾ ਹੈ, ਸਤਿਗੁਰੂ ਜੀ ਉਸ ਦੇ ਨਾਲ ਪੂਰੀ ਉਮਰ, ਸਤਿਗੁਰੂ ਆਪਣੇ ਉਪਦੇਸ਼ ਰੂਪ ਵਿੱਚ ਉਸ ਬੰਦੇ ਦੇ ਨਾਲ ਪੂਰੀ ਉਮਰ ਜੀਵਨ ਬਤੀਤ ਕਰਦੇ ਹਨ। ਲੇਕਿਨ ਜਿਹੜਾ ਬੰਦਾ ਦੂਜਾ ਲਾਗਾ, ਜਿਸਨੂੰ ਸਤਿਗੁਰੂ ਜੀ ਕਹਿ ਰਹੇ ਹਨ, ਦੂਜਾ ਲਾਗਾ ਸਭ ਜਗ ਕਾਚਾ, ਜਿਹੜਾ ਬੰਦਾ ਸਤਿਗੁਰੂ ਦੀ ਸਿੱਖਿਆ ਦੇ ਨਾਲ ਨਹੀਂ ਆਪਣਾ ਜੀਵਨ ਬਤੀਤ ਕਰਦਾ, ਸਤਿਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾਇਆ, ਉਸ ਦਾ ਜੀਵਨ ਸਤਿਗੁਰੂ ਦੀ ਸਿੱਖਿਆ ਰੂਪੀ ਜੀਵਨ ਦੇ ਨਾਲ ਨਹੀਂ ਬਤੀਤ ਹੁੰਦਾ। ਉਸ ਦਾ ਜੀਵਨ ਦੂਜੀ ਮਤ ਅਨਮਤੀਆਂ ਦੇ ਵਿਚਾਰਾਂ ਦੇ ਪ੍ਰਭਾਵ ਦੇ ਨਾਲ ਉਹਦੀ ਸੁਰਤ, ਉਹਦਾ ਮਨ ਟਿਕਿਆ ਰਹਿੰਦਾ ਤੇ ਉਹਦੀ ਆਰਜਾ ਸਾਰੀ, ਉਹਦਾ ਪੂਰਾ ਜੀਵਨ ਦੂਜੇ ਅਵਗੁਣੀ ਖਿਆਲਾਂ ਦੇ ਰੂਪ ਦੇ ਵਿੱਚ, ਅਵਗੁਣੀ ਖਿਆਲਾਂ ਦੇ ਨਾਲ ਉਸਦਾ ਜੀਵਨ ਪੂਰਾ ਬਤੀਤ ਹੁੰਦਾ। ਉਹਦੀ ਜ਼ਿੰਦਗੀ ਦਾ ਪਲ ਦਿਨ ਘਟਦਾ ਹੈ। ਲੇਕਿਨ ਸਤਿਗੁਰੂ ਨੂੰ ਸੇਵਣ ਵਾਲਾ, ਇੱਕੋ ਸੇਵੀ ਵਾਲੇ ਮਨੁੱਖ ਦੇ ਨਾਲ ਸਤਿਗੁਰੂ ਜੀ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਸਤਿਗੁਰੂ ਜੀ ਆਪਣੇ ਉਪਦੇਸ਼ ਰੂਪ ਦੇ ਵਿੱਚ ਹਰੇਕ ਗੁਰਸਿੱਖ ਦੇ, ਹਰੇਕ ਗੁਰਸਿੱਖ ਮਨ ਦੇ ਨਾਲ ਉਪਦੇਸ਼ ਰੂਪੀ ਸਿੱਖਿਆ ਦੇ ਨਾਲ ਉਸ ਬੰਦੇ ਦਾ ਜੀਵਨ ਬਤੀਤ ਕਰਵਾਉਂਦੇ ਹਨ। ਹਾਂਜੀ ਜੀ। ਅੰਤਰ ਲੋਭ ਕਰੇ ਨਹੀਂ ਬੂਝੇ, ਸਿਰ ऊपर जम काल ना सूझे, ऐथे कमाना सो करे, अंदर लालच करता रहता है, नहीं बूझे, ਉਹਨੂੰ ਸਮਝ ਨਹੀਂ ਆਉਂਦੀ, ਉਹਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਜਿਹੜੇ ਮੇਰੇ ਜ਼ਿੰਦਗੀ ਦੇ ਅੰਦਰ ਲੜਾਈ ਝਗੜੇ ਕਲੇਸ਼ ਹੈਗੇ, ਤੇ ਜ਼ਿੰਦਗੀ ਵੀ ਕਲੇਸ਼ਾਂ ਵਾਲੀ ਬੰਨੀ ਹੋਈ ਹੈ ਕਿ ਅੰਤਰ ਲੋਭ ਕਰੇ ਔਰ ਜੀਵਨ ਜਾਂਚ ਉਹ ਕੁਝ ਨਹੀਂ ਰਿਹਾ, ਨਹੀਂ ਪੁੱਛੇ, ਸੱਚ ਦੇ ਨਾਲ ਜੁੜਨਾ ਨਹੀਂ ਕਰ ਰਿਹਾ, ਸੱਚ ਵਾਲਾ ਜੀਵਨ ਉਹਨੂੰ ਸਮਝ ਵਿੱਚ ਨਹੀਂ ਆ ਰਿਹਾ। ਸਿਰ ਉੱਪਰ ਜਮਕਾਲ ਨਾ ਸੂਝੇ, ਕਹਿੰਦੇ ਸਿਰ ਦੇ ਉੱਤੇ ਜਮਦੂਤ ਸਿਰ ਦੇ ਉੱਤੇ ਮੰਡਰਾ ਰਹੇ ਹਨ, ਵਿਕਾਰ ਰੂਪ ਜਿਹੜੇ ਜਮ ਹੈਗੇ ਹਨ ਉਹਦੇ ਸਿਰ ਦੇ ਉੱਤੇ ਸਦੀਵ ਜਿਹੜੇ ਹਨ ਮੰਡਰਾਉਂਦੇ ਰਹਿੰਦੇ ਹੈਗੇ। ਅਸੀਂ ਧਿਆਨ ਦਈਏ ਨਾ, ਮੰਨੇ ਜਮ ਕੇ ਸਾਥ ਨਾ ਜਾਏ, ਕੱਲ ਵੀ ਸਾਥ ਬਣੀ ਸੀਗੀ,
कि मनन वाला जमा दे नाल नहीं जाता। की पावे विकार रूप जम जेड़े हैं सतीव जेड़े हैं अपने प्रभाव विच लैन लई मानो तैयार खड़े है। साडा रत्ता मात्र भी साडी मन डवाडोल होंदा है कि मानो काम दी वासनावां क्रोध लोभ मोह अहंकार सानू पकड़ के अपने नाल लै जांदियां ढक देंदियां जिथे साडी सुरत नू खिच के लै जांदियां। धीरे धीरे उही विकार साडे कर्मां विच भी आण लग पैंदे। कहने फिर ऊपर जमकाल ना सूझे मनुख नू है सूझ नहीं आ रही समझ नहीं आ रही कि वो जरा है विकारा वाली जिंदगी जी है व्यतीत करी जा रहा है। इत्थे कमाना सो अगे आया हुण उसी चीज नू अगे तोड़ते हुए कह रहे जो इत्थे कमाई जा रहा है उहियो अगे आई जा रहा है। अगे तो पाओ असी सीधा ही अगे मौत उपरंत चले जाते हैं कि शायद मौत उपरंत जिहड़ा नरकां विच सानू धक दिता जाएगा। अगे तो पावे साडा अगे आने वाला समा जो असी अज कमाई कर रहे हैं जिहड़ा फल बीत रहा है जो असी कम कर रहे हैं जो जे असी कर्म कर रहे हैं उहियो अगे आई जा रहा है। असी ध्यान दईए ना साडा जीवन किहो जिहा बनिया होया है। जदों गुरु तो टुटिया ना जीवन किस तरीके का बनता है। अपनी निगाह विच ते सारे ही ठीक है। अपनी निगाह के अंदर मैं ते हमेशा ठीक ही है। मैं जो करदा बिल्कुल ठीक ही करदा। मैनू जिहड़ा है अड़ोसी पड़ोसी चंगे नहीं मिले रोजाना उन्हां नाल मेरे झगड़े पे हुए है। मैनू भैन भरा भी चंगे नहीं मिले मेरे उन्हां नाल भी झगड़े बने पे। मैनू पति पत्नी भी चंगे नहीं मिले मेरे झगड़े उन्हां नाल भी बने पे। मेरे बच्चे भी जिहड़े है मेरी नहीं सुनते उन्हां नाल भी मेरे झगड़े बने पे। की कारण है असल विच ध्यान जिहड़ी गल बार बार आ रही है ना नहीं सूझे नहीं पूछे सूझ नहीं रहा समझ नहीं रहा सच नाल जुड़िया हिरदे विच सच वस नहीं रहा विकारा दी अधीनगी विच गंदगी वाला जीवन करी जा रहा है। उन्होंने यह नहीं समझ आ रही कि सारे गलत नहीं मिले हुए असल विच मैं आप ही गलत बनया पिया है। मैं जिहड़ा है गुरु दी बाणी दे नाल सच दी राह नूं बुझिया नहीं है ते झूठ दी कमाई मैं करी जा रहा। इत्थे कमाना फिर उहियो मैं कमाई करी जा रहा सो अगे आया ते जिंदगी विच कलेश ते झगड़े ते दुनिया भर दे दुख जिहड़े है जिंदगी के अंदर बने पे इत्थे कमाना सो अगे आया। अंत काल क्या कीजे ते अंत काल उहियो जिहड़ी अंत काल जो लक्ष्मी सिमरे ऐसी चिंता में जो परे ऐसी पूरे शब्द वस्ती नाल उगा के अंत काल जिहड़ी ये पहला भी विचार हो सकी है। जिहड़ा निर्णय लेने वाला समय है उस समय सही निर्णय नहीं लेता ते सानू जो भोगना पिया कहने फिर हुण की कीता जा सकता है। जदों निर्णय लेना सीगा जदों सही कदम चुकना सीगा गुरबाणी दे नाल मन पवित्र ने नहीं करके सच्चा ते सुच्चा जीवन नहीं बनाया गुरु कोलों जीवन जांच नहीं सीखी भैड़े कर्म विच जुड़िया रहा ते हुण कहंदे हुण की कीता जा सकता है। जेवो जे असीं करते आए आ ओवो जिही असीं सानू एक तरह दे भोगना पै रहा है। जी अरविंदर जी ਇੱਥੇ ਵੀ ਕੋਈ ਗੱਲ ਜਿਹੜੀ ਚੱਲਦੀ ਪਈ ਉਹਦੇ ਵਿੱਚ ਅੰਤਰ ਲੋਪ ਕਰੇ ਨਹੀਂ ਬੁੱਝੇ ਜਿਹੜੀ ਗੱਲ ਤੇ ਕਰਨੇ ਆ ਵੀ ਬੰਦਾ ਜਿਹੜਾ ਰੱਬੀ ਹੁਕਮਾਂ ਨੂੰ ਨਹੀਂ ਬੁੱਝਦਾ ਪਿਆ। ਰੱਬੀ ਹੁਕਮ ਸਾਨੂੰ ਗੁਰੂ ਗ੍ਰੰਥ ਸਾਹਿਬ ਕੋਲੋਂ ਹੀ ਆਲੀ ਸਾਂਝ ਪੈ ਸਕਦੀ ਹੈ। ਕਿ ਕੋਈ ਸ਼ਬਦ ਆਂਦਾ ਕਹਿੰਦਾ ਲਾਲਚ ਛੋੜੋ ਅੰਧੇ ਹੋ ਲਾਲਚ ਦੁੱਖ ਭਾਰੀ। ਉਹਨੇ ਗੁਰੂ ਦਾ ਹੁਕਮ ਹੈ ਕਿ ਵੀ ਲਾਲਚ ਕਰਨਾ ਛੱਡ ਦੋ ਇਹ ਤੁਹਾਡੇ ਦੁੱਖਾਂ ਦਾ ਮੂਲ ਬਣ ਸਕਦੀ ਹੈ। ਲਾਲਚ ਛੋੜੋ ਅੰਧੇ ਹੋ ਲਾਲਚ ਦੁੱਖ ਭਾਰੀ। ਇਹ ਲਾਲਚ ਤੁਹਾਡੇ ਵਾਸਤੇ ਵੱਡੇ ਦੁੱਖਾਂ ਦਾ ਕਾਰਨ ਬਣ ਸਕਦਾ। ਹੁਣ ਇਹ ਰੱਬੀ ਹੁਕਮ ਇਹ ਪ੍ਰੀ ਆਰਡੇਨਡ ਹੈ। ਹੁਣ ਸਾਡੀ ਮਰਜ਼ੀ ਹੈ ਕਹਿੰਦਾ ਕਿ ਜਿਹੜੇ ਬੰਦਿਆਂ ਨੂੰ ਬੁੱਝਦੇ ਨਹੀਂ ਪਏ ਉਹ ਸੁਣਦੇ ਤੇ ਮੇਰੇ ਕੋਲ ਵਿਚੀ ਕਰਨ ਅਸੀਂ ਪੜ੍ਹੀ ਜਾਂਦੇ ਪਏ ਬੁੱਝਦੇ ਨਹੀਂ ਪਏ। ਕਹਿੰਦੇ ਬਿਨ ਬੁਝੇ ਕਾ ਮਨ ਠਹਿਰਾਣਾ ਕਹਿੰਦੇ ਅੰਤਰ ਲੋਭ ਕਰੇ ਉਹ ਨਹੀਂ ਬੁਝੇ ਉਹਨੂੰ ਸਮਝ ਨਹੀਂ ਆ ਰਹੀ ਹਜੇ ਵੀ ਉਹ ਗੱਲ ਜਿਹੜੀ ਹੈ ਨਾ ਵੀ ਉਹ ਕਹਿੰਦਾ ਵੀ ਜਗ ਬਿਨ ਸਤਮ ਦੇਖਿਆ ਲੋਭੇ ਹੰਕਾਰਾ ਜਿਵੇਂ ਤੇ ਦੇਖਣਾ ਸਾਰਾ ਸੰਸਾਰ ਇਸ ਕਿਰਿਆ ਦੇ ਵਿੱਚ ਡੁੱਬੀ ਜਾਂਦਾ ਪਿਆ। ਕਹਿੰਦਾ ਅੰਤਰ ਲੋਭ ਕਰੇ ਕੀ ਨਹੀਂ ਬੁਝਦਾ ਪਿਆ ਰੱਬੀ ਹੁਕਮਾਂ ਨੂੰ ਨਹੀਂ ਬੁਝਦਾ ਪਿਆ ਕਿ ਇਹਦੇ ਪ੍ਰਥਾਇਤ ਨੂੰ ਲੇਖਾ ਜੋਖਾ ਦੇਣਾ ਪਏਗਾ। ਕਹਿੰਦੇ ਸਿਰ ਉੱਪਰ ਜਮਕਾਲ ਨਾ ਸੂਝੇ ਵੀ ਉਹਦੇ ਕੀਤੇ ਹੋਏ ਕਰਮਾਂ ਦੀ ਜੋ ਮੈਂ ਕੀਆ ਸੋ ਮੈਂ ਪਾਇਆ। ਵੇਚਦੇ ਵੀ ਕਹਿੰਦੇ ਨਾਮ ਖੇਤੀ ਬੀਜੋ ਜੇ ਤੂੰ ਜਿਹਾ ਬੀਜੇ ਸੋ ਲੁਣੇ ਜੇ ਤੂੰ ਬੀਜੇਗਾ ਲੇਕਿਨ ਇਹ ਜੋ ਤੇਰੇ ਕੀਤੇ ਹੋਏ ਕਰਮ ਨੇ ਉਹ ਰਿਕਾਰਡ ਕੀਤੇ ਜਾ ਰਹੇ ਨੇ ਉਹ ਗੱਲ ਇਹਨਾਂ ਨੂੰ ਸਮਝ ਨਹੀਂ ਆ ਰਹੀ। ਉਹਨੂੰ ਜੋ ਸਮਝ ਆਵੇ ਕਿ ਮੈਂ ਕਰ ਲਿੱਤਾ ਮੈਂ ਵਿਹਲਾ ਹੋ ਗਿਆ ਮੈਂ ਤੇ ਇੰਜੋਏ ਕਰ ਲਿੱਤਾ ਮੈਂ ਤੇ ਇਹ ਵੀ ਕਰ ਲਿੱਤਾ ਛੁੱਟ ਗਿਆ ਉਹ ਵੀ ਕਰ ਲਿੱਤਾ ਛੁੱਟ ਗਿਆ। ਗੁਰੂ ਕਹਿੰਦੇ ਸਿਰ ਉੱਪਰ ਜਮਕਾਲ ਉਹ ਤੇਰੇ ਸਿਰ ਤੇ ਉਹਦੇ ਤੇਰੀ ਰਿਕਾਰਡਿੰਗ ਜਿਹੜੀ ਹੈ ਨਾ ਕਹਿੰਦੇ ਬੈਲੇ ਕਾ ਕਰ ਸਮਝਾਇਆ
ਵੀ ਉਹਨੂੰ ਥਾਂ ਨਾ ਹੋਈ ਪਹੁੰਚੀ ਹੁਣ ਸੁਣੀਏ ਕਿਆ ਰਵਾਇਆ ਮਨ ਅੰਧੇ ਜਨਮ ਗਵਾਇਆ। ਕਹਿੰਦਾ ਸਿਰ ਉੱਪਰ ਜਮਕਾਲ ਨਾ ਸੂਝੇ, ਉਹਨੂੰ ਇਸ ਗੱਲ ਦੀ ਸੂਝੀ ਨਹੀਂ ਆ ਰਹੀ। ਕਹਿੰਦਾ ਇੱਥੇ ਕਮਾਣਾ ਸੋ ਅੱਗੇ ਆਇਆ, ਜੋ ਤੂੰ ਹੁਣ ਕਮਾਏਗਾ ਨਾ। ਇੱਕ ਅਸੀਂ ਕੋਲ ਲਾਈਨ ਕੋਟ ਕਰਦੇ ਕਹਿੰਦਾ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ। ਨੋਰਮਲੀ ਅਸੀਂ ਉਹਦੇ ਅਰਥ ਕਰਨੇ ਪਏ ਕਿ ਇਹ ਕਰ ਕਰੇ ਸੋ ਇਹ ਕਰ ਪਾਏ, ਤਾਂ ਇੰਸਟੈਂਟ ਤੈਨੂੰ ਰਿਵਾਰਡ ਮਿਲਣਗੇ। ਜਦੋਂ ਅਸੀਂ ਲਾਈਨ ਥੋੜਾ ਜਿਹਾ ਧਿਆਨ ਨਾਲ ਦੇਖਾਂਗੇ ਨਾ, ਇਹ ਕਰ ਕਰੇ ਸੋ ਇਹ ਕਰ ਪਾਏ, ਜੋ ਹੱਥ ਜੋ ਮਾੜਾ ਕੰਮ ਕਰਦੇ ਨੇ ਉਹਨਾਂ ਹੱਥਾਂ ਨੂੰ ਕਹਿੰਦੇ ਕੋਈ ਨਾ ਪਕੜੇ ਕਿਸੇ ਥਾਂ, ਤਾਂ ਇੱਕ ਦੇ ਥਾਂ ਦੂਜਾ ਬੰਦਾ ਨਹੀਂ ਫੜਿਆ ਜਾਣਾ। ਲੇਕਿਨ ਕਰਮਾਂ ਦੀ ਜੋ ਗੱਲ ਚੱਲਦੀ ਪਈ ਉਹਨਾਂ ਤੇ ਵੀ ਉਹ ਜੋ ਮੈਂ ਕੀਆ ਸੋ ਮੈਂ ਪਾਇਆ ਵੀ ਮੰਦੇ ਅਮਲ ਕरें ਦਿਆ ਇਹ ਸਜਾਏ ਤਿੰਨਾ, ਵੀ ਅੱਗੇ ਜਾ ਕੇ ਤੈਨੂੰ ਜੋ ਬੀਜ ਬੀਜੇਗਾ ਨਾ, ਬੀਜ ਨੂੰ ਫਲੀਫੂਤ ਹੋਣ ਵਾਸਤੇ ਕੁਝ ਤਾਂ ਸਮਾਂ ਲੱਗਣਾ ਹੈ। तो हाँ वो इतने फलीफूत कई गुना होके मिलेगी। मेरा नॉर्मल फार्मिंग का प्रिंसिपल ये है ना कि तू एक बीज पाना है, वो पता नहीं कितनी फलीफूत होके तुम एक दाना बोया है, एक आम की गीटक पाई, तो पता नहीं कितने वो आम दे फल तेन मिलने ने। और रब का रिकॉर्डिंग जी वो चालू है, जो इतने कमाएगा जो कर्म करेगा कोकन जा फल तेन भुगतना पेगा। भी लोड़े दाख बिजूरिया किकर बिजे जट, जे तू द्राक्ष खाना चाहना है बिजनौर दे, और जो तू किकर नूं बीजना पिया कहंदे उसने बीजे बिख मंगे अमृत देखो ये न्याओ, रब दा न्याओ नहीं है। इत्थे कमाना सो अगे आवे, अगे आया अंत काल क्या चीज है। फिर तू देखो एक होश बताने कहंदे अब के कहिए नाम ना मिले हुन सहो जियड़े भारी जी। बंदा जो अपना समा खत्म जाए खत्म जीत हो जाए ना बंदे का किसी काम करन दा, हुन तू लिख फरीदा कहंदे जे तू अकल लतीफ काले लिख ना लेख, जे तू काले लेख लिख दिते ना, फिर वो कहने भी वो अंत काल क्या कीजिए भाई, जे तू कहना अब के ये नाम ना मिले हुन सहो जियड़े भारी जियो। हुन तू पेपर का समा खत्म हो चुका है तेरा है ना। हुन तू टीचर नूं तरले मिन्नतां कर ले, टीचर मेरे को 2 मिनट दे दो, बस मेरे को आता है, मैं सिर्फ 1-2 मिनट दे दो मैं उन्होंने एक तो दूसरे पासे कहते कबीर लूटना है तो लूट ले, राम नाम है लूट। बंदा कहते लुट की गल क्यों करते पैने, राम नाम लुटन वाली केड़ी गल होगी। एक जेड़ी चीज बड़ी सस्ती भाव मिलती होवे ना, बंदे कहना लुट का मां लेगी। शिकार एक सेल लगी हुई लूट सेल, और इतनी सस्ती कीमत के उत्ते वो मन लुट मिटाई हुई है कि इतनी सस्ती कीमत कोई चीज बेची जाती पी। क्योंकि गुरमत के राह उत्ते चढ़ना भी गुरमत कोई नहीं कहती घर परिवार छड्डो, अपना कारोबार छड्डो, गलबात नहीं करनी, माड़े करते पाओ, गुरमत बिल्कुल नहीं कहती कहते लूटना है तो लूट ले, राम नाम है लूट। और इन्ने सौखी इन्ने घट कीमत दे उत्ते तुहानू परमात्मा दा नाम मिलने वाला नहीं है, बेशकीमती। हुण तुहानू जे गुरु जाके लगे चलोगे ना कहते भी वो सतगुर की ऐसी वड्याई पुत्र कलंदर विचे कट पाई, जो नानक सतगुरु भेटिया पूरी होवे जुगत हसंदियां खेलंदियां पहनंदियां खवंदियां पिछे सारा कुछ रब कोई चीज तुहाडे कोल खोंदा नहीं। तो कहंदे नहीं नीयत रास करे भी फरीदा बुरे दा भला कर, और कोई औखे नहीं। जो जिस रस्ते सानू गुरु पाना चाहता है ना, वो कोई बहुत औखे रस्ते में जीवन का हाँ तेनों तेरे पास यही कि तेनों मन की अगवाई छड़नी पेगी। बाकी गुरु वाला कहना लूटना है तो लूट ले, राम नाम है लूट करना, फिर पाछे पछताओगे। जो तो कहने अब के कहिए नाम ना मिले, हुन नाम नहीं, हुन तू तरले पाएगा ना तां भी नाम नहीं मिलेगा तेनों। कहना हुन सहो, हुन इनू सहारना पेगा तेनों। कहना इत्थे कमाना सो अगे आया अंत काल क्या कीजिए। आफ्टर को समा निकल गया तेरे हाथों, तो समा गवा दिता, दिन फिर तेरे हाथ केवल पश्चाताप है ना कोई रह सकता। हाँ जी सुखविंदर जी। ਵੀਰ ਜੀ ਇੱਕ ਮਿੰਟ, ਜੰਮੂ ਹਰਦੀਪ ਸਿੰਘ ਜੰਮੂ ਨੇ ਹੈਂਡ ਰੇਸ ਕੀਤਾ ਸੀਗਾ, ਉਹ ਕੋਈ ਪੁੱਛਣਾ ਚਾਹੁੰਦੇ ਨੇ। ਆਡੀਓ ਔਨ ਹੈ ਵੀਰ ਜੀ, ਕਿਸੇ ਦੇ ਆਡੀਓ ਔਨ ਹੈ। ਹਾਂਜੀ ਵੀਰ ਜੀ ਮੈਂ ਹਰਦੀਪ ਸਿੰਘ ਜੰਮੂ ਤੋਂ, ਮੇਰਾ ਇਹਦੇ ਵਿੱਚ ਪੁੱਛਣਾ ਸੀ ਕਿ ਅੰਤ ਕਾਲ ਦਾ ਮਤਲਬ ਆਪਾਂ ਆਤਮਿਕ ਮੌਤ ਲਵਾਂਗੇ ਜਾਂ ਆਤਮਿਕ ਮੌਤ ਦੇ ਨੇੜੇ। ਗੁਰਬਾਣੀ ਜਿਹੜੀ ਹੈ ਨਾ ਉਹ ਦੋਨੋਂ ਮੌਤਾਂ ਦੀ ਗੱਲ ਕਰਦੀ ਹੈ। ਗੁਰਬਾਣੀ ਸ਼ਾਰੀਰਿਕ ਮੌਤ ਦੀ ਗੱਲ ਵੀ ਕਰਦੀ ਪਈ ਹੈ ਔਰ ਆਤਮਿਕ ਮੌਤ ਦੀ ਗੱਲ ਵੀ ਕਰਦੀ ਪਈ ਹੈ। ਜਦੋਂ ਅਸ਼ੇ ਜੀ ਨੇ ਕਿਹਾ ਵੀ ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇ ਜੇ ਮਰੇ, ਮੈਂ ਮੇਰੇ ਪੁੱਤਰ ਨੂੰ ਪ੍ਰਮੋਟ ਕਰ ਦਵਾਂ, ਕੀਰਤਨ ਦਾ ਦੀਵਾਨ, ਮੇਰੇ ਬੱਚੇ ਨੂੰ ਹੀ ਆਖਰੀ ਸਮਾਂ ਮਿਲ ਜਾਵੇ, ਮੇਰਾ ਬੱਚਾ ਅਰਦਾਸ ਕਰ ਲਵੇ, ਭਾਵੇਂ ਉਹ 10 ਬੱਚਿਆਂ ਨੂੰ ਆਉਂਦੀ ਹੈ, ਲੇਕਿਨ ਮੈਂ ਮੇਰੇ ਬੱਚੇ ਨੂੰ ਆਖੇ ਕਿਉਂਕਿ ਮੇਰੇ ਕੋਲ ਉਸ ਟਾਈਮ ਤੇ ਸਮਰੱਥਾ ਹੁੰਦੀ ਹੈ ਕਿ ਮੈਂ ਉਸ ਦੀਵਾਨ ਨੂੰ ਲੀਡ ਕਰਨ ਵਾਲਾ ਹੋਣਾ ਵਾ ਤੇ ਮੈਂ ਮੇਰੇ ਬੱਚੇ ਨੂੰ ਪ੍ਰਮੋਟ ਕਰ ਲਵਾਂ। अंत काल जो लड़के सिमरे ऐसी चिंता में जे मरने सूकर जोन सूरा वाली चूनी जीना शुरू कर दे तूने। अंत काल जो स्त्री सिमरे ऐसी
चिंता में जे मरे वेसवा जोन वाल होते रहे। हुन वेशवा कोई जून ही नहीं होती, कोई एक कैरेक्टर है। हाँ जी, कैरेक्टर है, कैरेक्टर है। जो जनानी थोड़े पैसों के खातिर अपना शरीर बेच देंदी है, ईमान बेच देंदी है, उन्होंने वेशवा किया जा रहा है। अंतकाल जो मंदिर सिमर है भी प्रेत जून भी नहीं होंगे। असं कहने जिन्होंने शरीर नहीं मिलया उन्होंने आम तौर पर प्रेत किया जाता है। ਉੱਥੇ ਉਹ ਕਹੇ ਵੀ ਅੰਤਕਾਲ ਨਾਰਾਇਣ ਜੀ ਨੇ ਰੱਬੀ ਸਿਧਾਂਤਾਂ ਨੂੰ ਚੇਤੇ ਰੱਖਦਿਆਂ ਆਪਣੇ ਮਨ ਨੂੰ ਮਾਰ ਦਿੱਤਾ। ਇਹ ਗੱਲ ਸਾਰੀ ਹੋ ਗਈ ਆਤਮਕ ਮੌਤ ਦੀ। ਆਲਰੇਡੀ ਗੁਰਬਾਣੀ ਜਿਹੜੀ ਹੈ ਨਾ ਉਹ ਜਿੱਥੇ ਆਤਮਕ ਮੌਤ ਦੀ ਗੱਲ ਕੀਤੀ, ਸਰੀਰਕ ਮੌਤ ਦੀ ਗੱਲ ਵੀ ਕਰਦੀ ਪਈ ਹੈ। ਜਿੱਥੇ ਨੂੰ ਜਿਹੜਾ ਮਿਲਿਆ ਹੋਇਆ ਸਮਾਂ ਹੈ ਵੀ ਜੀਵਨ ਕਾਲ ਦਾ ਸਮਾਂ ਮਿਲਿਆ ਹੋਇਆ ਹੈ ਵੀ ਉਹਦੇ ਅੰਦਰ ਵੀ ਜਿਹੜਾ ਉਹ ਦੋਨੋਂ ਗੱਲਾਂ ਚੱਲਦੀਆਂ ਪਈਆਂ ਨੇ। ਦਿਸ ਵੀ ਵਿਲ ਹੈਵ ਟੂ ਐਨਾਲਾਈਜ਼ ਐਸ ਪਰ ਸ਼ਬਦ ਕਿਹੜੀ ਗੱਲ ਕਿੱਥੇ ਚੱਲਦੀ ਪਈ ਹੈ, ਸਾਨੂੰ ਉੱਥੇ ਗੱਲ ਢੁਕਾ ਕੇ ਉਹਨੂੰ ਕਰਨੀ ਪਏਗੀ ਸਾਨੂੰ। ਠੀਕ ਹੈ ਵੀਰ ਜੀ, ਧੰਨਵਾਦ ਜੀ। ਸੁਖਵਿੰਦਰ ਵੀਰ ਜੀ, ਅਸੀਂ ਨਾ ਗੁਰਬਾਣੀ ਦੇ ਅਰਥ ਕਰਦੇ ਕਰਦੇ ਅਸੀਂ ਆਪਣੇ ਆਪ ਨੂੰ ਇਹ ਗੁਰਬਾਣੀ ਦਾ ਜਿਹੜਾ ਸਭ ਤੋਂ ਮੁੱਢਲਾ ਸਿਧਾਂਤ ਹੈ ਕਿ ਗੁਰਬਾਣੀ ਸੁਰਤ ਦੇ ਧਿਆਨ ਨੂੰ ਸਿੱਖ ਆਖਦੀ ਹੈ, ਉਹ ਅਸੀਂ ਕਿਤੇ ਨਾ ਕਿਤੇ ਛੋੜ ਕੇ ਕੋਸ਼ਿਸ਼ ਕਰਨ ਲੱਗ ਜਾਂਦੇ ਹਾਂ। ਉਹ ਅਸੀਂ ਭੁੱਲ ਜਾਂਦੇ ਹਾਂ ਗੁਰਬਾਣੀ ਦੇ ਅਰਥਾਂ ਕਦੀ ਕਦੀ, ਕਿਉਂਕਿ ਇੱਥੇ ਜਿਹੜੀ ਜੋ ਵੀ ਗੱਲ ਚੱਲ ਰਹੀ ਹੈ ਉਹ ਸੁਰਤ ਦੇ ਧਿਆਨ ਦੀ ਤੇ ਫਿਰ ਮਨ ਦੀ ਗੱਲ ਚੱਲ ਰਹੀ ਹੈ। ਕਿਉਂਕਿ ਉੱਪਰ ਜੇ ਗੱਲ ਆਉਂਦੀ ਹੈ ਨਾ ਅੰਤਰ ਲੋਭ ਕੌਣ ਕਰਦਾ ਹੈ? ਸਾਡਾ ਸਰੀਰ ਨਹੀਂ ਕਰਦਾ। ਗੁਰਬਾਣੀ ਵਿੱਚ ਹੀ ਤੁਕ ਆਉਂਦੀ ਹੈ, ਸਤਿਗੁਰੂ ਜੀ ਆਖਦੇ ਨੇ ਮਨ ਕਾ ਸੂਤਕ ਲੋਭ ਹੈ। ਲੋਭ ਨਾ ਮਨ ਦੀ ਬੁਰੀ ਆਦਤ ਹੈ। ਮਨ ਦਾ ਕੰਮ ਹੈ, ਮਨ ਲੋਭ ਕਰਦਾ। ਔਰ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣ ਦੀ ਬਹੁਤ ਵੱਡੀ ਜ਼ਰੂਰਤ ਹੈ। ਸਾਨੂੰ ਮਨ ਬਾਰੇ ਸਮਝਣਾ ਪਏਗਾ ਕਿ ਮਨ ਜੰਮਦਾ ਕਦੋਂ ਹੈ ਤੇ ਮਨ ਕਦੋਂ ਮਰਦਾ ਹੈ। ਗੁਰਬਾਣੀ ਦਾ ਹੀ ਸਿਧਾਂਤ ਹੈ ਕਿ ਇਹ ਮਨ ਪੰਜ ਤੱਤ ਤੇ ਜਨਮਾ। ਜਦੋਂ ਸਾਡੇ ਸਰੀਰ ਦੇ ਪੰਜ ਤੱਤ ਮਿਲ ਕੇ ਸਾਡੀ ਸਰੀਰ ਬਣਦਾ ਹੈ, ਉਹਨਾਂ ਪੰਜਾਂ ਤੱਤਾਂ ਦੇ ਨਾਲ ਹੀ ਸਾਡਾ ਮਨ ਜੰਮ ਜਾਂਦਾ ਹੈ। ਲੇਕਿਨ ਗੁਰਬਾਣੀ ਵਿੱਚ ਇਹ ਵੀ ਤੁਕਾਂ ਆਉਂਦੀਆਂ ਨੇ, ਕਹਿੰਦੇ ਨੇ ਸੰਨ ਕਾਰਤਿਕ ਨਾਰਿਦ ਮੁਨ ਸੇਖਾ ਤਿੰਨ ਵੀ ਤਨ ਮੈਂ ਮਨ ਨਹੀਂ ਵੇਖਾ। ਲੇਕਿਨ ਉਹਨਾਂ ਨੇ ਉਹਨਾਂ ਦੀ ਵਿਚਾਰਧਾਰਾ ਵਾਲੇ ਨੇ ਵੀ ਮਨ ਨੂੰ ਨਹੀਂ ਕੀ ਕਹਿੰਦੇ ਦੇਖਿਆ ਵੀ ਮਨ ਵੀ ਇਹਦੇ ਅੰਦਰ ਕੋਈ ਚੀਜ਼ ਹੈ। ਲੇਕਿਨ ਗੁਰਬਾਣੀ ਕਹਿੰਦੇ ਨੇ ਕਿ ਗੁਰਬਾਣੀ ਆਖਦੀ ਹੈ ਇਸ ਤਨ ਮੈਂ ਮਨ ਕੋ ਗੁਰਮੁਖ ਦੇਖਿਆ। ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਨਾ, ਸਤਿਗੁਰੂ ਜੀ ਫਿਰ ਉਸਨੂੰ ਸਮਝਾਉਂਦੇ ਹਨ ਕਿ ਭਾਈ ਤੇਰੇ ਅੰਦਰ ਨਾ ਇੱਕ ਮਨ ਹੈ ਤੇ ਤੇਰੇ ਜਿਹੜੇ ਕੀ ਕਹਿੰਦੇ ਆ ਸਾਰੇ ਤੇਰੇ ਸਰੀਰ ਦੇ ਜਿਹੜੇ ਔਗਣ ਹੈ ਉਹ ਸਰੀਰ ਨਹੀਂ ਕਰਦਾ। ਉਹ ਗੁਰਬਾਣੀ ਵਿੱਚ ਦੱਸਦੀ ਹੈ ਸਾਨੂੰ ਕਿ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ। ਅਸੀਂ ਸਿੱਖ ਵੀ ਸਾਡਾ ਕੀ ਕਹਿੰਦੇ ਸਾਡਾ ਸਰੀਰ ਨਹੀਂ ਹੁੰਦਾ। ਸਾਡਾ ਜੋ ਸਰੀਰ ਕੰਮ ਕਰ ਰਿਹਾ ਉਸਨੂੰ ਕਰਵਾ ਕੌਣ ਰਿਹਾ ਹੁੰਦਾ? ਮਨ ਹੀ ਔਗਣ ਕਰਦਾ। ਇਹ ਗੁਰਮਤਿ ਦਾ ਸਿਧਾਂਤ ਹੈ, ਇਹ ਰੱਬੀ ਹੁਕਮ ਹੈ। ਰੱਬੀ ਹੁਕਮਾਂ ਵਿੱਚ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਸ ਬੋਡੀ ਦੇ ਵਿੱਚ ਜੋ ਅੰਦਰ ਔਗਣ ਕਰਦਾ ਹੈ, ਜੋ ਲੋਭ ਕਰਦਾ ਹੈ, ਜੋ ਸਾਡੇ ਅੰਦਰ ਲੋਭ ਉਹ ਮਨ ਵਿੱਚ ਹੈ। ਮਨ ਦਾ ਸੂਤਕ ਹੈ ਲੋਭ। ਮਨ ਸਾਰੇ ਔਗਣ ਕਰਦਾ ਹੈ। ਔਰ ਅਗਰ ਮਨ ਔਗਣ ਕਰਦਾ ਹੈ ਤੇ ਅੱਛਾ ਅਗਰ ਸਰੀਰ ਸਿੱਖ ਵੀ ਅਗਰ ਸੁਰਤ ਦਾ ਧਿਆਨ ਸਾਡਾ ਸਿੱਖ ਹੈ, ਸੁਰਤ ਸਿੱਖ ਹੁੰਦੀ ਹੈ ਤੇ ਸੁਰਤ ਦਾ ਸਿਰ ਕਿਹੜਾ ਹੁੰਦਾ ਹੈ? ਅਗਰ ਗੁਰਬਾਣੀ ਸਾਨੂੰ ਇਹ ਕਹਿ ਰਹੀ ਹੈ ਕਿ ਗੁਰਬਾਣੀ ਦਾ ਸਿੱਖ ਹੈ ਸੁਰਤ ਰੂਪੀ ਸਿੱਖ ਦੀ ਗੱਲ ਗੁਰਬਾਣੀ ਆਖਦੀ ਹੈ ਤੇ ਸੁਰਤ ਰੂਪੀ ਸਿਰ ਕਿਹੜਾ ਹੁੰਦਾ ਹੈ ਜਿਹਦੇ ਉੱਪਰ ਸੁਰਤ ਦਾ ਅੰਦਰਲਾ ਭਾਗ ਕਿਹੜਾ ਹੁੰਦਾ ਹੈ ਕਿ ਉਹ ਮਨ ਦਾ ਅੰਦਰ ਕਿਹੜਾ ਹੁੰਦਾ ਹੈ ਜਿੱਥੇ ਲੋਕ ਦਿਖਦਾ ਹੈ। ਸਾਡਾ ਸਿਰ ਗੁਰਬਾਣੀ ਆਖਦੀ ਹੈ ਜਿਸਕੇ ਸਿਰ ਉੱਪਰ ਤੂੰ ਸੁਆਮੀ ਜਾਂ ਸਿਰ ਉੱਪਰ ਜਮਕਾਲ। ਇਹ ਦੋਨਾਂ ਵਿੱਚੋਂ ਚੁਆਇਸ ਸਾਡੇ ਹੱਥ ਦੇ ਵਿੱਚ ਹੈ, ਜਿਸਨੂੰ ਗੁਰਬਾਣੀ ਕਹਿੰਦੀ ਹੈ ਸਤਿਗੁਰੂ ਜੀ ਜਦੋਂ ਇੱਕ ਬੰਦਾ ਜਦੋਂ ਆਪਣੇ ਔਗਣਾਂ ਤੋਂ ਬਹੁਤ ਪਰੇਸ਼ਾਨ ਹੋ ਕੇ ਦੁੱਖਾਂ ਵਿੱਚ ਜੀਵਨ ਬਤੀਤ ਕਰਕੇ ਇੱਕ ਸਮਾਂ ਜਦੋਂ ਉਹ ਕਹਿ ਦਿੰਦਾ ਵੀ ਨਹੀਂ ਸਤਿਗੁਰੂ ਜੀ ਹੁਣ ਮੈਂ ਤੇਰੀ ਸ਼ਰਨ ਚ ਆਇਆ ਹੂੰ, ਆਇਆ ਦੂਰੋਂ ਚੱਲ ਕੇ ਮੈਂ ਹੁਣ ਤੱਕੀ ਤੋਂ ਸ਼ਰਣਾਈ ਜੀ ਮੈਂ ਤੇਰੀ ਸ਼ਰਨ ਚ ਆਇਆ। ਸਤਿਗੁਰੂ ਜੀ ਇਸਨੂੰ ਸਭ ਤੋਂ ਪਹਿਲਾਂ ਕਹਿੰਦੇ ਸਿਰ ਰੱਖ ਮੇਰੇ ਅੱਗੇ ਕਹਿੰਦੇ ਸਿਰ। ਗੁਰਬਾਣੀ ਵੀ ਸਾਨੂੰ ਆਨੰਦ ਸਾਹਿਬ ਵਿੱਚ ਵੀ ਆਖਦੇ ਨੇ, ਕਹਿੰਦੇ ਐਸਾ ਸਤਿਗੁਰ ਜੇ ਮਿਲਿਆ ਤਿਸਨੂੰ ਸਿਰ ਸੌਂਪੀਏ। ਕਿਹੜਾ ਸਿਰ ਸੌਂਪਣਾ? ਜਿਸ ਸਿਰ ਦੇ ਉੱਤੇ ਅਸੀਂ ਜਮਕਾਲ ਰੂਪੀ ਦੂਜੇ ਭਾਏ ਰੂਪੀ ਸਤਿਗੁਰੂ ਦੀ ਸਿੱਖਿਆ ਤੋਂ ਇਲਾਵਾ ਦੂਜੀ ਵਿਚਾਰਧਾਰਾ ਰੂਪੀ ਸਿਰ ਅਸੀਂ ਆਪਣੇ ਸਿਰ ਰੱਖਿਆ ਹੋਇਆ ਹੈ। ਸਰ ਜੀ ਸਤਿਗੁਰੂ ਜੀ ਸਾਨੂੰ ਸਿਰ ਨੂੰ ਸੌਂਪਣ ਨੂੰ ਆਖਦੇ। ਸਾਡੇ ਸਿਰ ਦੇ ਉੱਤੇ ਇਸ ਤਰ੍ਹਾਂ ਜਮਕਾਲ ਗੁਰਬਾਣੀ ਜੋ ਸਮਝਾ ਰਹੀ ਹੈ ਸਾਡਾ ਸਿਰ ਹੈ ਜੋ ਉਹ ਸਾਡੀ ਵਿਚਾਰਧਾਰਾ ਨੂੰ ਗੁਰਬਾਣੀ ਸਿਰ ਆਖਦੀ ਹੈ। ਕਹਿੰਦੀ ਤੁਹਾਡੇ ਵਿਚਾਰਧਾਰਾ ਰੂਪੀ ਸਿਰ ਦੇ ਉੱਤੇ ਦੋ ਗੱਲਾਂ ਹੋ ਸਕਦੀਆਂ। ਦੋ ਗੱਲਾਂ ਵਿੱਚ ਚੁਆਇਸ ਤੁਹਾਡੀ ਹੈ ਵੀ ਰੱਬੀ ਹੁਕਮ ਹੈ। ਤੂੰ ਜਿਸਕੇ ਸਿਰ ਉੱਪਰ ਤੂੰ ਸੁਆਮੀ, ਉਸ ਸੁਆਮੀ ਪ੍ਰਮਾਤਮਾ ਉਸ ਸਤਿਗੁਰੂ ਜੀ ਦੀ ਸਿੱਖਿਆ ਨੂੰ ਰੱਖਣਾ ਹੈ ਆਪਣੀ ਵਿਚਾਰਧਾਰਾ ਦੇ ਵਿੱਚ, ਆਪਣੀ ਸੁਰਤ ਦੇ ਧਿਆਨ ਵਿੱਚ।
ਜਾਂ ਤੂੰ ਆਪਣੀ ਸੁਰਤ ਦੇ ਧਿਆਨ ਰੂਪ ਜਮ ਕਾਲ ਰੂਪੀ ਦੂਜੀ ਵਿਚਾਰਧਾਰਾ ਦੀ ਮੱਤ ਨੂੰ ਰੱਖਣਾ। ਇਹ ਦੋਨਾਂ ਦੇ ਵਿੱਚ ਚੁਆਇਸ ਸਾਡੀ ਹੈ। ਕਹਿੰਦੇ ਨੇ ਮਨਮੁਖ ਨੇ ਕੀ ਕੀਤਾ ਹੋਇਆ, ਉਸ ਮਨ ਨੇ ਕੀ ਕੀਤਾ ਜਿਸਨੇ ਆਪਣੇ ਅੰਦਰ ਲੋਭ ਵਸਾ ਲਿਆ। ਜਿਹਦੇ ਅੰਦਰ ਲੋਭ ਹੈ ਉਸਨੇ ਹੁਕਮ ਨੂੰ ਨਹੀਂ ਬੁੱਝਿਆ, ਹੁਕਮ ਨੂੰ ਨਹੀਂ ਬੁੱਝਣ ਕਰਕੇ ਉਸਨੇ ਆਪਣੇ ਅੰਦਰ ਲੋਭ ਵਸਾਇਆ। ਉਸਨੇ ਇਹ ਵਾਲੀ ਚੁਆਇਸ ਪਸੰਦ ਕੀਤੀ ਰੱਬ ਦੀ ਕਿ ਮੈਂ ਆਪਣੇ ਸਿਰ ਦੇ ਉੱਤੇ ਜਮ ਕਾਲ ਰੂਪੀ ਅਨਮਤੀਆਂ ਦੀ ਵਿਚਾਰਧਾਰਾ, ਜਿਸ ਵਿੱਚ ਲੋਭ ਹੋਰ ਲੋਭ ਤੇ ਜਾਂ ਹੋਰ ਕੀ ਕਹਿੰਦੇ ਆ ਕਾਮ ਕ੍ਰੋਧ ਮੋਹ ਹੰਕਾਰ ਜਾਂ ਹੋਰ ਵਿਕਾਰਾਂ ਰੂਪੀ ਵਿਚਾਰ ਮੈਨੂੰ ਪਸੰਦ ਆ ਰਹੀ ਹੈ ਤੇ ਮੈਂ ਉਹਦੇ ਵਿੱਚ ਹੀ ਜੀਵਨ ਬਤੀਤ ਕਰਨਾ। ਜਿਹੜਾ ਮਨਮੁਖ ਆਪਣੇ ਸਿਰ ਦੇ ਉੱਤੇ ਵਿਕਾਰਾਂ ਵਾਲੇ ਜਮਕਾਲ ਨੂੰ ਆਪਣੇ ਸਿਰ ਦੇ ਉੱਤੇ ਟਿਕਾ ਲੈਂਦਾ, ਆਪਣੀ ਵਿਚਾਰਧਾਰਾ ਵਿੱਚ ਸਮਾਪਤ ਕਰ ਵਿਚਾਰਧਾਰਾ ਵਿੱਚ ਸਮਾ ਲੈਂਦਾ ਹੈ। ਸਤਿਗੁਰੂ ਜੀ ਕਹਿੰਦੇ ਠੀਕ ਹੈ, ਤੂੰ ਜਮਕਾਲ ਰੂਪੀ ਵਿਚਾਰਧਾਰਾ ਨੂੰ ਪਸੰਦ ਕਰ ਸਕਦਾ ਹੈ, ਪਰ ਤੂੰ ਹੁਣ ਇਹ ਜੋ ਪਸੰਦ ਕੀਤਾ ਹੈ ਇਹਦੇ ਨਾਲ ਤੈਨੂੰ ਕੀ ਹੋਏਗਾ, ਤੇਰਾ ਮਨ ਨਹੀਂ ਪਵਿੱਤਰ ਹੋਏਗਾ। ਜਿਸ ਨੂੰ ਗੁਰਬਾਣੀ ਪਿੱਛੇ ਵੀ ਬੋਲ ਕੇ ਆ ਰਹੀ ਹੈ ਉਹਦੇ ਵਿੱਚ ਕੀ ਹੋਏਗਾ, ਤੇਰੀ ਮੇਰੀ ਕਰਤ ਵਿੱਚ ਤੇਰਾ ਜੀਵਨ ਬਤੀਤ ਹੋਏਗਾ। ਤੇਰਾ ਜੀਵਨ ਸਹਿਜੇ ਵਿੱਚ ਨਹੀਂ ਆਏਗਾ। ਤੂੰ ਜਿਵੇਂ ਪਿੱਛੇ ਸਤਿਗੁਰੂ ਜੀ ਗੁਰਮੁਖ ਵਾਲਾ ਜੀਵਨ ਕੀ ਕਹਿੰਦੇ ਐਕਸਪਲੇਨ ਕਰਕੇ ਗਏ ਇਸੇ ਸ਼ਬਦ ਦੇ ਵਿੱਚ, ਇਹ ਮਨ ਨਿਰਮਲ ਹਉਮੈ ਮਾਰੀ, ਕਹਿੰਦੇ ਨਹੀਂ ਮਰੇਗੀ ਤੈਨੂੰ ਤੇਰੇ ਆਉਣ ਵਾਲਾ ਪੂਰਾ ਜੀਵਨ, ਜਿਸ ਨੂੰ ਸਤਿਗੁਰੂ ਜੀ ਇੱਥੇ ਆਖ ਰਹੇ ਹਨ ਇੱਥੇ ਕਮਾਣਾ। ਇੱਥੇ ਅਸੀਂ ਕੀ ਕਮਾਇਆ, ਇੱਥੇ ਅਸੀਂ ਇਹ ਚੁਆਇਸ ਕਰ ਲਈ, ਦੋ ਹੁਕਮਾਂ ਵਿੱਚੋਂ ਅਸੀਂ ਇੱਕ ਹੁਕਮ ਚੂਜ਼ ਕਰ ਲਿਆ ਕਿ ਅਸੀਂ ਸਤਿਗੁਰੂ ਦੀ ਵਿਚਾਰਧਾਰਾ ਨੂੰ, ਜਿਸ ਨੂੰ ਗੁਰਬਾਣੀ ਆਖਦੀ ਹੈ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਅਸੀਂ ਆਪਣੀ ਵਿਚਾਰਧਾਰਾ ਰੂਪੀ ਸਿਰ ਦੇ ਵਿੱਚ ਸਤਿਗੁਰੂ ਦੀ ਸਿੱਖਿਆ ਨੂੰ ਨਹੀਂ ਪਸੰਦ ਕੀਤਾ। ਅਸੀਂ ਆਪਣੀ ਵਿਚਾਰਧਾਰਾ ਰੂਪੀ ਸਿਰ ਦੇ ਵਿੱਚ ਅਨਮਤੀਆਂ ਦੇ ਵਿਚਾਰਾਂ ਨੂੰ ਪਸੰਦ ਕਰਕੇ ਉਸਨੂੰ ਅਸੀਂ ਬੋਲ ਦਿੱਤਾ ਇੱਥੇ ਕਮਾਣਾ। ਇੱਥੇ ਅਸੀਂ ਕੀ ਚੁਆਇਸ ਕੀਤੀ, ਦੋ ਹੁਕਮਾਂ ਵਿੱਚੋਂ ਅਸੀਂ ਅਨਮਤੀਆਂ ਦੇ ਵਿਚਾਰਾਂ ਨੂੰ ਪਸੰਦ ਕਰ ਲਿਆ। ਸਾਡੇ ਆਉਣ ਵਾਲੇ ਸਾਰੇ ਜੀਵਨ ਵਿੱਚ ਸਾਡਾ ਮਨ ਨਿਰਮਲ ਨਹੀਂ ਹੋਏਗਾ, ਸਾਡੀ ਹਉਮੈ ਨਹੀਂ ਮਰੇਗੀ, ਸਾਡੀ ਮੇਰੀ ਕਰਤ ਵਿੱਚ ਸਾਡੀ ਉਮਰ ਬਤੀਤ ਕੀਤੇਗੀ। ਇਹ ਕੀਤਾ ਕਦੋਂ ਅਸੀਂ, ਇਸ ਸਮੇਂ ਇੱਥੇ ਕਮਾਣਾ, ਐਸੇ ਕਮਾਣਾ ਨੂੰ ਅਸੀਂ ਇਹ ਸਮਾਂ ਸੀ, ਇਸ ਸਮੇਂ ਵਿੱਚ ਅੰਤ ਵਾਲਾ ਸਮਾਂ ਪ੍ਰੈਜ਼ੈਂਟ ਜੋ ਅਸੀਂ ਡਿਸੀਜ਼ਨ ਲਿੱਤਾ, ਇਹ ਡਿਸੀਜ਼ਨ ਕੀ ਲਿੱਤਾ, ਅਸੀਂ ਜਮਕਾਲ ਵਾਲੀ ਮੱਤ ਨੂੰ ਆਪਣੇ ਸਿਰ ਦੇ ਵਿੱਚ ਟਿਕਾਇਆ। ਕਹਿੰਦੇ ਹੁਣ ਤੂੰ ਕੁਝ ਨਹੀਂ ਕਰ ਸਕਦਾ, ਹੁਣ ਤੂੰ ਇਸ ਤੋਂ ਬਾਅਦ ਤੇਰੀ ਜ਼ਿੰਦਗੀ, ਤੂੰ ਇਹ ਵਾਲਾ ਡਿਸੀਜ਼ਨ ਲੈ ਲਿਆ, ਹੁਣ ਤੇਰੀ ਜ਼ਿੰਦਗੀ ਮੇਰੀ ਕਰਤ ਵਿੱਚ ਬਿਹਾਏਗੀ, ਤੇਰੀ ਹਉਮੈ ਵੀ ਨਹੀਂ ਮਰੇਗੀ, ਤੇਰੀ ਗੁਰਮੁਖ ਵਾਂਗ ਪਿਛਲੀਆਂ ਤੁਕਾਂ ਦੇ ਵਿੱਚ ਨਾ ਤੂੰ ਤੇਰਾ ਸ਼ਬਦ ਦੀ ਵਿਚਾਰ ਨਹੀਂ ਕੀਤੀ, ਇਸ ਲਈ ਤੇਰੇ ਸਾਰੀ ਜ਼ਿੰਦਗੀ ਮਾਇਆ ਵਿੱਚ ਬਤੀਤ ਹੋਏਗੀ। ਭਾਵ ਦੂਜੇ ਭਾਏ ਰੂਪੀ ਜਮਕਾਲ ਨੇ ਤੈਨੂੰ ਇਸ ਸਮੇਂ ਮਾਰ ਦਿੱਤਾ ਹੈ, ਹੁਣ ਤੂੰ ਕੁਝ ਨਹੀਂ ਕਰ ਸਕਦਾ। ਹੁਣ ਤੇਰੀ ਜ਼ਿੰਦਗੀ ਹਉਮੈ ਵਿੱਚ, ਮੇਰੀ ਕਰਤ ਦੇ ਵਿੱਚ ਔਰ ਇਹਦੇ ਵਿੱਚ ਦੁੱਖਾਂ ਦੇ ਵਿੱਚ ਹੀ ਬਤੀਤ ਹੋਵੇਗੀ। ਅੱਛਾ, ਅਸੀਂ ਇੱਕ ਗੱਲ ਹੋਰ ਕਰ ਲਈਏ, ਗੁਰਬਾਣੀ ਜੋ ਕਹਿ ਰਹੀ ਹੈ ਸਜ਼ਾ ਮਿਲੇਗੀ ਮਰਨ ਤੋਂ ਬਾਅਦ। ਮਰਨ ਦਾ ਸਾਡਾ ਸਰੀਰ ਹੈ, ਸਾਰੀ ਜ਼ਿੰਦਗੀ ਸਾਡੇ ਮਨ ਨੇ ਔਗਣ ਕੀਤੇ ਹਨ, ਮਨ ਹੀ ਸਾਡੇ, ਇਹ ਕੌਣ ਦੱਸ ਰਿਹਾ, ਇਹ ਅੰਦਰ ਬੈਠੀ ਆਤਮਾ ਰੂਪੀ ਪਰਮਾਤਮਾ, ਹੁਕਮਾ ਰੂਪੀ ਰੱਬ ਇਹ ਦੱਸ ਰਿਹਾ ਹੈ ਕਿ ਤੇਰੇ ਜਦੋਂ ਤੂੰ ਜੋ ਕਰਦਾ ਹੈ ਤੈਨੂੰ ਉਹਦਾ ਰਿਜ਼ਲਟ ਉਸੇ ਟਾਈਮ ਤੈਨੂੰ ਉਹਦੀ ਸਜ਼ਾ ਮਿਲੇਗੀ। ਉਹਦੀ ਸਜ਼ਾ ਦੇਣ ਦਾ ਢੰਗ ਤਰੀਕਾ ਸਤਿਗੁਰੂ ਜੀ ਦਾ ਅਲੱਗ ਹੈ। ਲੇਕਿਨ ਅਸੀਂ ਇੱਕ ਗੱਲ ਸੋਚ ਲਈਏ ਕਿ ਜਦੋਂ ਸਾਡੀ ਸਰੀਰਕ ਮੌਤ ਹੁੰਦੀ ਹੈ, ਸਾਡੇ ਜਿਸ ਪੰਜ ਤੱਤਾਂ ਨਾਲ ਸਾਡਾ ਸਰੀਰ ਬਣਦਾ ਹੈ, ਪੰਜ ਤੱਤ ਤਾਂ ਫਿਰ ਪੰਜਾਂ ਤੱਤਾਂ ਵਿੱਚ ਮਿਲ ਜਾਂਦੇ ਆ ਤੇ ਉਸ ਸਮੇਂ ਮਨ ਜਿਹੜਾ ਪੰਜ ਤੱਤਾਂ ਦੇ ਨਾਲ ਜਨਮ ਲੈਂਦਾ ਹੈ, ਜਿਸਨੇ ਸਾਰੀ ਜ਼ਿੰਦਗੀ ਔਗਣ ਕੀਤੇ ਹੁੰਦੇ ਹਨ, ਸਾਰੀ ਜ਼ਿੰਦਗੀ ਮਨ ਬੁਰੇ ਕੰਮ ਕਰਦਾ ਹੈ, ਸਾਰੀ ਜ਼ਿੰਦਗੀ ਮਨ ਆਪਣੀ ਮਨ ਦੀ ਮੱਤ ਮੁਤਾਬਕ, ਮਨ ਦੀ ਮੱਤ ਨੂੰ ਵੀ ਗੁਰਬਾਣੀ ਜਮਕਾਲ ਕਹਿ ਰਹੀ ਹੈ। ਮਨ ਜਮਾਂ ਦੇ ਵਿੱਚ ਬਤੀਤ ਕੀਤੀ ਮਨ ਨੇ ਆਪਣੀ ਜ਼ਿੰਦਗੀ। ਆਤਮਾ ਨੇ ਤਾਂ ਜ਼ਿੰਦਗੀ ਬਤੀਤ ਹੀ ਨਹੀਂ ਕੀਤੀ, ਆਤਮਾ ਨੇ ਤਾਂ ਅਵਗੁਣ ਕੀਤਾ ਹੀ ਨਹੀਂ। ਆਤਮਾ ਤਾਂ ਅੰਦਰ ਬੈਠੀ ਵੇਖ ਰਹੀ ਸੀ ਕਿ ਮਨ ਕੀ ਕੰਮ ਕਰ ਰਿਹਾ ਹੈ। ਸਾਡਾ ਸਰੀਰ ਨਾਸ਼ ਹੋਇਆ, ਸਾਡੇ ਸਰੀਰ ਦੇ ਨਾਲ ਮਨ ਵੀ ਖਤਮ ਹੋ ਗਿਆ। ਹੁਣ ਆਤਮਾ ਇਹ ਦੇਖ ਰਹੀ ਸੀ ਵੀ ਮਨ ਨੇ ਸਾਰੀ ਉਮਰ ਕਿਹੜੇ ਔਗਣ ਕੀਤੇ ਤੇ ਉਸੇ ਅਕੋਰਡਿੰਗ ਅੰਦਰ ਬੈਠੀ ਆਤਮਾ ਰੂਪੀ ਸਤਿਗੁਰੂ ਜੀ ਨੇ ਮਨ ਨੂੰ ਨਾਲ ਦੀ ਨਾਲ ਸਜ਼ਾ ਦਿੱਤੀ। ਹੁਣ ਜਦੋਂ ਸਾਡਾ ਪੰਜ ਭੂਤਕ ਸਰੀਰ ਨਾਸ਼ ਹੋ ਜਾਂਦਾ ਹੈ, ਮਨ ਵੀ ਖਤਮ ਹੋ ਜਾਂਦਾ ਹੈ, ਸੁਰਤ ਵੀ ਖਤਮ ਹੋ ਜਾਂਦੀ, ਰਹਿ ਕੀ ਜਾਂਦਾ ਹੈ ਆਤਮਾ। ਆਤਮਾ ਕੀ ਆਪਣੇ ਆਤਮਾ ਹੀ ਪਰਮਾਤਮਾ ਕੀ। ਆਤਮਾ ਨੇ ਤਾਂ ਕੋਈ ਬੁਰੇ ਕੰਮ ਕੀਤੇ ਨਹੀਂ ਸਾਰੀ ਜ਼ਿੰਦਗੀ ਕੰਮ ਤਾਂ ਕੀਤੇ ਮਨ ਨੇ, ਔਗਣ ਤਾਂ ਮਨ ਕੀਤੇ। ਗੁਰਬਾਣੀ ਦਾ ਸਿਧਾਂਤ ਹੈ ਮਨ ਜਾਣਤ ਸਬਾਦ ਜਾਣਤ ਦੀ ਔਗਣ ਕਰੇ, ਔਗਣ ਕੀਤੇ ਮਨ। ਲੇਕਿਨ ਅਨੁਮਤੀਆਂ ਦੀ ਵਿਚਾਰਧਾਰਾ ਕੀ ਹੈ ਕਿ ਜਦੋਂ ਸਰੀਰ ਨਾਸ਼ ਹੁੰਦਾ ਉਸ ਤੋਂ ਬਾਅਦ ਆਤਮਾ ਨੂੰ ਪਕੜ ਕੇ ਲੈ ਜਾਂਦੇ ਆ ਜਮਕਾਲ ਤੇ ਉਸ ਨੂੰ ਸਜ਼ਾ ਮਿਲੇਗੀ। ਕੰਮ ਔਗਣ ਕਰ ਰਿਹਾ ਮਨ, ਸਜ਼ਾ ਮਿਲੇਗੀ ਆਤਮਾ ਨੂੰ। ਇਹ ਗੁਰਮਤਿ ਦੀ ਫਿਲਾਸਫੀ ਨਹੀਂ ਹੈ।
ਜਿਸਨੂੰ ਜੋ ਕੰਮ ਬੁਰੇ ਕੰਮ ਕਰਦਾ ਹੈ, ਗੁਰਬਾਣੀ ਕਹਿੰਦੀ ਸਦਾ ਉਸੇ ਨੂੰ ਹੀ ਮਿਲੇਗੀ। ਮਨ ਬੁਰੇ ਕੰਮ ਕਰਦਾ ਹੈ, ਮਨ ਔਗੁਣ ਕਰਦਾ ਹੈ, ਤੇ ਮਨ ਸਤਿਗੁਰੂ ਜੀ ਆਤਮਾ ਰੂਪ ਵਿੱਚ ਅੰਦਰ ਉਸਦੇ ਮਨ ਨੂੰ ਨਾਲ ਦੇ ਨਾਲ ਸਜ਼ਾ ਮਿਲਦੀ ਜਾਂਦੀ ਹੈ। ਮਰਨ ਤੋਂ ਬਾਅਦ ਮਨ ਨਾਸ਼ ਹੋ ਜਾਂਦਾ ਹੈ, ਮਨ ਅੱਗੇ ਨਹੀਂ ਜਾਂਦਾ। ਆਤਮਾ ਤੇ ਤਾਂ ਪੂਰੀ ਜ਼ਿੰਦਗੀ ਇੱਕ ਵੀ ਬੁਰਾ ਕੰਮ ਨਹੀਂ ਕੀਤਾ। ਆਤਮਾ ਰੂਪੀ ਪ੍ਰਮਾਤਮਾ ਤਾਂ ਸਗੋਂ ਮਨ ਨੂੰ ਦੇਖਦਾ ਹੈ, ਅੰਦਰ ਬੈਠਾ। ਹਰ ਜੀਉ ਅੰਦਰ ਬੈਠਾ ਵੇਖੈ, ਹੁਕਮ ਹੈ ਨਾਨਕ ਹੁਕਮੈ ਅੰਦਰ ਵੇਖੈ। ਅੰਦਰ ਬੈਠ ਕੇ ਆਤਮਾ ਰੂਪੀ ਪ੍ਰਮਾਤਮਾ, ਆਤਮਾ ਵਾਸੁਦੇਵਸ, ਆਤਮਾ ਰਾਮ ਦਾ ਦੇਖਦਾ ਹੈ ਮਨ ਨੂੰ। ਤੇ ਮਰਨ ਤੋਂ ਬਾਅਦ ਆਤਮਾ ਨੂੰ ਕਿਸ ਤਰ੍ਹਾਂ ਸਜ਼ਾ ਮਿਲ ਸਕਦੀ ਹੈ? ਆਤਮਾ ਤਾਂ ਖੁਦ ਪ੍ਰਮਾਤਮਾ ਹੈ, ਆਤਮਾ ਤਾਂ ਖੁਦ ਰਾਮ ਹੈ। ਆਤਮਾ ਤਾਂ ਦੇਖ ਰਹੀ ਹੈ ਮਨ ਨੂੰ। ਆਤਮਾ ਨੂੰ ਮਰਨ ਤੋਂ ਬਾਅਦ ਸਜ਼ਾ ਨਹੀਂ ਮਿਲਦੀ, ਇਹ ਗੁਰਮਤਿ ਦਾ ਸਿਧਾਂਤ ਨਹੀਂ ਹੈ। ਆਤਮਾ ਬਾਅਦ ਅੱਛਾ ਸਰੀਰ ਦਾ ਅੰਤਕਾਲ ਹੋਇਆ ਹੁੰਦਾ, ਆਤਮਾ ਦਾ ਅੰਤਕਾਲ ਨਹੀਂ ਹੁੰਦਾ ਸਰੀਰ ਦੇ ਨਾਲ। ਜਦੋਂ ਆਤਮਾ ਦਾ ਅੰਤਕਾਲ ਹੋਏਗਾ, ਜੇ ਅਸੀਂ ਮੰਨ ਲਈਏ ਕਿ ਇੱਕ ਜਗ੍ਹਾ ਤੇ ਬਾਅਦ ਦੇ ਵਿੱਚ ਪ੍ਰਮਾਤਮਾ ਬੈਠਾ ਹੈ, ਤੇ ਉਹ ਜਦੋਂ ਸਾਡਾ ਅੰਤਕਾਲ ਹੋਇਆ, ਅੰਤਕਾਲ ਤਾਂ ਪੰਜ ਪੁੱਤਕ ਸਰੀਰ ਦਾ ਹੋਇਆ, ਆਤਮਾ ਦਾ ਅੰਤਕਾਲ ਤਾਂ ਹੋਈ ਨਹੀਂ। ਤੇ ਜਦੋਂ ਆਤਮਾ ਮਰੇਗੀ ਉਦੋਂ ਜਾਏਗੀ। ਜੇ ਅਸੀਂ ਅਨਮਤੀ ਵਿਚਾਰਾਂ ਨੂੰ ਵੀ ਮੰਨ ਲਈਏ ਤਾਂ ਆਤਮਾ ਤਾਂ ਮਰਦੀ ਨਹੀਂ ਸਰੀਰ ਦੇ ਨਾਲ, ਉਹ ਤਾਂ ਰਹਿੰਦੀ ਹੈ। ਫਿਰ ਜਦੋਂ ਆਤਮਾ ਮਰੇਗੀ ਤਾਂ ਉਹ ਜਾਏਗੀ ਨਾ ਪ੍ਰਮਾਤਮਾ ਕੋਲ। ਤਾਂ ਮਤਲਬ ਆਤਮਾ ਕਦੇ ਮਰੀ ਹੀ ਨਹੀਂ। ਆਤਮਾ ਹੀ ਪ੍ਰਮਾਤਮਾ ਹੈ। ਗੁਰਬਾਣੀ ਆਖਦੀ ਹੈ ਆਤਮਾ ਹੀ ਰਾਮ ਹੈ, ਸਭ ਆਤਮ ਰਾਮ ਪਸਾਰਿਆ ਸੁਆਮੀ। ਆਤਮਾ ਹੀ ਅੰਦਰ ਬੈਠ ਕੇ ਕਰਮੀ ਹੋਏ ਵਿਚਾਰ ਰੂਪੀ ਕੇ ਨੇੜੇ ਕੇ ਨੂਰ, ਅੰਦਰ ਬੈਠੇ ਆਤਮਾ ਰੂਪੀ ਸੱਚ ਧਰਮ ਹੀ ਦੇਖ ਰਿਹਾ ਮਨ ਨੂੰ। ਔਰ ਆਤਮਾ ਨਾਲ ਦੀ ਨਾਲ ਜੱਜ ਕਰਦੀ ਰਹਿੰਦੀ ਹੈ ਕਿ ਮਨ ਕੀ ਕੰਮ ਕਰ ਰਿਹਾ। ਮਨ ਨੂੰ ਅਗਰ ਬੁਰੇ ਕੰਮ, ਮਨ ਨੂੰ ਸਦਾ ਨਾਲ ਦੇ ਨਾਲ ਮਿਲਦੀ ਰਹਿੰਦੀ ਹੈ। ਉਹ ਮੇਰੀ ਕਰਤ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ। ਉਹ ਉਸ ਮਨ ਦੀ ਹਉਮੈ ਨਹੀਂ ਜਾਂਦੀ। ਉਹ ਮਨ ਮਾਇਆ ਦੇ ਵਿਚਾਰਾਂ ਵਿੱਚ ਹੀ ਪੂਰੀ ਜ਼ਿੰਦਗੀ ਬਤੀਤ ਕਰਦਾ ਤੇ ਦੁੱਖ ਪਾਉਂਦਾ ਹੈ। ਮਨ ਹੀ ਸਾਰੇ ਕੰਮ ਗਲਤ ਕੰਮ ਕਰਦਾ ਔਰ ਮਨ ਨੂੰ ਹੀ ਸਜ਼ਾ ਮਿਲਦੀ ਹੈ। ਪੰਜ ਪੁੱਤਕ ਸਰੀਰ ਦੇ ਨਾਲ ਮਨ ਹੀ ਵੀ ਖਤਮ ਹੋ ਜਾਂਦਾ ਹੈ। ਉਸ ਤੋਂ ਬਾਅਦ ਮਨ ਨਹੀਂ ਜਾਂਦਾ। ਕਿ ਕੌਣ ਗਾਇਬ ਦਾ ਸਾਨੂੰ ਇਹ ਸਭ ਗੱਲਾਂ ਦੱਸ ਰਿਹਾ? ਇਹ ਆਤਮਾ ਰੂਪੀ ਪ੍ਰਮਾਤਮਾ ਦੱਸ ਰਿਹਾ ਹੈ। ਹਾਂਜੀ ਵੀਰ ਜੀ एक मिनट। मन, हाँ जी, मन और बुद्धि है, दोनों अलग अलग चीज है कि मन वही बुद्धि है? बुद्धि जीओ जी कोई चीज हैगी कि मन ही मन है? ਭੈਣ ਜੀ, ਜਦੋਂ ਸ਼ਰਮ ਖੰਡ ਦੇ ਵਿੱਚ ਜਦੋਂ ਸੁਰਤ ਦਾ ਜਿਸ ਜਗ੍ਹਾ ਤੇ ਧਿਆਨ ਲੱਗ ਜਾਂਦਾ ਤੇ ਸੁਰਤ ਨੂੰ ਮੱਤ ਪ੍ਰਾਪਤ ਹੁੰਦੀ ਹੈ। ਗੁਰਬਾਣੀ ਆਖਦੀ ਹੈ ਤਿੱਥੈ ਘੜੀਐ ਸੁਰਤ ਮੱਤ। ਸੁਰਤ ਦੇ ਵਿੱਚ ਮੱਤ ਪ੍ਰਗਟ ਹੁੰਦੀ ਹੈ ਕਦੋਂ? ਜਦੋਂ ਸੁਰਤ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਗਿਆਨ ਖੰਡ ਰੂਪੀ ਅਵਸਥਾ ਵਿੱਚ ਸਤਿਗੁਰੂ ਤੋਂ ਗਿਆਨ ਲੈਂਦੀ ਹੈ, ਤਾਂ ਉਸ ਗਿਆਨ ਤੇ ਚੱਲ ਕੇ ਸੁਰਤ ਦੇ ਵਿੱਚ ਤਾਂ ਮੱਤ ਪ੍ਰਗਟ ਹੁੰਦੀ ਹੈ। ਤੇ ਜਦੋਂ ਮਨ ਵੀ ਉਹ ਗਿਆਨ ਨੂੰ, ਸਤਿਗੁਰੂ ਦੀ ਮੱਤ ਨੂੰ ਮੰਨ ਲੈਂਦਾ, ਜਿਸ ਨੂੰ ਕਹਿੰਦੇ ਨੇ ਕਹੋ ਕਬੀਰ ਮਨ ਮਾਨਿਆ। ਜਦੋਂ ਮਨ ਵੀ ਸਤਿਗੁਰੂ ਦੀ ਗਿਆਨ ਦੇ ਵੀ ਸਤਿਗੁਰੂ ਦੀ ਮੱਤ ਵਿੱਚ ਮੰਨ ਜਾਂਦਾ ਤੇ ਮਨ ਵਿੱਚ ਬੁੱਧ ਪ੍ਰਗਟ ਹੁੰਦੀ ਹੈ। ਤੇ ਬੁੱਧ ਪ੍ਰਗਟ ਹੋਣ ਦਾ ਤਰੀਕਾ ਵੀ ਗੁਰਬਾਣੀ ਵਿੱਚ ਦੱਸਿਆ ਗਿਆ। ਸਿੱਧੀ ਤੇ ਬੁੱਧ ਪਾਈ ਵਾਲੇ ਸ਼ਬਦ ਦੇ ਵਿੱਚ ਐਕਸਪਲੇਨ ਕੀਤਾ ਗਿਆ। ਸ਼ਰਮ ਖੰਡ ਦੀ ਅਵਸਥਾ ਹੈ ਕਿ ਸੁਰਤ ਦੇ ਵਿੱਚ ਮੱਤ ਪ੍ਰਗਟ ਹੁੰਦੀ ਹੈ। ਤੇ ਜਦੋਂ ਮਨ ਸੁਰਤ ਦੀ ਉਸ ਮੱਤ ਨੂੰ ਮੰਨਣ ਲੱਗ ਜਾਂਦਾ, ਪੂਰਨ ਤੌਰ ਤੇ ਉਹਦਾ ਮਨ ਸਤਿਗੁਰੂ ਦੀ ਮੱਤ ਵਿੱਚ ਮੰਨ ਜਾਂਦਾ ਤੇ ਉਸੀ ਅਵਸਥਾ ਨੂੰ ਮਨ ਦੇ ਵਿੱਚ ਬੁੱਧ ਵਾਲੀ ਅਵਸਥਾ ਪ੍ਰਗਟ ਆਖਦੀ। ਔਰ ਇਸ ਅਵਸਥਾ ਨੂੰ ਜਪਜੀ ਸਾਹਿਬ ਸ਼ਰਮ ਖੰਡ ਆਖਦੇ ਜੀ। ਬੜਾ ਔਖਾ ਵਿਸ਼ਾ। ਰਵਿੰਦਰ ਵੀਰ ਜੀ ਕੁਝ ਬੋਲਣਾ ਚਾਹੁੰਦੇ ਨੇ। ਰਵਿੰਦਰ ਵੀਰ ਜੀ। ਜੀ ਪ੍ਰਦੀਪ ਜੀ। ਰਵਿੰਦਰ ਸਿੰਘ ਬੋਲੇ। ਵੀਰ ਜੀ, ਆਪ ਜੀ ਸੁਖਿੰਦਰ ਜੀ ਹੁਣ ਐਕਸਪਲੇਨ ਕਰ ਰਹੇ ਸਨ ਕਿ ਜਦ ਸਾਡਾ ਸਰੀਰ ਦਾ ਮਤਲਬ ਮੌਤ ਹੋ ਜਾਂਦੀ ਹੈ ਤੇ ਉਹਦੇ ਨਾਲ ਸਾਡਾ ਮਨ ਵੀ ਮਰ ਜਾਂਦਾ ਹੈ। ਤੇ ਇਹਦਾ ਮਤਲਬ ਹੈ ਕਿ ਮਨ ਵੀ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਅਸੀਂ ਪਿਛਲੇ ਵਾਰ ਵਿਚਾਰ ਕਰਦੇ ਆ ਰਹੇ ਹਾਂ ਦਿਨਾਂ ਤੋਂ ਕਿ ਮਨ ਤੇ ਵਿਚਾਰਾਂ ਦਾ ਸੰਗ੍ਰਹਿ ਹੈ। ਤੇ ਮਤਲਬ ਜਾਂ ਤੇ ਵਿਚਾਰਾਂ ਦਾ ਸੰਗ੍ਰਹਿ ਹੈ ਜਾਂ ਕੋਈ ਪੰਜ ਤੱਤਾਂ ਦਾ ਬਣਿਆ ਹੋਇਆ ਕੋਈ ਐਸਾ ਆਰਗਨ ਹੈ। ਇਹਦੇ ਬਾਰੇ ਐਕਸਪਲੇਨ ਕਰੋ ਵੀਰ ਜੀ। ਮੈਂ ਜਦੋਂ ਹੁਣ ਗੱਲ ਕਰ ਰਿਹਾ ਸੀ ਤੇ ਮੈਂ ਗੱਲ ਕੀਤੀ ਸੀ, ਸਤਿਗੁਰੂ ਜੀ ਸਾਨੂੰ ਇਹ ਕਹਿੰਦੇ ਨੇ ਕਿ ਇਹ ਮਨ ਪੰਜ ਤੱਤ ਤੇ ਜਨਮਾ। ਇਹ ਮਨ ਜਦੋਂ ਪੰਜ ਤੱਤ ਬਣਦੇ ਹਨ ਉਦੋਂ ਇਹਦਾ ਜਨਮ ਹੁੰਦਾ, ਲੇਕਿਨ ਇਹ ਪੰਜ ਤੱਤ ਦਾ ਬਣਿਆ ਹੋਇਆ ਨਹੀਂ ਹਨ। ਇਹ ਕਿਤੇ ਵੀ ਮੈਂ ਵੀ ਨਹੀਂ ਕਿਹਾ, ਨਾ ਗੁਰਬਾਣੀ ਆਖਦੀ ਹੈ। ਗੁਰਬਾਣੀ ਕਹਿੰਦੀ ਹੈ ਸਾਡੇ ਅੰਦਰ ਜਿਹੜੀ ਸੁਰਤ ਵੀ ਹੈ, ਸੁਰਤ ਵੀ ਕੋਈ ਆਰਗਨ ਨਹੀਂ ਹੈ, ਮਨ ਵੀ ਕੋਈ ਆਰਗਨ ਨਹੀਂ ਹੈ। ਲੇਕਿਨ ਇਹ ਸੁਰਤ ਕਦੋਂ ਪ੍ਰਗਟ ਹੁੰਦੀ ਹੈ? ਗੁਰਬਾਣੀ ਵਿੱਚ ਵੀ ਸਭ ਕੁਝ ਦੱਸਿਆ ਹੋਇਆ। ਸ਼ੁਰੂ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਅਰਥ ਹੈ, ਕਹਿੰਦੇ ਏਕਾ ਸੁਰਤ ਚੇਤੇ ਹੈ ਜੀ, ਸੁਰਤ ਵਿਹੂਣਾ ਕੋਏ ਨਾ ਕੀ। ਅਗਲੀ ਤੁਕ ਦੇਖੋ, ਜੇ ਹੀ ਸੁਰਤ
ਤੇਹਾ ਤਿਨ ਰਾਹ, ਜਿਹੋ ਜਿਹੀ ਸੁਰਤ ਆਪਣਾ ਧਿਆਨ ਜਿੱਥੇ ਟਿਕਾਏਗੀ ਉਸ ਬੰਦੇ ਦੀ ਕਿਸਮਤ, ਉਸ ਬੰਦੇ ਦੀ ਡੈਸਟਨੀ ਉਹੀ ਰਹੇਗੀ। ਇਹ ਗੁਰਬਾਣੀ ਦਾ ਸਿਧਾਂਤ ਹੈ, ਰੱਬੀ ਹੁਕਮ ਹੈ। ਸੁਰਤ ਹਰੇਕ ਦੇ ਅੰਦਰ ਹੈ। ਭਾਵ ਸੁਰਤ ਦਾ ਭਾਵ ਹੁੰਦਾ ਹੈ ਕਿ ਤੁਸੀਂ ਧਿਆਨ ਕਿਤੇ ਲਗਾ ਸਕਦੇ ਹੋ। ਜੇ ਰੱਬ ਨੇ ਇੱਕ ਸਾਡੇ ਅੰਦਰ ਇਹ ਵਾਲੀ ਇੱਕ ਗੁਣ ਪਾਇਆ ਕਿ ਹਰ ਬੋਡੀ ਦੇ ਅੰਦਰ ਸਾਡੇ ਅੰਦਰ ਇੱਕ ਧਿਆਨ ਦਿੱਤਾ ਹੈ। ਸੁਰਤ ਕੌਨਸ਼ੀਅਸ ਹੈ, ਕੌਨਸ਼ੀਅਸ ਆਰਗਨ ਨਹੀਂ ਹੈ। ਮਨ ਵੀ ਆਰਗਨ ਨਹੀਂ ਹੈ, ਮਨ ਵੀ ਵਿਚਾਰਾਂ ਦਾ ਸਮੂਹ ਹੈ। ਲੇਕਿਨ ਮਨ ਇਹ ਵਿਚਾਰਾਂ ਦਾ ਸਮੂਹ, ਇਹ ਸੁਰਤ ਵੀ ਪੰਜ ਤੱਤ, ਜਦੋਂ ਬੋਡੀ ਪੰਜ ਤੱਤਾਂ ਨਾਲ ਬਣਦੀ ਉਹਦੇ ਨਾਲ ਹੀ ਪੈਦਾ ਹੁੰਦੇ ਨੇ। ਇਹ ਹੁੰਦੇ ਕਦੋਂ? ਸਤਿਗੁਰੂ ਜੀ ਇਹੀ ਦੱਸ ਰਹੇ ਕਿ ਪੰਜ ਤੱਤ ਤੇ ਜਨਮ ਹੈ। ਇਹ ਪੰਜਾਂ ਤੱਤਾਂ ਦਾ ਨਹੀਂ ਬਣਿਆ ਹੋਇਆ, ਨਾ ਇਹ ਪੰਜਾਂ ਤੱਤਾਂ ਦਾ ਰੂਪ ਹੈ। ਜਦੋਂ ਪੰਜ ਤੱਤ ਮਿਲਦੇ ਹਨ ਉਦੋਂ ਹੀ ਸਾਡੇ ਅੰਦਰ ਧਿਆਨ ਲਗਾਉਣ ਵਾਲੀ ਕੀ ਕਹਿੰਦੇ ਚੀਜ਼ ਆ ਜਾਂਦੀ ਹੈ ਤੇ ਮਨ ਵਾਲੀ ਚੀਜ਼ ਸਾਡੇ ਅੰਦਰ ਆ ਜਾਂਦੀ ਹੈ। ਆਪ ਜੀ ਕਹਿ ਰਹੇ ਸੀ ਕਿ ਜੇ ਮਤਲਬ ਗੁਨਾਹ ਕਰੇ, ਗਲਤੀ ਕਰੇ ਸਰੀਰ, ਮਨ ਮੈਂ ਸਰੀਰ ਨਹੀਂ ਬੋਲਿਆ, ਮੈਂ ਸਰੀਰ ਨਹੀਂ ਬੋਲਿਆ, ਮੈਂ ਮਨ ਬੋਲਿਆ। ਜੇ ਗਲਤੀ ਕਰੇ ਮਨ ਤੇ ਫਿਰ ਸਾਰੀ ਜ਼ਿੰਮੇਵਾਰੀ ਤੇ ਮਨ ਦੀ ਹੈ। ਤੇ ਫਿਰ ਅਸੀਂ ਕਹਿੰਦੇ ਆਪਾਂ ਕਿ ਸੁਰਤ ਤੋਂ ਸਾਡਾ ਜਿਹੜਾ ਹੈ ਉਹ ਇੱਕ ਗੁਰੂ ਨਾਲ ਜੁੜੀ ਹੋਈ ਸੁਰਤ ਤੋਂ ਸਾਡਾ ਅੱਛਾ ਮਨ ਪੈਦਾ ਹੁੰਦਾ ਹੈ। ਨੋ ਇਹ ਮੈਂ ਨਹੀਂ ਬੋਲਿਆ, ਬਿਲਕੁਲ ਨਹੀਂ ਬੋਲਿਆ ਮੈਂ ਇਹ ਵਾਲੀ ਗੱਲ। ਤੇ ਮਤਲਬ ਮਨ ਆਪਣੇ ਆਪ ਹੀ ਅੱਛੀ ਗੱਲਾਂ ਹੋਰ ਮਾੜੀਆਂ ਗੱਲਾਂ ਸਿੱਖ ਲੈਂਦਾ ਹੈ ਜਾਂ ਹਾਂ ਵੀਰ ਜੀ, ਆਪਾਂ ਇਸ ਤੇ ਗੱਲ ਤੇ ਅੱਗੇ ਆਪਾਂ ਗੱਲ ਕਰ ਸਕਦੇ ਹਾਂ। ਗੁਰਬਾਣੀ ਵਿੱਚ ਇਹੀ ਚੀਜ਼ਾਂ ਐਕਸਪਲੇਨ ਕੀਤੀਆਂ ਕਿ ਅੱਜ ਤੱਕ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਨਾ। ਸਤਿਗੁਰੂ ਜੀ ਨੇ ਸਾਡੇ ਅੰਦਰ ਇਹ ਦੱਸਿਆ ਹੈ ਕਿ ਹਰੇਕ ਬੰਦੇ ਦੇ ਅੰਦਰ ਸੁਰਤ ਪਾਈ ਹੈ। ਰੱਬੀ ਹੁਕਮਾਂ ਵਿੱਚ ਸੁਰਤ ਹੈ, ਰੱਬੀ ਹੁਕਮਾਂ ਵਿੱਚ ਮਨ ਹੈ। ਲੇਕਿਨ ਦੋਨਾਂ ਨੂੰ ਸਤਿਗੁਰੂ ਜੀ ਨੇ ਕਿਹਾ ਵੀ ਦੇਖੋ, ਸੁਰਤ ਪਾਣੀ ਇਹ ਪੰਜ ਤੱਤਾਂ ਦੇ ਨਾਲ ਇਹ ਰੱਬੀ ਹੁਕਮਾਂ ਵਿੱਚ ਹੋਈ ਹੈ, ਮਨ ਵੀ ਰੱਬੀ ਹੁਕਮਾਂ ਵਿੱਚ। ਹਾਂ, ਅਸੀਂ ਆਜ਼ਾਦ ਕਿਵੇਂ ਆ? ਸੁਰਤ ਦਾ ਧਿਆਨ ਰੱਬ ਨੇ ਰੱਬੀ ਹੁਕਮਾਂ ਵਿੱਚ ਹੋਇਆ। ਸੁਰਤ ਧਿਆਨ ਕਿੱਥੇ ਲਗਾ ਸਕਦੇ? ਇਸ ਵਿੱਚ ਅਸੀਂ ਆਜ਼ਾਦ ਹਾਂ। ਮਨ ਰੱਬੀ ਹੁਕਮਾਂ ਵਿੱਚ ਪੈਦਾ ਹੋਇਆ ਪੰਜ ਤੱਤਾਂ ਦੇ ਨਾਲ। ਮਨ ਆਪਣੀ ਮੱਤ ਵਿੱਚ ਚੱਲ ਸਕਦਾ ਹੈ ਤੇ ਮਨ ਗੁਰੂ ਦੀ ਮੱਤ ਵਿੱਚ ਚੱਲ ਸਕਦਾ ਹੈ। ਇੱਥੇ ਵੀ ਅਸੀਂ ਚੁਆਇਸ ਕਰਨ ਵਿੱਚ, ਸਿਰਫ ਇੰਨੀ ਕੁ ਚੁਆਇਸ ਕਰਨ ਵਿੱਚ ਅਸੀਂ ਆਜ਼ਾਦ ਹਾਂ। ਸੁਰਤ ਰੂਪੀ ਸਿੱਖ ਅਗਰ ਸਤਿਗੁਰੂ ਜੀ ਨੂੰ ਆਪਣਾ ਸ਼ਬਦ ਗੁਰੂ ਨੂੰ ਆਪਣਾ ਗੁਰੂ ਮੰਨਦੀ ਹੈ ਤਾਂ ਉਹ ਸਿੱਖ ਸਤਿਗੁਰੂ ਦਾ ਚੇਲਾ। ਸੁਰਤ ਅਗਰ ਸ਼ਬਦ ਗੁਰੂ ਨੂੰ ਚੇਲਾ ਨਹੀਂ ਮਨਾਉਂਦੀ, ਕਿਸੇ ਹੋਰ ਵਿਚਾਰਧਾਰਾ ਤੇ ਪ੍ਰਭਾਵਿਤ ਹੈ, ਉਸਨੂੰ ਸਤਿਗੁਰੂ ਜੀ ਕਹਿੰਦੇ ਨੇ ਦੂਜਾ ਲਾਗਾ ਸਭ ਜਗ ਸਾਚਾ। ਅਸੀਂ ਦੋਨੋਂ ਪਾਸੇ ਚੁਆਇਸ ਕਰ ਸਕਦੇ ਹਾਂ। ਸਾਡੇ ਚੁਆਇਸ ਕਰਨ ਲਈ ਅਸੀਂ ਆਜ਼ਾਦ ਹਾਂ। ਨਾ ਸੁਰਤ ਕਿਵੇਂ ਪੈਦਾ ਹੁੰਦੀ ਇਸ ਵਿੱਚ ਵੀ ਅਸੀਂ ਆਜ਼ਾਦ ਹਾਂ। ਰੱਬ ਨੇ ਹਰੇਕ ਸਰੀਰ ਦੇ ਅੰਦਰ ਸੁਰਤ ਟਿਕਾ ਕੇ ਰੱਖੀ ਹੈ। ਕਿਵੇਂ ਟਿਕਾਈ ਹੈ? ਵੀ ਸਤਿਗੁਰੂ ਜੀ ਆਪ ਤਾਂ ਬੋਲੇ ਨਾ, ਏਕਾ ਸੁਰਤ ਜੇਤੇ ਹੈ ਜੀ। ਹਰੇਕ ਵਿੱਚ ਕੰਪਲੀਟ ਸੁਰਤ ਹੈ, ਜਿੰਨੇ ਵੀ ਜੀ ਨੇ। ਸੁਰਤ ਦਾ ਧਿਆਨ ਕਿੱਥੇ ਲਗਾਉਣਾ ਇਸ ਵਿੱਚ ਅਸੀਂ ਆਜ਼ਾਦ ਹਾਂ। ਔਰ ਉਸ ਤੋਂ ਫਿਰ ਬਾਅਦ ਉਸ ਦਾ ਰਿਜ਼ਲਟ ਭੋਗਣ ਲਈ ਫਿਰ ਸਾਡੇ ਕੋਲ ਅਸੀਂ ਕੁਝ ਨਹੀਂ ਕਰ ਸਕਦੇ। ਅੱਜ ਵਾਲੇ ਸ਼ਬਦ ਜਿਸ ਨੂੰ ਕਹਿੰਦੇ ਨੇ ਨਾ, ਅੰਤ ਕਾਲ ਤੇ ਕਿਆ ਚੀਜ਼ਾਂ ਹੈ। ਅਗਰ ਅਸੀਂ ਇਸ ਸਮੇਂ ਦੇ ਵਿੱਚ ਕਿਤੇ ਵੀ ਸਤਿਗੁਰੂ ਦੇ ਸ਼ਬਦ ਤੋਂ ਇਲਾਵਾ ਕਿਤੇ ਸੁਰਤ ਜੋੜੀ, ਬਸ ਫਿਰ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਰਦੇ। ਫਿਰ ਉਹਦਾ ਸਾਨੂੰ ਫਲ, ਸਾਡੀ ਪੂਰੀ ਲਾਈਫ ਰੂਪੀ ਸਾਡੀ ਜੋ ਅਸੀਂ ਜਿਹਨੂੰ ਕਿਸਮਤ ਕਹਿੰਦੇ ਆਉਣ ਵਾਲੀ ਜ਼ਿੰਦਗੀ, ਫਿਰ ਉਹਦੇ ਵਿੱਚ ਸਾਡਾ ਇੰਟਰਫੇਅਰ ਨਹੀਂ ਹੈ। ਸਾਡੀ ਚੁਆਇਸ ਸਿਰਫ ਇੰਨੀ ਹੈ, ਅਸੀਂ ਸਤਿਗੁਰੂ ਦੀ ਸਿੱਖਿਆ ਦੀ ਸ਼ਰਨ ਆਈਏ, ਇਹ ਸਾਡੀ ਮਰਜ਼ੀ। ਸਤਿਗੁਰੂ ਕਹਿੰਦੇ ਤੇਰੀ ਮਰਜ਼ੀ ਹੈ, ਤੂੰ ਮੇਰੀ ਸ਼ਰਨ ਚਾਹਣਾ ਆ ਜਾ। ਅਸੀਂ ਕਹਿੰਦੇ ਸਤਿਗੁਰੂ ਜੀ ਨਹੀਂ, ਸਤਿਗੁਰੂ ਤੋ ਮੈਂ ਆਇਆ, ਸ਼ਰਣੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਮੈਂ ਤੇਰੇ ਕੋਲ ਤੇਰੀ ਸ਼ਰਣੀ ਆਇਆ, ਸਭ ਕੁਝ ਛੋੜ ਕੇ ਆਇਆ। ਇੱਥੇ ਸ਼ਰਨ ਆਉਣ ਚ ਆਜ਼ਾਦ ਆ, ਸ਼ਰਨ ਤੋਂ ਬਾਹਰ ਜਾਣ ਵਿੱਚ ਵੀ ਅਸੀਂ ਆਜ਼ਾਦ ਹਾਂ। ਸਤਿਗੁਰੂ ਜੀ ਸਿੱਖਿਆ ਦੀ ਸ਼ਰਨ ਚ ਨਹੀਂ ਆਉਣਾ, ਸ਼ਬਦ ਗੁਰੂ ਨੂੰ ਆਪਣਾ ਗੁਰੂ ਨਹੀਂ ਮੰਨਣਾ। ਸਤਿਗੁਰੂ ਜੀ ਕਹਿੰਦੇ ਤੂੰ ਆਜ਼ਾਦ ਹੈ। ਇਹ ਵੀ ਅਸੀਂ ਸਿਰਫ ਇਹ ਚੁਆਇਸ ਕਰਨ ਲਈ ਆਜ਼ਾਦ ਹਾਂ। ਉਸ ਤੋਂ ਬਾਅਦ ਰਿਜ਼ਲਟ ਕੀ ਹੁੰਦਾ ਉਹ ਵੀ ਸਤਿਗੁਰੂ ਜੀ ਨੇ ਗੁਰਬਾਣੀ ਚ ਐਕਸਪਲੇਨ ਕੀਤਾ। ਕੋਈ ਸ਼ਬਦ ਗੁਰੂ ਦੀ ਸ਼ਰਨ ਚ ਆਏਗਾ, ਇੱਕੋ ਸੇਵੀ ਕਰੇਗਾ, ਇਸ ਸ਼ਬਦ ਦੇ ਵਿੱਚ ਹੀ ਉਹਦੀ ਮਾਇਆ ਮਰ ਜਾਏਗੀ। ਉਹ ਸ਼ਬਦ ਵਿਚਾਰ ਨਾਲ ਮਾਇਆ ਮਰ ਜਾਏਗੀ, ਹਉਮੈਂ ਮਰ ਜਾਏਗੀ, ਉਹਦੀ ਉਹ ਸਹਿਜ ਵਿੱਚ ਰੰਗਿਆ ਰਹੇਗਾ। ਇਹ ਰਿਜ਼ਲਟ ਦੱਸਿਆ। ਦੂਸਰੇ ਪਾਸੇ ਦੂਸਰੀ ਚੁਆਇਸ ਵਾਲੇ ਦੇ ਰਿਜ਼ਲਟ ਕੀ ਦੱਸਿਆ ਕਿ ਜਿਹੜਾ ਸ਼ਬਦ ਗੁਰੂ ਨੂੰ ਆਪਣਾ ਗੁਰੂ ਨਹੀਂ ਮੰਨਦਾ, ਜਿਹੜੀ ਸ਼ਬਦ ਗੁਰੂ ਦੇ ਸ਼ਰਨ ਚ ਨਹੀਂ ਆਉਂਦੀ, ਸਤਿਗੁਰੂ ਜੀ ਕਹਿੰਦੇ ਠੀਕ ਹੈ ਤੂੰ ਆਜ਼ਾਦ ਹੈ ਨਾ, ਲੇਕਿਨ ਕਹਿੰਦੇ ਤੈਨੂੰ ਮੈਂ ਉਹਦਾ ਰਿਜ਼ਲਟ ਜ਼ਰੂਰ ਦੱਸਣਾ ਵੀ ਫਿਰ ਤੇਰੇ ਨਾਲ ਮੈਂ ਕੀ ਹੁਕਮਾਂ ਵਿੱਚ ਕੀ ਦੱਸਿਆ ਵੀ ਤੇਰਾ ਰਿਜ਼ਲਟ ਕਿਉਂ। ਕਹਿੰਦੇ ਕੀ ਹੋਏਗਾ? ਮੇਰੀ ਕਰਤਵ ਹਾਨੀ, ਤੇਰਾ ਜ਼ਿੰਦਗੀ ਬਤੀਤ ਕਰੇਗਾ, ਤੇਰੀ ਹਉਮੈਂ ਨਹੀਂ ਨਾਸ਼ ਹੋਏਗੀ, ਤੈਨੂੰ ਸਹਿਜ ਅਵਸਥਾ ਕਦੀ ਪ੍ਰਾਪਤ ਨਹੀਂ ਹੋਏਗੀ, ਤੂੰ ਸਤਿਗੁਰੂ ਦੇ ਨਾਮ ਵਿੱਚ ਨੰਗਿਆ ਨਹੀਂ ਜਾਵੇਗਾ, ਤੇਰਾ ਮਨ ਨਿਰਮਲ ਨਹੀਂ ਹੋਏਗਾ। ਚੁਆਇਸ ਸਾਡੀ ਹੈ। ਇਹਨਾਂ ਦੋਨਾਂ ਅਵਸਥਾ ਚ ਸਾਨੂੰ ਕੀ ਪਸੰਦ ਆ ਰਿਹਾ? ਹਾਂਜੀ ਇੱਕ ਸ਼ਬਦ ਹੈ, ਪਹਿਲਾ ਬੂਦ ਪਿਛੇਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਹਾਂਜੀ, ਇਸ ਸ਼ਬਦ ਦੇ ਆਧਾਰ ਤੇ ਜਾਂ ਤੁਸੀਂ ਹੁਣ ਕਨਸੈਪਟ ਐਕਸਪਲੇਨ ਕਰ ਰਹੇ ਸੀ, ਮਨ ਦਾ ਔਰ ਸੁਰਤ ਦਾ, ਜਿਹੜਾ ਉਹ ਐਕਸਪਲੇਨ ਕਰਨਾ।
नहीं ਵੀਰ ਜੀ मैं नहीं की कहना ਵੀਰ जी हरविंदर ਵੀਰ जी बहुत अच्छा पहला पूछ पछेरी माई ने कहते मैं कहूँगा हरविंदर ਵੀਰ जी एक्सप्लेन करो बहुत अच्छा ਵੀਰ जी ने एक्सप्लेन किया 2-4 दिन में पहला पूछ पछेरी माई हरविंदर ਵੀਰ जी तुसी एक्सप्लेन करो ये ਜਿਹੜਾ ਹੋਣਾ ਕੀ ਚਾਹੀਦਾ ਸੀ ਵੀ ਜਿਹੜਾ ਉਹ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਦੇ ਕਿਸੇ ਜਿਹੜਾ ਮਨ ਨੇ ਪੈਦਾ ਹੋਣਾ ਸੀ ਨਾ ਮਨ ਨੇ ਗੁਰੂ ਦੀ ਸ੍ਰੇਸ਼ਟ ਮੱਤ ਤੋਂ ਪੈਦਾ ਹੋਣਾ ਚਾਹੀਦਾ ਸੀ ਇੱਕ ਅੱਛੇ ਗੁਰੂ ਸਿਧਾਂਤਾਂ ਤੋਂ ਪੈਦਾ ਹੋਇਆ ਮਤ ਜੋ ਸੰਤੋਖ ਰੂਪੀ ਪਿਤਾ ਦੀ ਨਿਗਰਾਨੀ ਵਿੱਚ ਇੱਕ ਜਿਹੜਾ ਮਨ ਹੈ ਨਾ ਉਹ ਪਾਰਟੀਆਂ ਕਰ ਲੋ ਅੱਛਾ ਜਿਹੜਾ ਬਰਥਡੇ ਵਿੱਚ ਵੀ ਗੋਆ ਚੱਲੇ ਆ ਉੱਥੇ ਜਾ ਕੇ ਸ਼ਰਾਬ ਦੀਆਂ ਪਾਰਟੀਆਂ ਕਰਨੇ ਪਿਆ ਉਹ ਸੰਤੋਖ ਰੂਪੀ ਪਿਤਾ ਦੀ ਨਿਗਰਾਨੀ ਵਿੱਚ ਨਹੀਂ ਵੱਡਾ ਹੁੰਦਾ ਪਿਆ ਉਹ ਮਾਇਆ ਦੇ ਪ੍ਰਭਾਵ ਦੇ ਹੇਠਾਂ ਐਸਾ ਜਿਹੜਾ ਮਨ ਹੈ ਨਾ ਉਹਦਾ ਪਿਓਰ ਹੈ ਨਾ ਉਹ ਮਾਇਆ ਦਾ ਪ੍ਰਭਾਵ ਦੇ ਹੇਠਾਂ ਪੈਦਾ ਹੋਵੇ ਉਹ ਜਿਹੜਾ ਦੂਜੇ ਸ਼ਬਦ ਵਿਚਾਰ ਰਹੇ ਪਹਿਲਾਂ ਪੂਤ ਪਿਛੇਰੀ ਮਾਈ ਹੋਣਾ ਹੈ ਚੰਗੀ ਗੱਲ ਇਹ ਸੀ ਕਿ ਅੱਛੀ ਮੱਤ ਤੋਂ ਗੁਰੂ ਕੋਲੋਂ ਮਿਲੀ ਹੋਈ ਮੱਤ ਤੋਂ ਇੱਕ ਮਨ ਪੈਦਾ ਹੁੰਦਾ ਕਿਉਂਕਿ ਵਿਚਾਰਾਂ ਨੇ ਹੀ ਵਿਵਹਾਰ ਬਣਨਾ ਹੈ ਜਿਕਨ ਜੇ ਵਿਚਾਰ ਹੋ ਜਾਣਗੇ ਉਕਨ ਜਾ ਹੀ ਵਿਵਹਾਰ ਬਣੇਗਾ ਤੇ ਇੱਥੇ ਗੱਲ ਪੁੱਠਾ ਹੋ ਗਿਆ ਕਿ ਵੀ ਪਹਿਲਾਂ ਮਨ ਤੋਂ ਮਤ ਜਨਮ ਲੈ ਰਹੀ ਹੈ ਮਨ ਕਹਿੰਦਾ ਯਾਰ ਪਾਰਟੀ ਕਰਨੀ ਫਿਰ ਉਹਨੇ ਮਤ ਨੂੰ ਆਪਣੇ ਪਿੱਛੇ ਲਗਾ ਲਿੱਤਾ ਕੋਈ ਗੱਲ ਨਹੀਂ ਦੁਨੀਆ ਕਰਦੀ ਹੈ ਅਸੀਂ ਵੀ ਕਰਦੇ ਤਾਂ ਕੀ ਹੋ ਗਿਆ ਉਹ ਬੰਦਾ ਦੇਖੋ ਗੁਰਦੁਆਰੇ ਦੇ ਪ੍ਰਧਾਨ ਨੇ ਉਹ ਵੀ ਤੇ ਗਏ ਸਨ ਉਹਨਾਂ ਦੇ ਵਿਆਹ ਤੇ ਸ਼ਰਾਬ ਸੀ ਉਹ ਅੱਛੀ ਮਤ ਤੋਂ ਮਨ ਜਨਮ ਨਹੀਂ ਲੈ ਰਿਹਾ ਮਨ ਤੋਂ ਮਤ ਜਨਮ ਲੈ ਰਹੀ ਉਹਨੂੰ ਕਹਿ ਕੇ ਪਹਿਲਾਂ ਪੂਤ ਪਿਛੇਰੀ ਮਾਈ ਗੁਰ ਲਾਗੂ ਚੇਲੇ ਕੀ ਪਾਈ ਹੋਣਾ ਚਾਹੀਦਾ ਸੀ ਵੀ ਜਿਹੜਾ ਚੇਲਾ ਹੈ ਉਹ ਗੁਰੂ ਦੇ ਅੱਖੀ ਲੱਗਦਾ ਲੇਕਿਨ ਹੋ ਪੁੱਠਾ ਰਿਹਾ ਵੀ ਜਿਹੜਾ ਉਹ ਗੁਰੂ ਜਿਹੜਾ ਨਾ ਉਹ ਚੇਲੇ ਦੀ ਅਗਵਾਈ ਵਿੱਚ ਚੱਲਣਾ ਸ਼ੁਰੂ ਹੋ ਗਿਆ ਜਿਹੜਾ ਮਨ ਹੈ ਨਾ ਉਹ ਉਹਨੂੰ ਜਿਹੜੀ ਮੱਤ ਹੈ ਉਹਨੂੰ ਮਨ ਦੀ ਅਗਵਾਈ ਵਿੱਚ ਚੱਲਣਾ ਸ਼ੁਰੂ ਹੋ ਗਿਆ ਹੋਣਾ ਪੁੱਠਾ ਚਾਹੀਦਾ ਸੀ ਇਹ ਦੋਨੋਂ ਸ਼ਬਦਾਂ ਵਿੱਚ ਇਹ ਫਰਕ ਹੈ ਵੀ ਉਹ ਜਿਹੜਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਿਸ਼ੇ कहना है कि कहन ना जाए तो कुदरत की वो सारा शब्द ही सारा मन तेरा अच्छा मन कितों पैदा होएगा जितना वो सारा शब्द उस प्रथा चली आंदा पे ते जेड़ा जदों काम पुट्ठा हो जांदा ना तां उत्थे आंदा पे पहला पूत पिछेरी माई जी बड़े औखे विषय है पर बड़े सौखे अखरां विच सुखविंदर वीर जी ते हरविंदर वीर जी समझाना कर रहे हैं ते दोनों नूं विनती है नाल दे नाल इस विषय नूं वीर जी बार-बार खोली जाए जे ਜਿਹਦੇ ਨਾਲ ਪਕੜ ਵਿੱਚ ਵੀ ਆਉਂਦੇ ਰਹਿਣ ਸਾਰਿਆਂ ਦੀ ਸਮਝ ਵਿੱਚ ਵੀ ਇਹ ਵਿਸ਼ਾ ਕਿਉਂਕਿ ਇੰਨੀ ਸੌਖੀ ਹੈ ਵਿਸ਼ਾ ਟਿਕਦੇ ਨਹੀਂ ਮਨ ਦੇ ਵਿੱਚ ਅੱਜ ਸਮਝ ਵਿੱਚ ਲੱਗਦਾ ਆ ਗਏ ਤੇ ਕੱਲ ਇਸ ਬਾਤ एक मिनट यह तो फिर वीर जी तुसी आदे होकन मन और बुद्धि दोनों नाल चलते ने दोनों भी झगड़ा चलता ही रहता है पर इहदा सिट्टा फिर यही निकलिया कि गुरु दी कृपा नाल या गुरमत जो मन विच शब्द वस गया तो फिर वो मन विचों अच्छी बुद्धि प्रगट हो जाती है यही होया ना जी मैं नकरत विच बहुत ज्यादा ना उलझना करिया सी सतबीर जी एक मिनट जी भैन जी ये दोनों ना मिल के नहीं चलते ये दोनों मिल के चलन की गुरबाणी कहती है साडा जीवन संपूर्ण होएगा ये दोनों मिल के सतगुरु की आग्या विच सतगुरु की मत दे दोनों मिल के चलन ਤਾਂ ਇਹੀ ਕੀ ਕਹਿੰਦੇ ਆ ਸਾਡਾ ਸੰਪੂਰਨ ਹੋਣਾ ਵੈ ਇਹੀ ਸਤਿਗੁਰੂ ਦੀ ਵਿਚਾਰਧਾਰਾ ਸਾਨੂੰ ਇਹ ਦੋਨੋਂ ਮਿਲ ਕੇ ਚੱਲਣ ਉੱਥੇ ਲਿਜਾਣਾ ਚਾਹੁੰਦੀ ਹੈ ਉੱਥੇ ਲਿਜਾ ਕੇ ਅਸੀਂ ਸੰਪੂਰਨ ਹੋਣਾ ਜਿਸ ਨੂੰ ਕਹਿੰਦੇ ਨੇ ਜੋਤੀ ਜੋਤ ਰਲੀ ਅਸਲ ਵਿੱਚ ਪ੍ਰੋਬਲਮ ਹੀ ਹੈ ਕਿ ਦੋਨੋਂ ਮਿਲ ਕੇ ਨਹੀਂ ਚੱਲ ਰਹੇ ਸੁਰਤ ਦੇ ਵਿੱਚ ਜਦੋਂ ਸੁਰਤ ਦੇ ਸਭ ਤੋਂ ਪਹਿਲਾਂ ਤਾਂ ਸੁਰਤ ਧਿਆਨ ਲਗਾਏਗੀ ਸਤਿਗੁਰੂ ਦੇ ਸ਼ਬਦ ਵਿੱਚ ਤੇ ਉਸਨੂੰ ਮੱਤ ਪ੍ਰਾਪਤ ਹੋਏਗੀ ਫਿਰ ਉਹ ਸੁਰਤ ਸਮਝਾਏਗੀ ਮਨ ਨੂੰ ਵੀ ਨਹੀਂ ਤੂੰ ਜਿਹੜੀ ਕੰਮ ਕਰ ਰਹੇ ਸੀ ਨਾ ਆਪਾਂ ਜਿਵੇਂ ਕਰ ਰਹੇ ਸੀ ਸਾਰੇ ਔਰਗਨ ਇਹ ਠੀਕ ਨਹੀਂ ਕਰ ਰਹੇ ਹੁਣ ਕਿਉਂਕਿ ਸਮਝ ਆ ਗਈ ਹੈ ਕਿ ਹੁਣ ਆਪਾਂ ਮਨ ਨੂੰ ਸੁਰਤ ਦੇ ਉਹ ਮੱਤ ਦੇ ਨਾਲ ਫਿਰ ਅਸੀਂ ਸਮਝਾਣਾ ਕਰਦੇ ਹਾਂ ਮਨ ਇਸ ਤਰ੍ਹਾਂ ਕਰੀਏ ਮਨ ਤੂੰ ਜੋਤ ਸਰੂਪ ਹੈ ਮਨ ਪਿਆਰਿਆ ਮਨ ਮਿੱਤਰਾ ਮਨ ਨੂੰ ਅਸੀਂ ਪਿਆਰ ਦੇ ਨਾਲ ਖਿੱਚੇ ਤਾਂ ਪ੍ਰੇਮ ਕੇ ਚਾਬੁਕ ਮਾਰ ਕੇ सतगुरु के घर विच लेके आना है ते उस मन नूं समझा के कि बुरे काम को तू उठ के खलो के चले जाना बुरे काम तेरे मन च बुरा ख्याल है एकदम उठ उसनूं पूरा करन नूं चल पैना कहंदे इस तरह ना करया कर इस नाल तेरी जिंदगी बर्बाद हो जाएगी तेरे अंदर की कहने बुरे विचारां नाल तेरा औगणा विच जीवन बतीत होएगा मन नूं समझा के जदों मन एक बारी मन भी सतगुरु की मत दे विच मन जांदा है तां ओहदे अंदर भी इस अवस्था नूं जोत प्रगटी वाली अवस्था कहंदे ने ਉੱਥੇ ਜਾ ਕੇ ਸਾਡਾ ਜੀਵਨ ਸੰਪੂਰਨ ਹੁੰਦਾ ਜਦੋਂ ਸਾਡੀ ਸੁਰਤ ਦਾ ਧਿਆਨ ਵੀ ਸਤਿਗੁਰੂ ਦੀ ਸਿੱਖਿਆ ਵਿੱਚ ਜੁੜ ਜਾਂਦਾ ਹੈ ਤੇ ਸਾਡਾ ਮਨ ਵੀ ਸਤਿਗੁਰੂ ਦੀ ਸਿੱਖਿਆ ਅਨੁਸਾਰ ਇਸ ਪੂਰੀ ਸਰੀਰ ਨੂੰ ਚਲਾਉਂਦਾ ਹੈ ਭਾਵ ਕਿ ਦੋਨੋਂ ਮਿਲ ਕੇ ਚੱਲਦੇ ਹਨ ਇਹਨੂੰ ਕਹਿੰਦੇ ਨੇ ਦੋਹੂ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ
ਇਹ ਅਵਸਥਾ ਸੰਪੂਰਨਤਾ ਵਾਲੀ ਅਵਸਥਾ, ਇਸੇ ਅਵਸਥਾ ਨੂੰ ਸੱਚਖੰਡ ਵਾਲੀ ਅਵਸਥਾ ਆਖਿਆ ਜਾਂਦਾ ਹੈ। ਇਸੇ ਅਵਸਥਾ ਨੂੰ ਜੋਤ ਰਲੀ ਵਾਲੀ ਅਵਸਥਾ ਆਖਿਆ ਜਾਂਦਾ। ਇੱਥੇ ਅਸੀਂ ਪਹੁੰਚਣਾ ਹੈ। ਹਾਂਜੀ ਜੀ, ਤੁਸੀਂ ਕਹਿ ਰਹੇ ਹੋ ਮਨ ਨੂੰ ਸਮਝਾਣਾ, ਮਨ ਨੂੰ ਕੌਣ ਸਮਝਾਏਗਾ? ਜੇ ਮਨ ਨੂੰ ਸਮਝਾਉਣ ਵਾਲਾ ਕੋਈ ਐਕਸਟਰਨਲ ਫੈਕਟਰ ਹੈ ਤੇ ਫਿਰ ਉਹ ਰਿਸਪੌਂਸਿਬਲ ਹੈ ਮਨ ਦੀ ਬਦਮਾਸ਼ੀ ਵਾਸਤੇ, ਸਜ਼ਾ ਤੇ ਉਹਨੂੰ ਮਿਲਣੀ ਚਾਹੀਦੀ। ਵੀਰ ਜੀ ਗੁਰਬਾਣੀ ਕਹਿੰਦੀ ਹੈ, ਇਹਦੇ ਤਰੀਕਾ ਕਿਸ ਤਰ੍ਹਾਂ ਹੈ, ਅਗਰ ਅਸੀਂ ਮਾਤਾ ਰੂਪੀ ਮੱਤ ਨੂੰ ਗੁਰੂ ਦੀ ਮੱਤ ਨੂੰ ਮਾਂ ਬਣਾਵਾਂਗੇ, ਇਹ ਸਾਡੇ ਐਕਸ਼ਨ ਤੇ, ਅਗਰ ਅਸੀਂ ਸੰਤੋਖ ਰੂਪੀ ਪਿਤਾ ਦੇ ਸ਼ਰਨ ਵਿੱਚ ਆਵਾਂਗੇ ਤਾਂ ਆਟੋਮੈਟਿਕਲੀ ਜਿਹੜਾ ਮਨ ਸਾਡਾ ਜਨਮ ਹੋਏਗਾ, ਉਹ ਮਨ ਕੀ ਕਹਿੰਦੇ ਆ, ਸਤਿਗੁਰੂ ਨੂੰ ਮੰਨਣ ਵਾਲਾ ਹੀ ਜਨਮ ਹੋਏਗਾ। ਉਹ ਕਬੀਰ ਮਨ ਮਾਨੇ। ਇਹ ਮਨ ਮਾਨਿਆ ਵਾਲੀ ਅਵਸਥਾ ਕੀ ਹੈ ਕਿ ਸਾਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਪਏਗਾ। ਇਹ ਸੁਰਤ ਵਾਸਤੇ ਗੱਲ ਹੋ ਰਹੀ ਹੈ। ਗੁਰੂ ਦੀ ਸ਼ਰਨ ਵਿੱਚ ਸੁਰਤ, ਜਦੋਂ ਸਾਡੇ ਸੁਰਤ ਦਾ ਧਿਆਨ ਗੁਰੂ ਦੀ ਮੱਤ ਹੋਵੇਗੀ, ਜਦੋਂ ਸਾਡੇ ਸੁਰਤ ਦਾ ਧਿਆਨ ਗੁਰੂ ਦੀ ਮੱਤ ਹੋਏਗੀ ਤੇ ਅਸੀਂ ਸੰਤੋਖ ਰੂਪੀ ਪਿਤਾ ਦੀ ਸ਼ਰਨ ਵਿੱਚ ਆਵਾਂਗੇ। ਸਾਡੇ ਧਿਆਨ ਵਿੱਚ ਹੁਣ ਕ੍ਰਿਸ਼ਨਾਲੂ ਖਿਆਲ ਨਹੀਂ ਆਣਗੇ, ਸਾਡੇ ਧਿਆਨ ਵਿੱਚ ਸਿਰਫ ਸੰਤੋਖ ਵਾਲੇ ਖਿਆਲ ਆਣਗੇ। ਤਾਂ ਸਾਡੇ ਵਿੱਚ ਉਹਦੇ ਵਿੱਚ ਜਿਹੜਾ ਮਨ ਜੰਮੇਗਾ, ਅਸੀਂ ਮਨ ਨੂੰ ਖੁਦ ਜਮਾਣਾ ਹੈ ਸਤਿਗੁਰੂ ਦੀ ਬਾਣੀ ਦੇ ਅਨੁਸਾਰ। ਉੱਥੋਂ ਜਿਹੜਾ ਸਾਡਾ ਪੁੱਤ ਜਨਮ ਲਏਗਾ, ਉਸ ਪੁੱਤ ਨੂੰ ਗੁਰਬਾਣੀ ਕਹਿੰਦੀ ਹੈ ਸੱਚ ਸੰਤਤ ਉਹ ਨਾਨਕ ਜੋਗ। ਜਿਹੜਾ ਇਹਨਾਂ ਸਾਰਿਆਂ ਦੇ ਜੋਗ ਦੇ ਨਾਲ ਜਿਹੜਾ ਪੁੱਤਰ ਜਨਮ, ਜਿਹੜਾ ਪੁੱਤ, ਜਿਵੇਂ ਹੁਣੇ ਵੀਰ ਜੀ ਨੇ ਐਕਸਪਲੇਨ ਕਰਿਆ, ਪਹਿਲਾ ਪੂਤ ਪਿਛੇਰੀ ਮਾਈ ਨਹੀਂ, ਜਿਹੜਾ ਹੁਣ ਬਾਹਰ ਵਾਲਾ ਪੁੱਤਰ ਜਨਮੇਗਾ ਉਹ ਕਿਵੇਂ ਜੰਮੇਗਾ? ਉਹ ਹੈ ਸੱਚ ਸੰਤਤ, ਸੱਚ ਰੂਪੀ ਜਿਹੜਾ ਮਨ ਸਾਡਾ ਜਨਮ ਲਏਗਾ। ਲੇਕਿਨ ਉਹਦੇ ਵਾਸਤੇ ਸਾਨੂੰ ਕੀ ਕਰਨਾ ਪਏਗਾ? ਸਾਨੂੰ ਆਪਣਾ ਧਿਆਨ ਸਤਿਗੁਰੂ ਦੀ ਮੱਤ ਵਿੱਚ, ਸਾਨੂੰ ਆਪਣਾ ਧਿਆਨ ਸੰਤੋਖ ਵਿੱਚ, ਸਾਨੂੰ ਆਪਣਾ ਧਿਆਨ ਸ਼ਰਮ ਸੁਰਤ ਦੋਏ ਸਸੁਰ ਸੱਸ ਸਹੁਰੇ ਵਾਲੇ ਗੁਣਾਂ ਵਿੱਚ ਧਿਆਨ ਲਗਾਉਣਾ ਪਏਗਾ। ਸਾਨੂੰ ਕਰਨੀ ਸਾਡੀ ਜਿਹੜਾ ਆਚਰਣ, ਸਾਡੀ ਜਿਹੜੀ ਅਸੀਂ ਅਮਲ ਕਰਦੇ ਹਾਂ, ਜਿਸ ਨੂੰ ਮਨ ਵਚ ਕਰਮ ਬੋਲਦੇ ਹਾਂ, ਉਹਨਾਂ ਵਿੱਚ ਵੀ ਸਾਡੀ ਸਤਿਗੁਰੂ ਦੀ ਮੱਤ ਆਵੇਗੀ, ਸਤਿਗੁਰੂ ਜੀ ਦਾ ਦੱਸਿਆ ਸੰਤੋਖ ਆਵੇਗਾ। ਫਿਰ ਉਹਨਾਂ ਤੋਂ ਜਿਹੜਾ ਸਾਡਾ ਪੁੱਤਰ ਜਨਮ ਹੋਏਗਾ, ਮਨ, ਉਹਦੇ ਵਿੱਚ ਜਿਹੜਾ ਮਨ ਜੰਮਿਆ ਹੋਏਗਾ, ਉਹ ਹੋਏਗਾ ਸੱਚ ਰੂਪੀ ਮਨ, ਸੱਚ ਰੂਪੀ ਸੰਤਾਨ। ਉਹ ਸਾਨੂੰ ਖੁਦ ਸਤਿਗੁਰੂ ਜੀ ਨੇ ਤਰੀਕਾ ਦੱਸਿਆ, ਇਸ ਤਰ੍ਹਾਂ ਉਹ ਮਨ ਜੰਮੇਗਾ ਜਿਹੜਾ ਸਤਿਗੁਰੂ ਦੀ ਮੱਤ ਤੋਂ ਜਿਹੜਾ ਮਨ ਜੰਮੇਗਾ, ਇਹ ਮਨ ਅਸੀਂ ਜਮਾਣਾ। ਇਹ ਮਨ ਫਿਰ ਕਦੀ ਵੀ ਨਹੀਂ ਕਹਿੰਦੇ ਵਿਛੜਦਾ ਸਤਿਗੁਰੂ ਜੀ। ਹਾਂਜੀ ਜੀ ਵੀਰ ਜੀ, ਇੱਥੇ ਇੱਕ ਚੀਜ਼ ਪੁੱਛਣੀ ਸੀ। ਹਾਂਜੀ, ਤੁਸੀਂ ਉਹਨੇ ਦੱਸਿਆ ਜਿਸ ਤਰ੍ਹਾਂ ਮੈਨੂੰ ਗਲਤੀ ਲੱਗ ਰਹੀ ਹੈ ਕਿ ਮਨ ਇੱਕ ਅਲੱਗ ਚੀਜ਼ ਹੈ ਔਰ ਸਰੀਰ ਇੱਕ ਅਲੱਗ, ਦੋਨੋਂ ਵੱਖ-ਵੱਖ ਹੈਗੇ ਨੇ। ਹਾਲੇ ਸਾਡੀਆਂ ਅੱਛੀ ਵੀ ਚੀਜ਼ਾਂ ਆਉਂਦੀਆਂ ਤੇ ਬੁਰੀਆਂ ਵੀ ਚੀਜ਼ਾਂ ਆਉਂਦੀਆਂ। ਨਹੀਂ, ਇਹ ਠੀਕ ਨਹੀਂ ਹੈ ਗੱਲ। ਅੱਛਾ, ਮੈਨੂੰ ਗਲਤੀ ਲੱਗ ਰਹੀ ਹੋਣੀ ਹੈ। ਹਾਂ, ਇਹ ਪਹਿਲੀ ਗੱਲ ਤੁਹਾਡੀ ਸਹੀ ਸੀ, ਸਰੀਰ ਅਲੱਗ ਹੈ, ਮਨ ਅਲੱਗ ਹੈ। ਲੇਕਿਨ ਮਨ ਵਿੱਚ ਅੱਛੀਆਂ ਬੁਰੀਆਂ ਚੀਜ਼ਾਂ ਨਹੀਂ, ਮਨ ਵਿੱਚ ਵੀ ਇੱਕ ਚੀਜ਼ ਰਹਿ ਸਕਦੀ ਹੈ, ਜਾਂ ਗੁਰੂ ਦੀ ਮੱਤ, ਜਾਂ ਹੋਮੈ, ਜਾਂ ਨਾਮ। ਨਹੀਂ, ਜਿਸ ਤਰ੍ਹਾਂ ਮਨ ਵਿੱਚ ਵਿਚਾਰ ਆਉਂਦੇ ਨੇ, ਕਈ ਵਾਰੀ ਅੱਛੇ ਵੀ ਆਉਂਦੇ ਨੇ, ਕਈ ਵਾਰੀ ਬੁਰੇ ਵੀ ਆਉਂਦੇ ਨੇ। ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਕਿ ਅੱਜ ਮੈਂ ਗੋਆ ਗਿਆ। ਵੀਰ ਜੀ, ਮਨ ਵਿਚਾਰ ਦੋ ਹੋ ਸਕਦੇ ਹਨ, ਮਨ ਤਾਂ ਇੱਕੋ ਹੀ ਦੇਖ ਰਹੇ। ਮਨ ਇੱਕ ਦੇਖ ਸਕਦਾ, ਮਨ ਚ ਵਿਚਾਰ ਚੰਗੇ ਜਾਂ ਮਾੜੇ ਦੋਨੋਂ ਇਕੱਠੇ ਵੀ ਨਹੀਂ ਹੋ ਸਕਦੇ। ਜਾਂ ਚੰਗਾ ਖਿਆਲ ਹੋਏਗਾ ਮਨ ਚ, ਜਾਂ ਮਾੜਾ ਰਹਿ ਸਕਦਾ, ਦੋਨੋਂ ਇਕੱਠੇ ਨਹੀਂ ਰਹਿ ਸਕਦੇ। ਇਹ ਡੱਬੀ ਸਿਧਾਂਤ ਹੈ ਕਿ ਜਾਂ ਨਾਮ ਦੀ ਵਿਚਾਰ ਰਹੇਗੀ ਜਾਂ ਹਉਮੈ ਦੀ ਵਿਚਾਰ ਰਹੇਗੀ, ਜਾਂ ਇੱਕੋ ਸੇਵੀ ਵਾਲੀ ਵਿਚਾਰ ਰਹੇਗੀ ਜਾਂ ਦੂਜੇ ਲਾਗੇ ਵਾਲੀ ਵਿਚਾਰ ਰਹੇਗੀ। ਇਸ ਸ਼ਬਦ ਦੇ ਅਨੁਸਾਰ ਦੋ ਇਕੱਠੇ ਨਹੀਂ ਰਹਿ ਸਕਦੇ। ਚੋਇਸ ਸਾਡੇ ਤੇ ਹੈ, ਸਾਡੀ ਚੋਇਸ ਸਾਡੇ ਤੇ ਹੈ। ਹਾਂ, ਚੋਇਸ ਸਾਡੀ ਹੈ ਕਿ ਅਸੀਂ ਕੀ ਪਸੰਦ ਕਰ ਰਹੇ ਹਾਂ, ਉਹ ਰਹੇਗਾ। ਹਾਂ, ਕਿਉਂਕਿ ਮੇਰੇ ਮਨ ਵਿੱਚ ਇੱਕੋ ਚੀਜ਼ ਆ ਰਹੀ ਸੀ ਕਿ ਜੇ ਮਨ ਵਿੱਚ ਮੇਰੇ ਵਿਚਾਰ ਬੁਰੇ ਹੈ ਤੇ ਮਨ ਨੂੰ ਬੁਰਾ ਜਾਂ ਕਿਹਨੂੰ ਕੀਤਾ ਜਾਏ, ਕਿਉਂਕਿ ਭੁਗਤਣਾ ਜਿਹੜਾ ਹੁੰਦਾ ਹੈ ਉਹ ਮਨ ਨਹੀਂ ਭੁਗਤ। ਗੁਰਬਾਣੀ ਕਹਿੰਦੀ ਹੈ ਕਿ ਅਗਰ ਕਹਿੰਦੇ ਕੋਈ ਵਿਚਾਰ ਕਹਿੰਦੇ ਅਗਰ ਸਾਡੇ ਸੁਣੋ ਵਿੱਚ ਸੁਣੋ। ਹਾਂਜੀ, ਮੈਂ ਸੁਣ ਲਿਆ। ਗੁਰਬਾਣੀ ਕਹਿੰਦੀ ਹੈ ਕਿ ਅਗਰ ਮਨ ਦੇ ਵਿੱਚ ਭੈੜੇ ਵਿਚਾਰਾਂ ਰੂਪੀ ਮਨ, ਭੈੜਾ ਪੁੱਤਰ ਮਤਲਬ ਕੀ ਕਹਿੰਦੇ ਆ, ਜੰਮ ਗਿਆ ਸਾਡੇ ਘਰ ਵਿੱਚ, ਭੈੜਾ ਮਨ ਜੰਮ ਗਿਆ ਜਿਹੜਾ ਹੁਣ ਗਲਤ ਔਗਣੀ ਕਰ ਰਿਹਾ, ਤੇ ਕਹਿੰਦੇ ਉਹਦੀ ਮਾਂ ਨੂੰ ਮਾਰ ਦਿਓ, ਉਹਦੀ ਮਾਂ ਨੂੰ ਬਾਂਝ ਕਰ ਦਿਓ। ਭਾਵ ਉਹਦੀ ਜਿਹੜੀ ਮੱਤ ਉਸਨੇ ਲਿੱਤੀ ਹੋਈ ਨਾ, ਦੂਜਾ ਲੱਗਿਆ ਹੋਇਆ, ਉਸ ਦੂਜੇ ਲੱਗੇ ਤੋਂ ਉਹਨੂੰ ਹਟਾ ਦਿਓ। ਉਸ ਤੋਂ ਉਹਦੇ ਮਨ ਨੂੰ ਫੇਰ ਕੇ ਸਤਿਗੁਰੂ ਦੇ ਅੱਗੇ ਲਿਆਓ, ਫੇਰ ਕੇ ਅੱਗੇ ਫੇਰ ਕੇ ਨਾ ਦੂਸਰੀ ਮੱਤ ਦੀ ਸ਼ਰਨ ਤੋਂ ਫੇਰ ਕੇ ਸਤਿਗੁਰੂ ਦੀ ਸ਼ਰਨ ਵਿੱਚ ਉਸ ਮਨ ਨੂੰ ਲਿਆਓ। ਉਹਨੂੰ ਗੁਰਬਾਣੀ ਜਪਜੀ ਸਾਹਿਬ ਕਹਿੰਦੀ ਹੈ ਫੇਰ ਕੇ ਅੱਗੇ ਰੱਖੀਏ। ਕਹਿੰਦੇ ਉਸ ਮਨ ਨੂੰ ਨਾ, ਜਿਹੜੀ ਦੂਜੀ ਮਾਂ ਦੇ ਵਿੱਚੋਂ ਜਿਹੜਾ ਮਨ ਜੰਮਿਆ, ਕਹਿੰਦੇ ਉਹਦੀ ਮਾਂ, ਉਹਦੀ ਮੱਤ ਨੂੰ ਨਾ ਬਾਂਝ ਕਰ ਦਿਓ, ਮਾਂ ਨੂੰ ਬਾਂਝ ਕਰ ਦਿਓ, ਕਿ ਤਾਂ ਕਿ ਇਹਦਾ ਜੰਮਣਾ ਬੰਦ ਹੋ ਜਾਏ। ਭਾਵ
ਦੁਰਮਤ ਰੂਪੀ ਮਾਂ ਦੀ ਸ਼ਰਨ ਚੋਂ ਇਸ ਮਨ ਨੂੰ ਕੱਢ ਲਿਆ, ਉਹ ਦੁਰਮਤ ਰੂਪੀ ਮਾਂ ਨੂੰ ਮਾਰ ਦਿਓ ਤੇ ਉਹ ਜਿਸ ਨੂੰ ਕਹਿੰਦੇ ਨੇ ਮੁਈ ਸੁਰਤਬਾਦ ਅਹੰਕਾਰ, ਜਿਹਦੀ ਉਹ ਜਿੱਥੇ ਧਿਆਨ ਟਿਕਿਆ ਹੋਇਆ ਉਹ ਇਹਦੀ ਸੁਰਤ ਨੂੰ ਮਾਰ ਦਿਓ ਤੇ ਇਹਨੂੰ ਫੇਰ ਕੇ ਸਤਿਗੁਰ ਦੀ ਸ਼ਰਨ ਚ ਲੈ ਕੇ। ਹਾਂਜੀ ਜੀ ਜੀ। ਜੋ ਸੱਚ ਲਾਗੇ ਤਿਨ ਸਾਚੀ ਸੋਏ, ਦੂਜੇ ਲਾਗੇ ਮਨ ਮੁਖ ਰੋਏ, ਦੁਹਾਂ ਸਿਰਿਆਂ का खसम है आपे, आपे गुण में भीजे। जो सच लागे, जो सच विच जुड़ गए, जो परमात्मा दे चरणों विच जिन्हां दी सुरत जुड़ गई, गुरु दे शब्द विच जिन्हां दी सुरत टिक गई है, तिन साची सोए, सोए तो पावे शोभा। कहंदे उन्हां नूं माण भी सच्चा माण प्राप्त हुंदा है। दूजे लागे मनमुख रोए, दूजे एक परमात्मा नूं छड़ के समझ लीए, सच नूं छड़ के जेड़े होर दूजे पासे लगे बैठे है, दूजे लागे एक परमात्मा नूं छड़ के दूजे दे मुंह विच जेड़े फस गए है, वो मनमुख, वो जेड़ी मनमुख लुकाई है या मनमुख जीव स्त्री रोए रोंदी रहती है कि दूजे लागे मनमुख रोए, दुहा सिरिया का खसम है आपे, आपे गुण में भीजे। दुहा सिरिया का खसम है आपे, दो सिरिया का जिक्र कर रहे। गुरु साहब जिहड़ा अक्षर भी इस्तेमाल करते ना, बड़े खूबसूरत अक्षर इस्तेमाल कर रहे हैं। हर थां ते जिहड़ा दोहा सिरिया तो की पावे, एक सिरा है जिहड़ा समझ लीए परमात्मा तो उलट होके टुरन वाले, एक सिरा है जिहड़ा परमात्मा दे राह वल टुरन वाला। दोहा सिरिया का खसम है आप पे, कहने पर दोनों का खसम वो परमात्मा आप ही है, आपे गुण में पीछे है। ते परमात्मा आप ही गुणा दे नाल भिजदा है, भाव गुणा दे नाल प्रसन्न होता है, आपे गुण में पीछे है। पिछे भी जरा विषय चल रहा थी ना, इत्थे कमाना सो अगे आया, अंत काल क्या कीजे है। इत्थे कमाना असी अक्सर जिहड़ा है ना, ਜਿਹੜੇ ਆਮ ਜਿਹੜੀ ਪ੍ਰਚਲਿਤ ਜਿਹੜੀ ਗੱਲਾਂ ਚੱਲਦੀਆਂ ਹੁੰਦੀਆਂ ਉਸ ਨਾਲ ਬੜੇ ਅਸੀਂ ਪ੍ਰਭਾਵਿਤ ਹੁੰਦੇ ਹਾਂ। ਜੋ ਅਸੀਂ ਇੱਥੇ ਕਮਾਇਆ ਤੇ ਮਰਨ ਉਪਰੰਤ ਸਾਨੂੰ ਇਹ ਪ੍ਰਾਪਤ ਹੋਏਗਾ। ਕੱਲ ਨੂੰ ਕਿਧਰੇ ਅਸੀਂ ਕੁੱਤੇ ਦੀ ਜੂਨ ਨਾ ਪੈ ਜਾਈਏ, ਕਿਧਰੇ ਅਸੀਂ ਸੂਅਰ ਦੀ ਜੂਨ ਨਾ ਪੈ ਜਾਈਏ। ਤੇ ਗੁਰੂ ਸਾਹਿਬ ਜਿਹੜਾ ਦ੍ਰਿਸ਼ਟਾਂਤ ਦਿੰਦੇ ਹੈਗੇ ਨਾ, ਇੱਕ ਸ਼ਬਦ ਦੇ ਰਾਹੀਂ ਹੋਰ ਸਮਝਾਣਾ ਕਰਦੇ ਹਨ। ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਿਸ਼ਟ ਨੇ, ਉਕਰੇ ਸ਼ੂਕਰੇ ਗਰਦਬੇ ਕਾਕੇ ਸਰਪ ਨੇ ਤੁਲ ਖਲੇ। ਕਹਿੰਦੇ ਕੱਲ ਦਾ ਨਹੀਂ ਪਤਾ, ਪਰ ਤੂੰ ਅੱਜ ਹੀ ਜੇਕਰ ਗੁਰੂ ਦੇ ਮੰਤਰ ਤੋਂ, ਗੁਰੂ ਦੀ ਸਲਾਹ ਦੇ ਆਧਾਰ ਤੇ ਨਹੀਂ ਟੁਰਨਾ ਕਰ ਰਿਹਾ ਤੇ ਤੂੰ ਅੱਜ ਹੀ ਜਿਹੜਾ ਹੈ ਮਾਨੋ ਕੁੱਤੇ ਦੀ ਜੂਨ ਵਿੱਚ ਪਿਆ ਹੋਇਆ ਕੰਮ ਤੂੰ ਉਹ ਕਰ ਰਿਹਾ ਹੈਗੇ। ਕੁੱਕਰ ਵਰਗੇ, ਸੂਅਰ ਵਰਗੇ, ਖੋਤਿਆਂ ਵਰਗੇ ਜਾਂ ਕਊਏ ਵਰਗੇ ਜਾਂ ਸੱਪ ਵਰਗੇ ਤੂੰ ਕੰਮ ਅੱਜ ਹੀ ਕਰ ਰਿਹਾ ਹੈਗਾ। ਅਸੀਂ ਕੱਲ ਤੋਂ ਡਰਦੇ ਹਾਂ ਕਿ ਮਰਨ ਉਪਰੰਤ, ਕਿਉਂਕਿ ਇੱਕ ਦ੍ਰਿਸ਼ਟਾਂਤ ਬਣਾਇਆ ਗਿਆ ਹੈ ਕਿ ਮਰਨ ਉਪਰੰਤ ਜਿਹੜਾ ਹੈਗਾ ਸਾਡੀ ਜਿਹੜੀ ਜੂਨ ਹੈਗੀ ਹੈ, ਸਾਨੂੰ ਭੈੜੀ ਜੂਨ ਵਿੱਚ ਆਉਣਾ ਪੈਣਾ ਹੈਗਾ। ਗੁਰੂ ਸਾਹਿਬ ਕਹਿੰਦੇ ਕੱਲ ਨਹੀਂ, ਤੂੰ ਅੱਜ ਹੀ ਭੈੜੀ ਜੂਨ ਵਿੱਚ ਤੇ ਨਹੀਂ ਪਿਆ ਹੋਇਆ ਕਿਧਰੇ। ਜੇ ਤੂੰ ਅੱਜ ਗੁਰੂ ਦੇ ਸ਼ਬਦ ਨਾਲ ਜੁੜਨਾ ਨਹੀਂ ਕੀਤਾ ਤਾਂ ਤੂੰ ਅੱਜ ਹੀ ਮਾਨੋ ਉਨ ਜੂਨਾਂ ਨੂੰ ਤੂੰ ਭੋਗਣਾ ਕਰ ਰਿਹਾ ਹੈਗਾ। ਤੇ ਅਸੀਂ ਆਧਾਰ ਤੇ ਗੁਰੂ ਸਾਹਿਬ ਜਿਹੜਾ ਹੈਗਾ ਸਾਰੀ ਗੱਲਾਂ ਸਾਨੂੰ ਖੋਲ ਕੇ ਸਮਝਾਉਣਾ ਕਰ ਰਹੇ ਹੈਗੇ। ਜੀ ਅਰਵਿੰਦਰ ਵੀ ਚਲਾ ਕੇ ਜਿਹੜੀ ਸੱਚੀ ਵਿਚਾਰਧਾਰਾ ਦੇ ਨਾਲ ਜੁੜ ਜਾਂਦੇ ਨੇ, ਜੋ ਰੱਬੀ ਹੁਕਮ ਨੇ ਉਹਨਾਂ ਨਾਲ ਜਿਹੜੇ ਬੰਦੇ ਜੁੜ ਜਾਂਦੇ ਨੇ, ਜੋ ਸੱਚ ਲਾ ਕੇ ਤਿੰਨ ਸਾਚੀ ਸੋਏ, ਉਹਨਾਂ ਦੀ ਪਦ ਇੱਜ਼ਤ। ਕਿਉਂਕਿ ਦੁਨਿਆਵੀ ਤੌਰ ਤੇ ਗੁਰੂ ਸਾਹਿਬ ਜਿਹੜਾ ਅਸੀਂ ਕਈ ਵਾਰ ਉਹਨੂੰ ਵਿਚਾਰ ਕਰਨੇ ਆ ਵੀ ਜੇ ਯੁੱਗ ਚਾਰੇ ਆਰਜਾਂ ਵਾਲੀ ਜਿਹੜੀ ਪੌੜੀ ਚੱਲਦੀ ਹੈ, ਉਧਰ ਦੁਨਿਆਵੀ ਤੇ ਬੰਦਾ ਕਹਿ ਲੇ ਕਿ ਬੰਦਾ ਉਸ ਤੋਂ ਵੱਧ ਕੀ ਐਕਸਪੈਕਟ ਕਰਦਾ ਵੀ ਜੇ ਯੁੱਗ ਚਾਰੇ ਆਰਜਾਂ, ਤੇਰੀ ਆਰਜਾ ਪਾਉ ਉਮਰ 4 ਯੁਗਾਂ ਨੇ, ਕਹਿੰਦਾ ਨਹੀਂ 40 ਯੁਗਾਂ ਜਿੱਤੀ ਹੋ ਜਾਵੇ, ਨਾਲ ਚਲੇ ਸਭ ਕੋਈ ਚੰਗਾ ਨਾ ਹੋ, ਤੂੰ ਬਦਨਾਮੀ ਜੀਵਨ ਵਿੱਚ ਨਹੀਂ ਹੈ ਤੇਰਾ, ਸਭ ਮੰਨਦੇ ਨੇ ਤੈਨੂੰ। ਕਹਿੰਦੇ ਵੀ ਅੱਗੇ ਕਹਿੰਦੇ ਵੀ ਜੇ ਤਿਸ ਨਜ਼ਰ ਨਾ ਆਵੇ, ਜੇ ਰੱਬ ਨੂੰ ਪ੍ਰਵਾਨ ਨਾ ਹੋਇਆ। ਇੱਥੇ ਕਹਿੰਦੇ ਵੀ ਉਹ ਕਹਿੰਦੇ ਨੇ ਕਹੋ ਕਬੀਰ, ਇੱਕ ਵਾਰ ਦਾ ਸ਼ਬਦ ਆਉਂਦਾ ਕਹੋ ਕਬੀਰ ਪਦ ਹਰ ਪ੍ਰਵਾਨ। ਸਹੀ ਇੱਜ਼ਤ ਮਾਨ ਦੇ ਹੋਵੇ ਕਿ ਤੂੰ ਰੱਬ ਨੂੰ ਪ੍ਰਵਾਨ ਹੋ। ਦੁਨਿਆਵੀ ਤੌਰ ਤੇ ਤੈਨੂੰ ਬੰਦੇ ਤੈਨੂੰ ਭਾਵੇਂ ਸਾਰੀ ਦੁਨੀਆ ਹੀ ਤੇਰੇ ਨਾਲ ਚੱਲਦੀ ਹੋਵੇ, ਗੁਰੂ ਦੀ ਗੱਲ ਕਹਿੰਦੇ ਨੇ ਜੋ ਸੱਚ ਲਾਗੇ, ਜੋ ਸੱਚੇ ਜੇ ਰੱਬ ਅਸੀਂ ਕਹਿੰਦੇ ਵੀ ਹੁਕਮ ਰੂਪ ਹੋ ਕੇ ਵਰਤ ਰਿਹਾ, ਤੇ ਜਿਹੜੇ ਸੱਚੇ ਹੁਕਮਾਂ ਦੇ ਅਨੁਕੂਲ ਜਿਨ੍ਹਾਂ ਨੇ ਆਪਣਾ ਜੀਵਨ ਜਿਹੜੇ ਉਹ ਰੱਬੀ ਹੁਕਮਾਂ ਦੇ ਨਾਲ ਆਪਣੇ ਜੀਵਨ ਨੂੰ ਜੋੜ ਲਿੱਤਾ ਹੈ, ਜੋ ਸੱਚ ਲਾਗੇ
ਤਿੰਨ ਸਾਚੀ ਸੋਏ, ਉਹਨਾਂ ਦੀ ਪਦ ਇੱਜ਼ਤ ਸੋਏ ਤੋਂ ਬਾਅਦ ਜਿਹੜਾ ਪਦ ਇੱਜ਼ਤ ਜਿਹੜੀ ਹੈ, ਸ਼ੋਭਾ ਜਿਹੜੀ ਹੈ, ਉਹ ਉਹਨਾਂ ਦੀ ਸੱਚੀ ਹੁੰਦੀ ਹੈ। ਕਹਿੰਦੇ ਦੂਜੇ ਲਾਗੇ ਮਨਮੁਖ ਰੋਏ, ਜਿਹੜੇ ਰੱਬੀ ਹੁਕਮਾਂ ਤੋਂ ਉਲਟ ਹੋਰ ਜਿਹੜੀ ਦੁਨੀਆ ਦੀ ਅਗਵਾਈ ਜਿਹੜੀ ਕਹਿ ਰਹੀ ਹੈ, ਜਿਹੜੀ ਮਨ ਉਹਨਾਂ ਨੂੰ ਕਹਿੰਦਾ ਕੋਈ ਗੱਲ ਨਹੀਂ, ਇਹ ਵੀ ਕਰ ਲੋ, ਝੂਠ ਵੀ ਬੋਲੋ, ਜਾਂ ਵੀ ਉਹ ਕਰਮ ਕਾਂਡਾ ਵਿੱਚ ਜਿਹੜਾ ਰੱਬੀ ਹੁਕਮਾਂ ਦਾ ਹਿੱਸਾ ਨਹੀਂ ਹੈ ਨਾ ਕਿ ਪਹਿਲੇ ਰਹਿਣਾ। ਗੁਰਬਾਣੀ ਕਿੰਨੇ ਸਾਰੇ ਵੀ ਜਿਹੜੇ ਵਰਤ ਦਾ ਜਿਹੜਾ ਚੱਲਦਾ ਵੀ ਛੋਟੇ ਅੰਨ ਕਰੇ ਪਖੰਡ ਨਾ ਹੋ, ਸੁਹਾਗਣ ਨਾ ਹੋ ਰੰਡ, ਤਜੀਏ ਅੰਨ ਨਾ ਮਿਲੇ ਗੋਪਾਲ, ਐਸੇ ਬਹੁਤ ਸਾਰੇ ਸ਼ਬਦ ਜਿਹੜੇ ਗੁਰਬਾਣੀ ਅੰਦਰ ਆਉਂਦੇ ਨੇ। ਪੱਗੋ ਪੈਤਾਨਾ ਆਪਣਾ ਕੀ ਕਮਾਨਾ, ਵੀ ਉਹ ਤਨ ਨਾ ਤਪਾਏ ਤਨੂਰ ਜਿਉਂ, ਇਹ ਸਾਰੇ ਰੱਬੀ ਹੁਕਮਾਂ ਵਾਲੀ ਕਿਰਿਆਵਾਂ ਨਹੀਂ ਨੇ। ਤੇ ਇਹਨਾਂ ਨੂੰ ਲੇਕਿਨ ਕਈਆਂ ਨੂੰ ਇਹਨਾਂ ਦੇ ਨਾਲ ਜਿਹੜਾ ਜਪਜੀ ਸਾਹਿਬ ਦੇ ਦੋ ਸੈਟ ਸਾਹਿਬ ਜਿਹੜੇ ਅਸੰਖ ਵਾਲੇ ਆਉਂਦੇ ਨਾ, ਇੱਕ ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪਤਾਓ, ਉਹ ਗੁਰੂ ਸਾਹਿਬ ਨੇ ਉਹਨੂੰ ਇੱਕ ਦੋ ਲਿਸਟ ਵੱਖਰੇ ਵੱਖਰਾ, ਇੱਕ ਅਸੰਖ ਚੋਰ ਆਰਾਮ ਖੋਰ ਵਾਲੀ ਲਿਸਟ ਹੈ। ਇੱਕ ਦਿਨ ਇੱਕ ਬੰਦੇ ਉਹ ਨੇ ਜੋ ਨਾਸਤਿਕ ਨਹੀਂ ਨੇ ਪੂਰੇ ਤੌਰ ਤੇ, ਆਸਤਕ ਤੇ ਹੈ, ਮਿਲਣਾ ਚਾਹੁੰਦੇ ਨੇ ਰੱਬ ਨੂੰ, ਲੇਕਿਨ ਸਹੀ ਜੀਵਨ ਦੀ ਜਾਂਚ ਨਹੀਂ ਮਿਲੀ। ਉਹਦੇ ਪ੍ਰਥਾਈ ਉਹ ਕੰਮ ਕਰੀ ਸਾਰੇ ਜਿਹੜੇ ਸਹਿਣ ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਸਰ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋ, ਇਹ ਸਾਰੇ ਗੁਰਮਤ ਦੇ ਫੈਸਲੇ ਨਹੀਂ ਨੇ, ਗੁਰਮਤ ਦੇ ਤੌਰ ਤਰੀਕੇ ਨਹੀਂ ਨੇ। ਇੱਕ ਉਹ ਵੀ ਨੇ, ਇੱਕ ਨਾ ਇਹ ਨੇ, ਭਾਵੇਂ ਉਹ ਆਪਣੇ ਵੱਲੋਂ ਭਾਵੇਂ ਇਹ ਕੰਮ ਕਰਦੇ ਪਏ ਨੇ, ਅਸੰਖ ਮੋਨ ਲਿਵਲਾਏ ਤਾਰ। ਹੁਣ ਮੋਨ ਰਹਿਣਾ ਅਸੀਂ ਕਈ ਵਾਰ ਵਿਚਾਰ ਕਰਨਾ ਵੀ ਮੋਨ ਰਹਿਣਾ ਗੁਰਮਤ ਦਾ ਤਰੀਕਾ ਨਹੀਂ, ਤਪਤਾਓ ਜਿਹੜਾ ਹੈ ਉਹ ਗੁਰਮਤ ਦਾ ਸਿਧਾਂਤ ਨਹੀਂ ਹੈ। ਲੇਕਿਨ ਗੁਰੂ ਉਹਨਾਂ ਦੀ ਲਿਸਟ ਨਾਲ ਫਿਰ ਵੀ ਵੱਖਰੀ ਕ੍ਰੀਏਟ ਕਰਦੇ ਪਏ ਨੇ। ਇੱਕ ਹੋਰ ਜਿਹੜੇ ਨੇ ਨਾ ਬਿਲਕੁਲ ਨਲਾਇਕ, ਅਸੰਖ ਮੂਰਖ ਅੰਧਖੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਕਲਵਟ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੁੜਿਆਰ ਕੁੜੇ ਫਿਰਾਏ, ਅਸੰਖ ਮਲੇਛ ਮਲ ਪੱਖ ਖਾਏ, ਅਸੰਖ ਨਿੰਦਕ ਸਿਰ ਕਰੇ ਪਾਰ। ਇੱਕ ਨੇ ਨਾ तो गुरु एक इंग्लिश की लाइन आती कहते इवन गिव द डेविल इज ड्यू। ठीक है, वो बंदे भावें वो गुरमत वाले रस्ते पे नहीं भी टुरे हुए, लेकिन फिर भी गुरु उन्होंने उतना माड़ा नहीं कहता। वो असंख चोर हराम खोर वाले वाली फैलिस्ट है ना, उन्होंने खड़ा नहीं करता। ਜਿਹੜੇ ਦੂਜੇ ਲਾਗੇ ਜਿਹੜੇ ਨੇ ਨਾ, ਦੂਜੇ ਲਾਗੇ ਬਹੁਤ ਜਿਹੜੇ ਰੱਬੀ ਸਿਧਾਂਤ ਟੁੱਟੇ ਹੋਏ ਨੇ। ਇੱਕ ਤੇ ਜਿਹੜੇ ਨੇ ਬਿਲਕੁਲ ਮਾੜੇ ਕੰਮਾਂ ਵਾਲੇ ਪਾਸੇ ਹੀ, ਅਸੰਖ ਚੋਰ ਹਰਾਮਖੋਰ ਵਾਲੇ ਪਾਸੇ ਲੱਗੇ ਹੋਏ ਨੇ। ਇੱਕ ਉਹ ਵੀ ਨੇ ਜਿਹੜੇ ਭਾਵੇਂ ਜਿਨ੍ਹਾਂ ਦੇ ਮਨ ਦੀ ਰੀਝ ਹੈ ਪਰਮਾਤਮਾ ਦੇ ਮਿਲਾਪ ਦੀ, ਵੀ ਉਹ ਕਹਿੰਦੇ ਵੀ ਉਹ ਨਿਮਕ ਕਰ ਸਰੀਰ ਕਟਾਵੇ। ਹੁਣ ਉਹ ਸਰੀਰ ਕਟਾਉਂਦਾ ਕਿ ਉਹ ਬੈ ਕੇ ਸੋਚ ਤੇ ਉਹੀ ਨਾ ਪ੍ਰਭੂ ਨੂੰ ਮਿਲਣਾ ਹੈ। ਵੀ ਮਨ ਕਾਮਨਾ ਕਿਹਦੇ ਜਾਏ ਬਸਿਓ, ਸਿਰ ਕਰਵਤ ਧਰਾਏ। ਮਨ ਦੀ ਕਾਮਨਾ ਤੇ ਸੀ ਵੀ ਉਹਦੇ ਵਾਸਤੇ ਉਹ ਕਸ਼ਟ ਵੀ ਬਹੁਤ ਲੈਂਦਾ ਪਿਆ, ਲੇਕਿਨ ਉਹ ਦੂਜੇ ਭਾਏ ਵਿੱਚ ਕਰਦਾ ਪਿਆ। ਕਹਿੰਦੇ ਜਿਹੜਾ ਬੰਦਾ ਦੂਜੇ ਭਾਏ ਵਿੱਚ ਕਰੇਗਾ ਨਾ, ਕਹਿੰਦੇ ਦੂਜੇ ਦੇ ਲਾਗੇ ਜਿਹੜੀ ਇਸ ਵਿਚਾਰਧਾਰਾ ਦੇ ਨਾਲ ਲੱਗ ਗਿਆ, ਉਹ ਮਨਮੁਖ ਬੰਦਾ ਉਹਦੇ ਹੱਥ ਵਿੱਚ ਕੇਵਲ ਪਛਤਾਪ ਰੋਏ, और ਉਹਨੂੰ ਕੰਨ ਨਹੀਂ ਸੋ ਗਾਹਣ ਲੱਗਿਓ। ਐਸੇ ਕਰਮ ਕਾਇ ਜਪੋਰੇ ਕਾਇ ਤਪੋਰੇ ਕਾਇ ਬਿਲੋ ਪਾਣੀ ਰੱਖ ਚੋਰਾ ਕਾਇ ਕਮੰਡਲ ਕਾ ਪੜਿਆਰੇ ਅਰਸ਼ਦ ਕਾਇ ਫਿਰਾਈ ਬਦਤ ਤਿਲੋਚਨ ਸੁਣ ਰਹੇ ਪ੍ਰਾਣੀ ਕੰਨ ਬਿਨ ਗਾਹ ਕੇ ਭਾਈ ਤੂੰ ਫਜ਼ੂਲ ਵਾਲੇ ਕਰਮ ਕਰਦਾ ਰਹੇਗਾ, ਤੇਰੇ ਹੱਥ ਵਿੱਚ ਕੇਵਲ ਤੇ ਕੇਵਲ ਪਛਤਾਪ ਹੀ ਰਹੇਗਾ। ਦੂਜੇ ਲਾਗੇ ਮਨਮੁਖ ਰੋਏ ਤੁਹਾਂ ਸਿਰਿਆਂ ਕਾ ਕਸਮ ਹੈ ਆਪੇ। ਉਹ ਤੂੰ ਦੋਨੋਂ ਪਾਸੇ ਜਿਹੜਾ ਤੂੰ ਦੇਖੇਗਾ ਨਾ ਵੀ ਉਹ ਮਾਲਕ ਤੇ ਜਿਹੜਾ ਹੈ ਨਾ, ਉਹ ਤੇ ਸਾਰਿਆਂ ਦਾ ਮਾਲਕ ਉਹ ਇੱਕੋ ਹੀ ਮਾਲਕ ਹੈ। ਭਾਵੇਂ ਇਹ ਇਸ ਪ੍ਰਕਾਰ ਕਰਮ ਕਰਨ ਵਾਲੇ ਬੰਦੇ ਨੇ, ਉਸ ਪ੍ਰਕਾਰ ਕਰਮ ਕਰਨ ਵਾਲੇ ਬੰਦੇ ਨੇ, ਲੇਕਿਨ ਰੱਬ ਖੁਸ਼ ਉਹਨਾਂ ਨਾਲ ਹੁੰਦਾ ਹੈ ਜੋ ਜਿਨ੍ਹਾਂ ਨੂੰ ਉਹਦਾ ਭਾਣਾ ਪਾ ਜਾਂਦਾ ਹੈ। ਉਹਦਾ ਭਾਣਾ ਕੀ ਹੈ, ਉਹ ਸਾਨੂੰ ਗੁਰੂ ਦੇ ਰਾਹੀਂ ਉਹ ਕਹਿੰਦੇ ਜਬ ਲੋਕ ਹੁਕਮ ਨਾ ਪੁੱਛਦਾ ਤੇ ਆਪੇ ਗੁਣ ਮੈਂ ਭੀਜੇ ਰੇ ਭੀਜੇ ਹੈ। ਉਹਨਾਂ ਨੂੰ ਉਹ ਜੋ ਬੰਦੇ ਅੱਛੇ ਕੰਮ ਕਰਦੇ ਨੇ ਨਾ, ਉਹਨੂੰ ਪਸੰਦ ਕਰ ਲੈਂਦਾ ਹੈ। ਤੇ ਦੋਨੋਂ ਜਿਹੜੇ ਮਨਮੁਖ ਬੰਦੇ ਨੇ ਉਹ ਵੀ ਤਾਂ ਰੱਬ ਦੇ ਪੈਦਾ ਕੀਤੇ ਹੋਏ ਨੇ ਵੀ, ਲੇਕਿਨ ਉਹ ਭਿਜਦਾ ਕਿਨਾਂ ਤੋਂ ਹੈ, ਉਹ ਭਿਜਦਾ ਉਹਨਾਂ ਤੋਂ ਹੈ ਜਿਨ੍ਹਾਂ ਨੂੰ ਰੱਬ ਦੇ ਨਿਯਮ, ਰੱਬ ਦੇ ਹੁਕਮ ਜਿਹੜੇ ਨੇ ਨਾ, ਜੋ ਕਿ ਗੁਰੂ ਦੇ ਰਾਹੀਂ ਸਾਨੂੰ ਮਿਲਦੇ ਨੇ, ਜਿਨ੍ਹਾਂ ਦਾ ਮਨ ਉਹਦੇ ਵਿੱਚ ਭਿਜ ਜਾਂਦਾ ਹੈ। ਵੀ ਜੀ ਇੱਕ ਵਾਰੀ ਜਰਾ ਥੋੜਾ ਜਿਹਾ ਹੋਰ ਖੋਲਿਓ ਇਸ ਲਾਈਨ ਵਿੱਚ, ਥੋੜੀ ਅੜ ਗਿਆ। ਦੂਜਾ ਸਿਰਿਆ ਇਹ ਵਾਲੀ ਲਾਈਨ ਜਰਾ ਦੁਬਾਰਾ ਵਿਚਾਰ ਕਰਿਓ। ਉਹ ਜਿਹੜੇ ਨੇ ਦੋਨੋਂ ਦੋ ਬਾਉਂਡਰੀਜ਼ ਵੀ ਉਹ ਅਸੀਂ ਕਹਿੰਦੇ ਵੀ ਪਰਵਿਰਤਨ ਹੱਟਾਂ ਤੋਂ ਤੁਹਾਨੂੰ ਕਹਿ ਲਓ, ਬਿਟਵੀਨ ਟੂ ਬਾਉਂਡਰੀਜ਼। ਇੱਕ ਇਹ ਬਾਉਂਡਰੀ ਜਿਹੜੀ ਮਨਮੁਕਤਾ ਵਾਲੀ ਬਾਉਂਡਰੀ ਹੈ, ਔਰ ਇੱਕ ਗੁਰਮੁਕਤਾ ਵਾਲੀ ਬਾਉਂਡਰੀ ਹੈ। ਹੁਣ ਸਾਰਾ ਸੰਸਾਰ ਉਹਦੇ ਵਿੱਚ ਹੀ ਕਰਮ ਕਰੀ ਜਾ ਰਿਹਾ। ਇਟ ਇਜ਼ ਅ ਡਾਇਨਾਮਿਕ ਲਾਈਫ। ਅਸੀਂ ਕਹਿੰਦੇ ਨਾ ਕਿ ਉਹ ਜਿਹੜੇ ਵਿੱਚ ਕਹਿੰਦੇ ਨੇ ਕਿ ਹੁੰਦਾ ਕਿ ਮਨ ਅੱਜ ਉਹ ਕਹਿੰਦੇ ਵੀ ਉਹ ਸੋਈ ਚੰਦ ਚੜੇ ਸਿਤਾਰੇ ਸੋਈ ਦੁਨੀਆ ਤਪਤ ਰਹੇ ਸਾਥ ਧਰਤੀ ਸਾ ਪਵਨ ਚਲਾਏ। ਕਹਿੰਦੇ ਜੋ ਜੀਓ ਖੇਲੇ ਥਾਉ ਕੈਸੇ। ਜਦੋਂ ਕਹਿੰਦੇ ਵੀ ਕਲਯੁਗ ਆ ਗਿਆ, ਇਹਦੇ ਜਿਸ ਕਿਸਮ ਦਾ ਪ੍ਰਭਾਵ ਤੇਰੀ ਮੱਤ ਦੇ ਉੱਤੇ ਪੈ ਰਿਹਾ ਨਾ, ਤੂੰ ਹੁਣੇ ਇੰਸਟੈਂਟ ਯੂ ਮੇ ਬੀ ਲਿਵਿੰਗ ਫੋਰ ਅਸੀਂ ਕਹਿੰਦੇ ਡਾਇਨਾਮਿਕ ਲਾਈਫ ਹੈ। ਤੂੰ ਹੋ ਸਕਦਾ ਫੋਰ ਇੰਸਟੈਂਟ ਯੂ ਮੇ ਬੀ ਅ ਗੁਰਮੁਖ, ਦ ਨੈਕਸਟ
ਜਿਹਾ ਸ਼ਬਦ ਹੈ ਮੋਹਨੀ ਮੋਰਹੀ ਮੋਰੀ ਮਾਇਆ ਦਾ ਪਹਿਲੀ ਪੰਕਤੀ ਆਉਂਦੀ ਕਹਿੰਦਾ ਤਨ ਮਨ ਗਲਤ ਭੈ ਤੈ ਸੰਗੇ ਹੀਏ ਕੋ ਪ੍ਰੀਤਮ ਵਿਸਰ ਨਾ ਜਾਏ। ਮੇਰਾ ਪਿਆਰਾ ਪ੍ਰਭੂ ਹੈ ਪਰਮਾਤਮਾ ਹੈ ਉਹ ਕਹਿੰਦੇ ਮੈਨੂੰ ਭੁੱਲ ਨਾ ਜਾਏ, ਮੈਂ ਕਿਤੇ ਤਾਂ ਭੁਲਾ ਨਾ ਦੇਵਾਂ ਕਿ ਹੀਏ ਕੋ ਪ੍ਰੀਤਮ ਵਿਸਰ ਨਾ ਜਾਏ। ਅੱਗੇ ਕਹਿੰਦੇ ਨੇ ਤਨ ਮਨ ਗਲਤ ਭੈ ਤੈ ਸੰਗੇ ਮੋਹਨੀ ਮੋਹ ਰਹੀ ਮੇਰੀ ਮਾਈ। ਮੇਰੇ ਬਹੁਤ ਸਾਰੇ ਤੇ ਹੋ ਸਕਦੇ ਨੇ ਉਹ ਜਦੋਂ ਸਾਡੇ ਅਸੀਂ ਇਹਨਾਂ ਸਿਧਾਂਤਾਂ ਦੇ ਨਾਲ ਅਸੀਂ ਪ੍ਰਭਾਵਿਤ ਹੋ ਜਾਂਦੇ ਹਾਂ ਹੁੰਦੇ ਹਾਂ। ਜਿਹੜਾ ਜੰਮਣ ਮਰਨ ਕਿਉਂ ਕਹਿੰਦੇ ਪਿਆ ਨੂੰ ਅਸੀਂ ਕਿਉਂਕਿ ਘੜੀ ਜੰਮਦੇ ਹਾਂ ਫਿਰ ਮਰ ਜਾਂਦੇ ਹਾਂ। ਜਿਵੇਂ ਗੁਰਦੁਆਰੇ ਜਾਂਦੇ ਹਾਂ ਅੱਛੀ ਜਾਤਾਂ ਸੁਣਦੇ ਹਾਂ ਅਸੀਂ ਫਿਰ ਜੀਉ ਪੈਂਦੇ ਹਾਂ ਆਤਮਿਕ ਤੌਰ ਤੇ। ਮਨ ਤਨ ਗਲਤ ਪੈ ਤਾਂ ਸੰਗੇ ਕਹਿੰਦਾ ਲੇਕਿਨ ਜਿਹੜੀ ਮਾਇਆ ਉਹ ਵੀ ਆਪਣਾ ਪ੍ਰਭਾਵ ਨਾਲ ਰੱਖਦੀ ਪਈ ਹੈ ਨਾ। ਸੋ ਦਿਸ ਇਜ਼ ਪਾਰਟ ਆਫ ਲਾਈਫ। ਸੋ ਦਿਸ ਇਜ਼ ਪਾਰਟ ਆਫ ਲਾਈਫ। ਅਸੀਂ ਵਿਚਾਰ ਸੁਣਦੇ ਹਾਂ, ਗੁਰਦੁਆਰੇ ਜਾਂਦੇ ਹਾਂ ਤੇ ਸਾਡਾ ਜੀਵਨ ਸਹੀ ਹੋ ਜਾਂਦਾ ਹੈ। ਜਦ ਅਸੀਂ ਵਿਚਾਰਾਂ ਤੋਂ ਗੁਰਦੁਆਰੇ ਤੋਂ ਗੁਰਬਾਣੀ ਤੋਂ ਦੂਰ ਹੁੰਦੇ ਹਾਂ ਤੇ ਅਸੀਂ ਆਪਣੀ ਲਿਵਿੰਗ ਲਾਈਫ ਵਿੱਚ ਜਾਂਦੇ ਹਾਂ ਤੇ ਸਾਡੇ ਜਿਹੜੀ ਮਨ ਹੈਗਾ ਸਕੇਲ ਬਿਟਵੀਨ 0 to 100 ਕਹਿ ਲਓ ਉਦੋਂ ਕੋਈ ਬੰਦਾ ਕਦੀ 0 ਦੇ ਸਕੇਲ ਦੇ ਉੱਤੇ ਵੇ ਕੋਈ 10 ਦੀ ਸਕੇਲ ਤੇ ਹੋ ਜਾਏਗਾ, ਕੋਈ 50 ਤੇ ਹੋ ਸਕਦਾ ਹੈ, ਕੋਈ 90 ਦੀ ਹੋ ਸਕਦਾ ਹੈ, 90 ਹੋ ਕੇ ਫਿਰ ਹੋ ਸਕਦਾ ਹੈ ਕਿ ਸਿੱਧੀ ਸਿੱਧਾ 0 ਤੇ ਆ ਜਾਵੇ, ਹੋ ਸਕਦਾ 50 ਤੇ ਗਿਰੇ। ਇਟ ਇਜ਼ ਨੋਟ ਡਿਸਟਿੰਗੁਇਸ਼ ਨਾ ਵੀ ਇਹ ਦੋਨੋਂ ਜਿਹੜੇ ਨਾ ਦੋਨੋਂ ਛੋੜ ਜਿਹੜੇ ਨਾ ਉਹ ਮਾਲਕ ਦੇ ਆਪਣੇ ਬਣਾਏ ਹੋਏ ਨੇ। ਬਿਟਵੀਨ ਦਿਸ ਹੀ ਇਜ਼ ਰਨਿੰਗ ਦ ਲਾਈਫ ਤੇ ਉਹ ਮਾਲਕ ਬਿਕੋਜ਼ ਇਟ ਇਜ਼ ਨੋਟ ਅਸੀਂ ਕਿਉਂ ਕਹਿੰਦੇ ਕਿ ਬੰਦਾ ਬ੍ਰਹਮ ਗਿਆਨੀ ਨਹੀਂ ਹੁੰਦਾ ਕਿ ਜੋ ਬੰਦਾ ਅੱਜ ਕਹਿੰਦਾ ਪਿਆ ਮੈਂ ਬ੍ਰਹਮ ਗਿਆਨੀ ਹੋ ਲੇਕਿਨ ਉਹਨੇ ਬਹੁਤ ਸਾਰੇ ਅੱਛੇ ਕੰਮ ਕੀਤੇ ਹੋਣ ਲੇਕਿਨ ਵੈਰੀ ਨੈਕਸਟ ਸਟੇਜ ਜਿਵੇਂ ਬਿਕਮ ਰੋਗ ਉਹ ਕਿਸੇ ਕੋਈ ਉਹਦੀ ਗੱਲ ਨਾ ਸੁਣੇ। ਕਈ ਬਾਬਾ ਜੀ ਹੁੰਦੇ ਇਤਨੇ ਗੁੱਸੇ ਵਾਲੇ ਹੁੰਦੇ ਨੇ। ਆਈ ਰਿਮੈਂਬਰ ਉਹ ਕੋਈ ਬਾਬਾ ਜੀ ਆਏ ਸਾਨੂੰ ਅਦਰਵਾਈਜ਼ ਹੀ ਵਾਸ ਵੈਰੀ ਰਿਸਪੈਕਟੇਬਲ ਡੂਇੰਗ ਗੁੱਡ ਕੰਮ ਸੀ। ਉਹਨਾਂ ਨੇ ਇਤਨਾ ਕਿਹਾ ਕਿ ਤੁਸੀਂ ਇਹ ਬਿਲਡਿੰਗਾਂ ਬਣਾਉਣ ਦਾ ਸਕੂਲ ਕਿਉਂ ਨਹੀਂ ਬਣਾਉਂਦੇ ਹੋ। ਇਤਨੇ ਔਖੇ ਹੋ ਗਏ ਵੈਰੀ ਨੈਕਸਟ ਮੂਮੈਂਟ ਹੀ ਵਾਸ ਸੋ ਐਂਗਰੀ ਕਿ ਸਾਨੂੰ ਨਾ ਦੱਸੋ ਕੀ ਕਰਨਾ ਹੈ, ਸਾਨੂੰ ਆਪਣੇ ਪਤਾ ਹੈ ਸਾਨੂੰ ਤਾਂ ਜਿਹੜਾ ਵੀ ਆਰ ਫੀਲਿੰਗ ਕੀ ਆ ਰਿਹਾ ਤੇ ਵੀ ਆਰ ਰਿਕੁਐਸਟਿੰਗ ਬਾਬਾ ਜੀ ਪ੍ਰਸ਼ਾਦਾ ਛੱਕ ਕੇ ਜਾਓ ਕੁਛ ਨਹੀਂ ਬਸ ਮੈਂ ਚੱਲਾਂ ਹੱਥ ਉੱਠ ਕੇ। ਯੋਰ ਲਾਈਫ ਇਜ਼ ਡਾਇਨਾਮਿਕ। ਮੱਧ ਦੇ ਉੱਤੇ ਕਹਿੰਦਾ ਜੁਗ ਜੀਓ ਖੇਲੇ ਥਾਂ ਕੈਸੇ ਉਹਦੇ ਕਹਿੰਦਾ ਨਾ ਚੰਦ ਵੱਖਰਾ ਸੀ ਨਾ ਸੂਰਜ ਵੱਖਰਾ ਸੀ ਨਾ ਉੱਥੇ ਨਾ ਸੋਈ ਚੰਦ ਜਿਹੜੇ ਸਿਤਾਰੇ ਸੋਈ ਦੁਨੀਆ ਦਾ ਪਤਾ ਹੈ ਦਿਨਾਂ ਤੋਂ ਬਹੁਤ ਸੂਰਜ ਸਾਹ ਧਰਤੀ ਸਾਹ ਪਵਨ ਜੁਲਾਲ ਇਹੀ ਧਰਤੀ ਸੀ ਇਹੀ ਹਵਾ ਚੱਲਦੀ ਸੀ ਉਸ ਪਹਿਲਾਂ ਵੀ ਇਹੀ ਚੱਲਦੀ ਸੀ ਇਹ ਵੀ ਚੱਲਦੀ ਸੀ। ਯੁੱਗ ਦਾ ਪ੍ਰਭਾਵ ਤੇ ਜੀ ਦੇ ਉੱਤੇ ਪੈ ਰਿਹਾ ਹੈ। ਵੀ ਉਹ ਸੱਚ ਗ੍ਰੰਥ ਸੰਤੋਖ ਨਾ ਧਰਮ ਅੱਗੇ ਰਤਵਾਓ ਤ੍ਰੇਤੇ ਰਤ ਜੱਤੇ ਕਾ ਜੋਰ ਅੱਗੇ ਰਤਵਾਓ ਤਪ ਰਤ ਤਪੇ ਕਾ ਸਤ ਅੱਗੇ ਰਤਵਾਓ ਕਲ ਯੁਗ ਰਤ ਅਗਨ ਕਾ ਕੂੜ ਅੱਗੇ ਰਤਵਾਓ। ਜਦੋਂ ਤੇਰੇ ਮਨ ਦੇ ਉੱਤੇ ਪ੍ਰਭਾਵ ਵੀ ਅਸੀਂ ਨੂੰ ਕਈ ਬੰਦੇ ਧਾਰਮਿਕ ਕਿਰਿਆ ਕਰਨ ਕੋਈ ਨਹੀਂ ਝੂਠ ਬੋਲੋ ਚੱਲ ਜਾਏ। ਮੇਰੇ ਰਿਮੈਂਬਰ ਯੂ ਆਰ ਕਾਲਡ ਬਾਈ ਵਾਸਤੇ ਕੋਈ ਪ੍ਰਚਾਰਕ ਦੀ ਟਿਕਟ ਕਰਨੀ ਸੀ ਤੇ ਪ੍ਰਚਾਰਕ ਜਿਹੜੀ ਮੈਨੇਜਮੈਂਟ ਸੀ ਦੇ ਡਿਡ ਨਾਟ ਵਾਂਟ ਟੂ ਪ੍ਰਚਾਰਕ ਵਾਸ ਵਾਂਟਿੰਗ ਟੂ ਉਹਦੀ ਟਿਕਟ ਅੱਗੇ ਦੀ ਕਰਨਾ ਚਾਹੁੰਦੇ ਸਨ। ਹੁਣ ਮੈਨੇਜਮੈਂਟ ਨੂੰ ਇੱਕ ਸੀ ਕਿ ਜੇ ਅੱਗੇ ਦੀ ਟਿਕਟ ਵੇਸਟ ਹੋ ਜਾਏਗੀ ਇਹਦਾ ਪੈਸਾ ਮਿਲਣਾ ਨਹੀਂ ਹੈ ਤੇ ਦੇ ਆਰ ਸੇਇੰਗ ਕਿ ਬਈ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਉਹਨਾਂ ਨੂੰ ਕਹਿੰਦੇ ਅਗਲੀ ਟਿਕਟ ਮਿਲਦੀ ਨਹੀਂ ਪਈ ਝੂਠ ਬੋਲ ਦੋ ਕੋਈ ਗੱਲ ਨਹੀਂ ਧਰਮ ਦਾ ਕਰਮ ਨਹੀਂ ਕਰਿਆ। ਹੁਣ ਉਹੀ ਬੰਦੇ ਜੋ ਕਿਸੇ ਪ੍ਰਚਾਰਕ ਨੂੰ ਬੁਲਾਉਂਦੇ ਵੀ ਪਏ ਨੇ ਸ਼ਾਇਦ ਉਸ ਟਾਈਮ ਤੇ ਮਨ ਦੇ ਉੱਤੇ ਅੱਛੀ ਗੱਲ ਚੱਲਦੀ ਪਈ ਕਿ ਨਹੀਂ ਚਲੋ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਹੈ ਲੇਕਿਨ ਜਦੋਂ ਉਹ ਮਾਇਆ ਦਾ ਪ੍ਰਭਾਵ ਚਿਕਨ ਆਇਆ ਤਾਂ ਇਟ ਇਜ਼ ਡਾਇਨਾਮਿਕ ਲਾਈਫ ਵੀ ਕੀਪ ਔਨ ਚੇਂਜਿੰਗ। ਇਹ ਹੈ ਕਿ ਜਿਤਨਾ ਵੱਧ ਤੋਂ ਵੱਧ ਲਾਈਕ ਮੈਂ ਔਰ ਵੀਰ ਜੀ ਕਦੇ ਇਸ ਡਿਸਕਸ ਨਾ ਵੀ ਉਹ ਜਦੋਂ ਸਾਇੰਸ ਪੜ੍ਹਦੇ ਸੀ ਨਾ ਵੀ ਉਹ ਜਦੋਂ ਐਟਮ ਔਰ ਉਹਦੇ ਅੰਦਰ ਜਿਹੜੇ ਇਲੈਕਟ੍ਰੋਨਸ ਨੇ ਉਹਦੀ ਕਹਿੰਦੇ ਮੈਕਸਿਮਮ ਪ੍ਰੋਬੇਬਿਲਿਟੀ ਜੈਸੇ ਕਿ ਇਸ ਆਰਬਿਟ ਅੰਦਰ ਰਹੇਗਾ it is talking about the maximum probability of finding the electron is in this orbit, in this range. It is not that it will always be there. So we should constantly work कि साडी ਜਿਹੜਾ ਨਾ ਅਸੀਂ ਜੇ ਇੱਕ 0 ਤੋਂ 100 ਦਾ ਸਕੇਲ ਹੈ ਨਾ ਤੇ we have to constantly work ਕਿ ਅਸੀਂ close to ਅਸੀਂ ਕਦੀ ਇਹ ਮਾਨ ਨਾ ਕਰੀਏ ਕਿ ਮੈਂ 100 ਤੇ ਪਹੁੰਚ ਗਿਆ ਮੇਰਾ ਜੀਵਨ 100 ਤੇ ਆ ਗਿਆ ਹੈ। ਅਸੀਂ ਹਮੇਸ਼ਾ ਗੁਰ ਕਿਰਪਾ ਗੁਰ ਪ੍ਰਸਾਦ ਰੱਬ ਦੀ ਕਿਰਪਾ ਤੋਂ ਉਹਦੇ ਪ੍ਰਤਾਈ ਹੀ ਕੰਮ ਕਰਦੇ ਜਾਈਏ। ਅਸੀਂ ਕਰਮਾਂ ਨੂੰ ਆਪਣਾ ਆਸਰਾ ਕਰਮ ਹੋਵੇ ਨਾ ਕਰਮ ਅਸੀਂ ਉਸ ਹਿਸਾਬ ਤੇ ਆਪਣੇ ਕੰਮ ਕਰੀਏ। ਕਹਿੰਦੇ ਆਸਰਾ ਭੀਤਰ ਰਹੇ ਨਿਰਾਸ਼ਾ तो नानक एक मिले। तो अच्छे काम करने मारे नहीं ने अच्छे काम ही करने लेकिन अपने कीते हुए कम्मा उत्ते आस लगा लेनी वो कितना तू रब दी मेहर तू रब दी कृपा दा पात्र मन तो अच्छे काम तां कर क्योंकि रब जे चाहे ना रब नियम दे बंधन विच नहीं आंदा जिन्हें लिखे जिस नहीं रब अपने वो ऐसे बहुत सारे शब्द ने असी कल भी करते हुए सी कोई शब्द से रात शब्द सी just give me a minute
ਜਿਹੜਾ ਰਾਤੀ ਸ਼ਬਦ ਤੁਸੀਂ ਕੀਰਤਨ ਵੇਲੇ ਪੜ ਰਹੇ ਸੀਗੇ? ਹਾਂ ਯਾ ਜਸਟ ਅ ਮਿੰਟ, ਮੈਨੂੰ ਮੈਂ ਕਨਕਾ ਦਾ ਸਾਰਾ ਉਦਾਹਰਨ ਦਿੱਤਾ ਹੋਇਆ ਸੀ ਵੀ ਉਹ ਦੇਵਾ ਪਾਹਨ ਤਾਰੀਲੇ ਰਾਮ ਕਹਿਤ ਜਨ ਕਸ ਨਾ ਕਰੇ। ਉਹਦੇ ਸਾਰੇ ਐਗਜ਼ਾਮਪਲਸ ਉਹਨਾਂ ਦੇ ਨੇ ਜੋ ਮੰਨੇ ਪ੍ਰਮੰਨੇ ਜਿਹੜੇ ਨੇ ਨਾ ਦੇ ਵਰ ਡਿਫਾਲਟਰਸ। ਆਈ ਜਸਟ ਟੇਕ ਦੈਟ ਸ਼ਬਦ, ਉਹਨਾਂ ਸਾਰੇ ਜਿਹੜੇ ਨੇ ਨਾ ਉਹ ਸਾਰੇ ਐਗਜ਼ਾਮਪਲਸ ਹੀ ਉਹਨਾਂ ਦੇ ਦਿੱਤੇ ਜਾ ਰਹੇ ਨੇ। ਜੀ ਸੁਖਵਿੰਦਰ ਜੀ, ਤਦ ਤੱਕ ਤੁਸੀਂ ਵਿਚਾਰ ਕਰ ਲਿਓ। ਇਹ ਆ ਗਏ ਸ਼ਬਦ ਵੀ ਆ ਗਏ ਸਾਹਮਣੇ ਜੀ। ਉਹਦੇ ਸਾਰੇ ਐਗਜ਼ਾਮਪਲ ਜਿਹੜੇ ਨੇ ਨਾ ਕਹਿੰਦੇ ਤਾਰੀਲੇ ਕਨਕਾ ਬਿਨ ਰੂਪ ਕੁਬਜਾ ਵਿਆਹ ਦਾ ਜਾਮਲ ਤਾਰੀਲੇ ਜਨਨ ਬਦਿਕ ਜਨ तेऊ मुक्त पए हाउ बल बल जिन राम कहे दासी सुत जन पितर सुदामा कुकर सैन को राज दिए जपहीन तपहीन कुलहीन क्रमहीन नामे के स्वामी ते उतरे। रब जिहड़ा है ना ਉਹਦੇ ਨਿਯਮ ਜ਼ਰੂਰ ਨੇ, ਲੇਕਿਨ ਰੱਬ there is something called as the mercy petition। ਬੰਦੇ ਨੇ ਭਾਵੇਂ 4 ਖੂਨ ਕੀਤੇ ਹੋਣ, ਪ੍ਰੈਜ਼ੀਡੈਂਟ ਦੀ ਮਰਜ਼ੀ ਹੁੰਦੀ ਹੈ ਜੇ ਉਹ ਬਰੀ ਕਰਨਾ ਚਾਹੇ, ਉਹਦੇ ਪ੍ਰੈਜ਼ੀਡੈਂਟ ਇੱਕ ਵਾਰ ਕਿਸੇ ਨੂੰ ਬਰੀ ਕਰ ਦੇਵੇ ਤੇ ਕੋਈ ਅਦਾਲਤ ਉਸ ਚੀਜ਼ ਨੂੰ ਉਹਨੂੰ ਆਪਣੇ ਇਹਦੇ ਵਿੱਚ ਐਡਮਿਟ ਵੀ ਨਹੀਂ ਕਰ ਸਕਦੀ। ਰੱਬ ਜਿਹੜਾ ਹੈ ਨਾ ਉਹ ਰੱਬ ਇਜ਼ ਨਾਟ ਬਾਉਂਡ ਬਾਈ the laws that he created, he is not bound by those laws। ਤੇ ਇਹ ਜਿਹੜਾ ਦੋਨੋਂ ਸਿਰਿਆਂ ਦੀ ਗੱਲ ਤੇ ਚੱਲਦੀ ਸੀ ਨਾ, ਉਹ ਦੋਨੋਂ ਸਿਰਿਆਂ ਉਹਦੇ ਨੇ, ਉਸ ਮਾਲਕ ਦੇ ਨੇ। we should try ਕਿ ਅਸੀਂ let us be more close to 100 ਕਿ ਅਸੀਂ ਆਪਣਾ ਭਲਾ ਚਾਹਨੇ ਤਾਂ ਕਿ ਉਹ ਰੱਬ ਨੂੰ ਪਸੰਦ ਆ ਜਾਈਏ। we should try। ਉਹ ਮੋਨੀ ਮੋਰੀ ਮਾਏ ਉਹਨੇ ਵੀ ਆਪਣੇ ਉਹ ਕਹਿੰਦੇ ਸਰਪਨੀ ਤੇ ਉੱਪਰ ਨਹੀਂ ਬਲਿਆ, ਮਾਇਆ ਨੂੰ ਸਰਪਨੀ ਕਿਹਾ ਜਾ ਰਿਹਾ ਹੈ। ਕਹਿੰਦਾ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ, ਜਿੰਨੇ ਵੱਡੇ ਜਿਹੜੇ ਮੰਨੇ ਪ੍ਰਮੰਨੇ ਉਹਨਾਂ ਨੂੰ ਵੀ ਛੱਲ ਲਿੱਤਾ ਹੋਇਆ ਤੇ ਇਹਨੇ ਸਾਡੇ ਮਨ ਤੇ ਵੀ ਪ੍ਰਭਾਵ ਪਾਣਾ ਹੀ ਪਾਣਾ ਹੈ। ਇਹ ਗੁਰੂ ਦੀ ਮੱਤ ਦੇ ਆਸਰਾ ਵੀ ਅਸੀਂ ਉਹ ਆਪਣੇ ਮਨ ਨੂੰ ਸਮਝਾਉਂਦੇ ਰਹੀਏ, ਸਮਰਨ ਕਰਦੇ ਰਹੀਏ। ਬਾਣੀ ਕਿਉਂ ਰੋਜ਼ ਪੜ੍ਹਨੀ ਹੈ, ਬਾਣੀ ਦਾ ਸਮਰਨ ਕਿਉਂ ਰੋਜ਼ ਕਰਨਾ ਹੈ, ਇਹ ਸਿਧਾਂਤ ਸਾਡੇ ਦਿਮਾਗ ਵਿੱਚ ਹਮੇਸ਼ਾ ਫਰੈਸ਼ ਹੁੰਦੇ ਰਹਿਣ। ਜਦੋਂ ਇਹ ਹਮਲਾ ਹੋਇਆ ਅਸੀਂ ਗੁਰੂ ਨੂੰ ਪੁੱਛੀਏ, ਇਹ ਕਰ ਲਵਾਂ ਘਰ ਵਿਆਹ ਆਇਆ ਮੇਰੇ, ਤੇ ਅਸੀਂ ਉਸ ਟਾਈਮ ਤੇ ਫਿਰ ਗੁਰੂ ਨੂੰ ਨਹੀਂ ਪੁੱਛਦੇ ਪਏ। ਅਸੀਂ ਜਾ ਕੇ ਸਾਡੇ ਉਹਨਾਂ ਜਿਹੜੇ ਸਾਡੇ ਫੈਮਿਲੀ ਜਿਹੜੇ ਆਗੂ ਨੇ ਨਾ, ਜੋ ਸਾਰੇ ਇਹ ਕਰਮ ਕਾਂਡਾਂ ਵਿੱਚ ਬਿਲੀਵ ਕਰਦੇ ਨੇ, ਸ਼ੋਬਾਜੀ ਵਿੱਚ ਬਿਲੀਵ ਕਰਦੇ ਨੇ, ਅਸੀਂ ਉਹਨਾਂ ਤੋਂ ਜਾ ਕੇ ਸਲਾਮਾਂ ਲੈਂਦੇ ਹਾਂ। ਫਿਰ ਉਹ ਕਹਿੰਦੇ ਨਹੀਂ ਕਰਨਾ ਪਏਗਾ, ਕੁੜਾ ਮਾਰ ਕੇ ਉਹਨਾਂ ਨੂੰ ਫੁੱਲ ਦੋ ਤੁਸੀਂ, ਫਿਰ ਇਹ ਵਾਲੀ ਹੋਟਲ ਵਿੱਚ ਤੇ ਮਿਨੀਮਮ ਰੱਖਣਾ ਪਏਗਾ, ਇਤਨੇ ਗੈਸਟ ਦੀਆਂ ਮਿਲਣੀਆਂ ਕਰਾਓ। ਇਹ ਸਾਰੇ ਜਿਹੜੇ ਅਸੀਂ ਅਗਵਾਈ ਉਹਨਾਂ ਦੀ ਲੈਣੇ ਪਏ। ਤੇ ਜੇ ਅਸੀਂ ਉਸ ਟਾਈਮ ਦੇ ਗੁਰੂ ਕੋਲੋਂ ਅਗਵਾਈ ਲੈ ਲੈਂਦੇ ਤੇ ਗੁਰੂ ਨੇ ਸਾਨੂੰ ਕਹਿੰਦਾ ਸੀ ਅਨਕ ਡੰਬਰ ਮਾਇਆ ਕੇ ਬਿਰਤੇ इनसे प्रीत घटाओ जामे अपनो स्वामी सुखमान है ਤਾਂ ਮੈਂ ਸ਼ੋਭਾ ਪਾਉਂ। ਮੈਂ ਸ਼ੋਭਾ ਪਾਣਾ ਚਾਹਨਾ ਵਾ ਸੰਸਾਰਿਕ ਹੋ ਕੇ। ਗੁਰੂ ਕਹਿੰਦੇ ਨਹੀਂ, ਜੇ ਤੂੰ ਗੁਰੂ ਕੋਲੋਂ ਪੁੱਛ ਲੈਂਦਾ ਨਾ, ਗੁਰੂ ਨੇ ਤੈਨੂੰ ਸਹੀ ਰਸਤਾ ਜਿਹੜਾ ਤੈਨੂੰ ਦੱਸ ਦੇਣਾ ਸੀ। ਤੇਰਾ ਮਨ ਕਰੇ ਕਿਸੇ ਦਾ ਹੱਕ ਖਾਣ ਨੂੰ, ਗੁਰੂ ਕਹਿ ਦੇਵੇ ਵੀ ਪਿੱਛੋਂ ਤੂੰ ਸਮਰਨ ਕਰ ਲੈਵੇਂ ਵੀ ਹੱਕ ਪਰਾਇਆ ਨਾਨਕਾ ਉਸ ਗਾਏ, ਤੇ ਇਹ ਮਾਇਆ ਦਾ ਪ੍ਰਭਾਵ ਤੇ ਚੱਲਦਾ ਰਹੇਗਾ। ਤੇ ਗੁਰੂ ਕਹਿੰਦੇ ਨੇ ਵੀ ਸ਼ੁੱਡ ਟਰਾਈ ਕਿ ਆਪਾਂ ਮੈਕਸਿਮਮ ਇਸ ਪਾਸੇ ਰਹੀ। ਹਾਂਜੀ ਜੀ ਸੁਖਵਿੰਦਰ ਵੀਰ ਜੀ, ਇਸ ਬਾਬਤ ਵੀ ਤੁਸੀਂ ਥੋੜਾ ਜਿਹਾ ਵਿਚਾਰ ਦੇ ਦਿਓ। विजय तुका विच जिहड़ा आ रहा है, दोहा सिरिया का खसम है आपे। ये दो सिरिया का दो सिरे अर्थ भी असी इन्हां तुकां विच सतगुरु जी ने पहला 2 तुका लिख के फिर नाल अगे दोहा सिरिया का लिखे। दोहा सिरिया सतगुरु जी उपलिया 2 तुकां विच समझा रहे हैं कि एक सिरा है सच लागे ते एक सिरा है दूजा लागे। ये सानू इस तो पहला इन्हों समझने तो पहला सतगुरु जी कह रहे ने, कहते ये जिहड़ा दोहा सिरे ने ना, एक सिरे है कि सच वाले रस्ता, एक है कि दूजिया अनमति विचारा वाला। कहते इसका खसम भाव इन्हां दोनों का रस्तियां नूं रचिया भी की कहने सतगुरु जी ने ही। दोनों का खसम वो आप ही उसी ने ही अपने 2 रस्ते क्रिएट किए हैं। भाव दोनों रस्ते का मालक वो खसम आपे है। उस असि जे कहने सतगुरु जी जे तुहानूं पता सी एक रस्ता माड़ा सी तुसीं बनाउंदे ना, कहते ने यही तो खेल रचिया। खेल दे विच 2 टीमां खेड रही होंदी, कहंदे सतगुरु कहंदे यही तां की कहने खेल रचिया। अगर ये खेल ना होंदा तो खेल हो ही नहीं सकता। ये खेल दा पार्ट है। असीं ये नहीं कह सकदे सतगुरु जी क्यों रचिया, ये नहीं पूछना। सतगुरु जी ने सानू कहा कि सतगुरु जी कहंदे ने इन्हां दोहां सिरियां दा खसम वो आप है, सतगुरु जी ही हन, सतगुरु ही परमात्मा। ते इन्हां दोनां दे विच फिर साडे हत्थ की है। अगर सच को कहते एक सच वाला रस्ते का खत्म भी हुआ है, सच वाले हुक्म सच वाले रस्ते से चल के साडे जीवन में जो होएगा वो भी उसने खुद रूल बनाया, खुद नियम बनाया, खुद हुक्म बनाया है। और जेड़ा सतगुरु जी सिक्ख्या नूं छड्ड के किसी होर सिक्ख्या विच
अपनी पसंद के अनुसार जुड़ता है। सतगुरु जी कहते ने वो भी तू जुड़ सकता है। अच्छा उस रस्ते भी कहते तू चल सकता है, पर उस रस्ते के अगे अगे की है कहते मैं क्रिएट किया, कसम मैं ही डिसाइड किया की हो गया। कहता जो मैनू चंगा लगता मैं वो बना दिता। ਉਹਦੇ ਰਸਤੇ ਵਿੱਚ ਮੈਂ ਇਹ ਕੁਝ ਰੱਖਿਆ ਹੋਇਆ, ਉਹਦੇ ਵਿੱਚ ਰਸਤੇ ਵਿੱਚ ਕੀ ਹੋ ਕੇ ਆਇਆ। ਅਗਲੀ ਤੁਕ ਸਤਿਗੁਰੂ ਕਹਿ ਰਹੇ ਨੇ ਦੂਜਾ ਲਾਗੇ ਮਨ ਮੁਖ ਰੋਏ। ਉਸ ਰਸਤੇ ਨੂੰ ਕਹਿੰਦੇ ਇੱਕ ਤਾਂ ਤੇਰਾ ਉਹ ਮਨਮੁਖ ਵਾਲਾ ਰਸਤਾ ਹੋਏਗਾ, ਕਹਿੰਦੇ ਤੂੰ ਰੋਂਦਾ ਰਹੇਗਾ। ਰੋਂਦਾ ਕਿਵੇਂ ਰਹੇਗਾ? ਸਤਿਗੁਰੂ ਗੁਰਬਾਣੀ ਚ ਹੋਰ ਤੁਕਾਂ ਵਿੱਚ ਵੀ ਆਉਂਦਾ ਹੈ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਗੁਰਬਾਣੀ ਕਿਸੇ ਇਨਸਾਨ ਨੂੰ ਪਾਪੀ ਨਹੀਂ ਆਖਦੀ। ਗੁਰਬਾਣੀ ਕਹਿੰਦੀ ਹੈ ਤੂੰ ਤੇਰੇ ਜਿਹੜੇ ਕਰਮ, ਜਿਹੜੇ ਪਾਪ ਵਾਲੇ ਕਰਮ ਤੂੰ ਕਰੇਗਾ ਨਾ, ਅਗਰ ਤੂੰ ਪਾਪੀ ਕਰਮ ਕਰੇਗਾ ਨਾ ਤੇ ਤੇਰੀ ਪਾਪ ਤੂੰ ਦੂਜੇ ਲੱਗੇ ਵਾਲੇ ਕਰਮਾਂ ਵਿੱਚ, ਦੂਜੇ ਲੱਗੇ ਦੀ ਵਿਚਾਰਧਾਰਾ ਅਧੀਨ ਜਦੋਂ ਤੇਰਾ ਮਨ ਚਲੇਗਾ ਤੇ ਫਿਰ ਤੂੰ ਉਹ ਦੂਸਰੀ ਮਤਾਂ ਵਾਲੇ ਪਾਪੀ ਕਰਮ ਤੂੰ ਕਰੇਗਾ ਤਾਂ ਉਹਦੇ ਨਾਲ ਕੀ ਹੋਏਗਾ? ਤੂੰ ਤੇਰੀ ਜ਼ਿੰਦਗੀ ਹਾਏ ਹਾਏ ਕਰਦੇ ਵਿੱਚ ਬਤੀਤ ਹੋਏਗੀ। ਪਾਪ ਤੇਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਬਤੀਤ ਹੋਏਗੀ। ਤੇਰੇ ਅੰਦਰ ਲੋਭ ਹੀ ਰਹੇਗਾ, ਤੇਰੇ ਅੰਦਰ ਸੰਤੋਖ ਨਹੀਂ ਆ ਸਕਦਾ। ਤੇਰੇ ਅੰਦਰ ਪੂਰੇ ਵਿਕਾਰਾ ਰੂਪੀ ਅਵਗੁਣਾ ਰੂਪੀ ਜਮਕਾਲ ਤੇਰੇ ਸਾਥੀ ਬਣ ਕੇ ਤੇਰੀ ਸਾਰੀ ਜ਼ਿੰਦਗੀ ਤੇਰੇ ਨਾਲ ਚੱਲਣਗੇ। ਕਹਿੰਦੇ ਇਹ ਕਿਉਂ? ਕਹਿੰਦਾ ਤੂੰ ਆਪ ਚੂਜ਼ ਕੀਤਾ, ਤੂੰ ਦੂਜੇ ਲੱਗੇ ਗੱਲਾਂ ਚੂਜ਼ ਕੀਤਾ। ਕਹਿੰਦਾ ਮੈਂ ਬਣਾਏ ਦੋਨੋਂ ਰਸਤੇ ਮੈਂ ਹੈ, ਲੇਕਿਨ ਮੈਂ ਕਿਸੇ ਤੇ ਜ਼ਬਰਦਸਤੀ ਕਿਸੇ ਇੱਕ ਰਸਤੇ ਦੇ ਕਿਸੇ ਨੂੰ ਨਹੀਂ ਚਲਾਉਂਦਾ। ਕਹਿੰਦੇ ਮੈਂ ਖੁਦ ਹੀ ਰਸਤੇ ਬਣਾਇਆ, ਲੇਕਿਨ ਦੋਨੋਂ ਰਸਤਿਆਂ ਨੂੰ ਚੂਜ਼ ਕਰਨ ਦਾ ਅਖਤਿਆਰ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਹੈ ਕਿ ਅਸੀਂ ਸੱਚ ਵਾਲੇ ਰਸਤੇ ਲੱਗਣਾ। ਇਹਨਾਂ ਨੂੰ ਦੋ ਸਿੱਧੇ ਆਖਿਆ ਗਏ, ਇੱਕ ਸੱਚ ਲੱਗੇ ਵਾਲਾ ਸਿਰਾ, ਇੱਕ ਸਿਰੇ ਨੂੰ ਅਸੀਂ ਕੀ ਕਹਿੰਦੇ ਇੱਥੇ ਰਸਤੇ ਵੀ ਸਮਝ ਸਕਦੇ ਹਾਂ, ਦੋਨੋਂ ਬਾਉਂਡਰੀਜ਼ ਵੀ ਸਮਝ ਸਕਦੇ ਵੀ ਇੱਕ ਸੱਚ ਲੱਗੇ ਵਾਲਾ ਰਸਤਾ, ਇੱਕ ਦੂਜੇ ਲੱਗੇ ਵਾਲਾ ਰਸਤਾ ਬਣਾਇਆ ਸਤਿਗੁਰੂ ਜੀ ਕਹਿੰਦੇ ਨੇ। ਖੁਦ ਕਸਮ ਸਤਿਗੁਰੂ ਜੀ ਨੇ ਹੀ ਹਨ। ਚੂਜ਼ ਅਸੀਂ ਕਰ ਸਕਦੇ ਹਾਂ ਵੀ ਅਸੀਂ ਕਿਹੜੇ ਰਸਤੇ ਤੇ ਚੱਲਣਾ ਹੈ। ਅੱਗੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਕਸਮ ਪਰਮਾਤਮਾ ਜੋ ਸਤਿਗੁਰੂ ਜੀ ਸਾਡੇ ਅੰਦਰ, ਹਰੇਕ ਦੇ ਅੰਦਰ ਹਰ ਜੀਵ ਅੰਦਰ ਬੈਠਾ ਵੇਖਿਆ, ਉਹ ਅੰਦਰ ਵੇਖ ਰਿਹਾ ਹੈ ਕਿ ਸਾਡਾ ਮਨ ਕਿਹੜਾ ਰਸਤਾ ਚੂਜ਼ ਕਰਦਾ ਹੈ। ਲੇਕਿਨ ਉਸਨੇ ਵੀ ਕਿਹਾ ਵੀ ਮੈਂ ਕਿਸ ਤੋਂ ਖੁਸ਼ ਹੋਣਾ ਵਾ? ਜਿਹੜਾ ਗੁਣਾ ਵਾਲਾ ਰਸਤਾ ਚੂਜ਼ ਕਰਦਾ। ਆਪੇ ਗੁਣ ਮੈਂ ਪੀਜਾ। ਕਹਿੰਦੇ ਜਿਹੜਾ ਗੁਣਾ ਵਾਲਾ ਰਸਤਾ ਚੂਜ਼ ਕਰਦੇ ਨਾ, ਸਤਿਗੁਰੂ ਜੀ ਕਹਿੰਦੇ ਨੇ ਅੰਦਰ ਬੈਠੇ ਕੀ ਕਹਿੰਦੇ ਹੁਕਮ ਰੂਪੀ ਰੱਬ, ਆਤਮਾ ਰੂਪੀ ਰਾਮ, ਸਤਿਗੁਰੂ ਰੂਪੀ ਸਭ ਪਰਮਾਤਮਾ ਜੀ ਆਖਦੇ ਹਨ। ਕਹਿੰਦੇ ਹਾਂ ਮੈਂ ਇਹ ਰਸਤਾ ਮੈਨੂੰ ਵੀ ਪਸੰਦ ਹੈ ਜਿਹੜਾ ਸੱਚ ਵਾਲਾ, ਤੇ ਕਹਿੰਦੇ ਮੈਂ ਉਸ ਬੰਦੇ ਨੇ ਵੀ ਸੱਚ ਪਸੰਦ ਕੀਤਾ। ਕਹਿੰਦੇ ਮੈਂ ਉਸ ਤੇ ਖੁਸ਼ ਹਾਂ। ਹੁਣ ਮੈਂ ਉਸਦੇ ਨਾਲ ਸਾਰੀ ਉਮਰ ਉਹਦੀ ਜ਼ਿੰਦਗੀ ਦੇ ਨਾਲ ਸਤਿਗੁਰ ਕਾ ਉਪਦੇਸ਼ ਰੂਪ ਵਿੱਚ ਮੈਂ ਉਸ ਗੁਰਮੁਖ ਦੇ ਨਾਲ ਸਾਰੀ ਜ਼ਿੰਦਗੀ ਜੀਵਨ ਬਤੀਤ ਕਰਾਂਗਾ। ਮੈਂ ਤਾਂ ਅੰਦਰ ਹੈ ਹੀ ਹਾਂ। ਉਸਨੇ ਮੈਨੂੰ ਪਸੰਦ ਕੀਤਾ, ਭਾਵ ਮੈਨੂੰ ਪਸੰਦ ਕੀਤਾ ਕਿ ਸਤਿਗੁਰੂ ਦੀ ਸਿੱਖਿਆ ਨੂੰ ਪਸੰਦ ਕਰਨਾ, ਸਤਿਗੁਰੂ ਜੀ ਦੇ ਸ਼ਬਦ ਨੂੰ ਪਸੰਦ ਕਰਨਾ, ਸਤਿਗੁਰੂ ਜੀ ਜੋ ਆਖਦੇ ਹਨ ਉਸਨੂੰ ਸੱਚ ਕੇ ਮਰਨਾ ਹੀ ਸਤਿਗੁਰੂ ਨੂੰ ਪਸੰਦ ਕਰਨਾ ਹੈ। ਸਤਿਗੁਰੂ ਦੀ ਇਹ ਦਰਗਾਹ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਮੈਂ ਖੁਸ਼ ਹੋ ਗਿਆ, ਮੈਂ ਭਿੱਜ ਗਿਆ, ਤੂੰ ਮੇਰੇ ਵਾਲਾ ਰਸਤਾ ਪਸੰਦ ਕੀਤਾ। ਸਤਿਗੁਰੂ ਜੀ ਕਹਿੰਦੇ ਅੱਛਾ ਤੁਸੀਂ ਖੁਸ਼ ਹੋ ਗਏ? ਕਹਿੰਦੇ ਨਹੀਂ, ਹੁਣ ਮੈਂ ਤੇਰੇ ਸਿਰ ਦੇ ਉੱਤੇ ਚਮਕਾਲ ਨਹੀਂ, ਹੁਣ ਮੈਂ ਤੇਰੇ ਸਿਰ ਦੇ ਉੱਤੇ ਰਵਾਂਗਾ ਜਿਸਕੇ ਸਿਰ ਉੱਪਰ ਤੂੰ ਸਵਾਂਗੀ। ਹੁਣ ਮੈਂ ਖੁਦ ਤੇਰੇ ਨਾਲ ਤੇਰੀ ਜ਼ਿੰਦਗੀ ਆਪਣੇ ਉਪਦੇਸ਼ਾਂ ਰੂਪ ਵਿੱਚ ਤੈਨੂੰ ਨਾਲ ਨਾਲ ਉਪਦੇਸ਼ ਦਿੰਦਾ ਰਹਾਂਗਾ, ਤੇਰੇ ਨਾਲ ਉਪਦੇਸ਼ ਰੂਪ ਵਿੱਚ ਤੇਰੇ ਨਾਲ ਪੂਰੀ ਜ਼ਿੰਦਗੀ ਬਤੀਤ ਕਰਾਂਗਾ। ਹਾਂਜੀ, ਇਹਦੇ ਨਾਲ ਰਲਦਾ ਜੁਲਦਾ ਬਿਲਕੁਲ ਇੱਕ ਹੋਰ ਸ਼ਬਦ ਹੈ। ਇਹਨਾਂ ਨੇ ਬਿਕ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ। ਬਿਕ ਵੀ ਤੇ ਅੰਮ੍ਰਿਤ ਵੀ ਦੋਨੋਂ ਉਸ ਮਾਲਕ ਨੇ ਪੈਦਾ ਕੀਤੇ ਹੋਏ ਨੇ। ਸਾਡੀ ਚੋਇਸ ਅਸੀਂ ਕਿਹੜਾ ਫਲ ਖਾਣਾ ਚਾਹੁੰਦੇ ਹਾਂ ਨਾ। ਇੱਕ ਇਹ ਸ਼ਬਦ ਹੈ, ਇੱਕ ਹੋਰ ਸ਼ਬਦ ਆਉਂਦਾ ਮਹਿਲੇ ਤੀਜੇ ਦਾ, ਇਹਦਾ ਨਾਨਕ ਤਰਵਰ ਏਕ ਫਲ ਤੋਏ ਪੰਖੇਰੂ ਆਏ। ਹੁਣ ਤਰਵਰ ਇੱਕ ਹੈ, ਉਹਨੂੰ ਦੋ ਕਿਸਮ ਦੇ ਫਲ ਲੱਗਦੇ ਨੇ। ਕਹਿੰਦੇ ਆਵਤ ਜਾਤ ਨਾ ਦਿਸੇ ਹੀ ਨਾ ਪਰਪੰਤੀ। ਬਈ ਇਹ ਨੋਬਡੀ ਕੈਨ ਫਿਜ਼ੀਕਲੀ ਸੀ ਦੈਮ। ਕਹਿੰਦੇ ਬਹੁ ਰੰਗੀ ਰਸ ਹੋ ਗਿਆ। ਇੱਕ ਉਹ ਨੇ ਜੋ ਇਹਦੇ ਨਾਲ ਬਹੁ ਰੰਗੀ ਰਸ ਹੋ ਗਿਆ ਹੈ, ਤੇ ਦੂਜੇ ਬੰਦੇ ਉਹ ਨੇ ਕਹਿੰਦੇ ਸ਼ਬਦ ਰਹੇ ਨਿਰਵਾਣ। ਜੇ ਸ਼ਬਦ ਦੇ ਨਾਲ ਜੁੜ ਕੇ ਇਹਨਾਂ ਤੋਂ ਬਹੁ ਰੰਗੀ ਮਾਇਆ ਤੋਂ ਟੁੱਟੇ ਹੋਏ ਰਹੇ ਵੀ ਉਹ ਕਹਿੰਦੇ ਬਿਕ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ। ਚੋਇਸ ਸਾਡੀ ਹੈ ਕਿਹੜਾ ਫਲ ਖਾਣਾ ਹੈ ਨਾ, ਉਹ ਚੋਇਸ ਸਾਡੀ ਹੈ। ਬਾਕੀ ਦੋਨੋਂ ਫਲ ਇਹਨਾਂ ਬਿਕ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ। ਹਾਂਜੀ, ਇਸ ਬਾਬਤ ਇੱਕ ਵਜ਼ਾਹਤ। ਹਾਂ ਬਿਲਕੁਲ। ਗੁਰ ਕੇ ਸ਼ਬਦ ਹੁਕਮ ਪਛਾਣ। ਗੁਰੂ ਦੇ ਸ਼ਬਦ ਦੇ ਰਾਹੀਂ ਹੁਕਮ ਨੂੰ ਪਛਾਣ ਕੇ ਅਕਸਰ ਸਾਡੀ ਜ਼ਿੰਦਗੀ ਬਣ ਜਾਂਦੀ ਹੈ। ਅਸੀਂ ਗੁਰਦੁਆਰੇ ਜਾਂਦੇ ਹਾਂ ਜਾਂ ਗੁਰਬਾਣੀ ਨਾਲ ਜੁੜਦੇ ਹਾਂ ਤੇ ਇੱਕ ਕਦਮ ਪੌੜੀ ਮਾਨੋ ਉੱਪਰ ਚੜ ਜਾਂਦੇ ਹਾਂ। ਫਿਰ ਮਾਇਆ ਦਾ ਪ੍ਰਭਾਵ ਪੈਂਦਾ ਹੈ ਕਿ ਅਸੀਂ ਪੌੜੀ ਪਿੱਛੇ ਉਤਰਦੇ ਹਾਂ। ਸਾਡਾ ਨਤੀਜਾ ਕੀ ਨਿਕਲਦਾ? ਇੱਕ ਪੌੜੀ ਉੱਪਰ ਤੇ ਇੱਕ ਪੌੜੀ ਪਿੱਛੇ। ਜ਼ਿੰਦਗੀ ਸਾਡੀ ਉਹੀ ਪੌੜੀ ਚੜ੍ਹਦੇ ਤੇ ਉਤਰਦੇ ਉੱਥੇ ਹੀ ਬਤੀਤ ਹੁੰਦੀ ਹੈ। ਅਸੀਂ ਨਾ ਬਹੁਤਾ ਨਿਕਟ ਪਹੁੰਚ ਪਾਉਂਦੇ ਹਾਂ ਤੇ ਫਿਰ ਨਾ ਹੀ ਬਹੁਤਾ ਦੂਰ ਹੋ ਪਾਉਂਦੇ। ਅੱਜ 3 ਪਦਿਆਂ ਦਾ ਪਾਠ ਹੋਇਆ, ਆਓ 3 ਪਦਿਆਂ ਦੇ ਪਾਠ ਕਰ ਲਈਏ ਮਿਲ ਕੇ। ਫਿਰ ਪਾਠ ਦੀ ਸਮਾਪਤੀ ਹੈ, ਉਸਦੇ ਉਪਰੰਤ ਸਵਾਲ ਜਵਾਬਾਂ ਦਾ
ਸੈਸ਼ਨ ਆਰੰਭ ਹੋਣਾ ਹੈਗਾ। ਆਓ ਜੀ ਪਹਿਲੇ ਇੱਕ ਵਾਰੀ ਪਾਠ ਦੀ ਸਮਾਪਤੀ ਕਰ ਲਈ। ਮੇਰੀ ਮੇਰੀ ਕਰਤ ਵਿਹਾਣੀ ਮਨ ਮੁਖ ਨਾ ਬੂਝੈ ਫਿਰੇ ਗਿਆਣੀ ਜਮਕਾਲ ਘੜੀ मोहत निहाले अंदिन आरजा जीजे अंतर लोभ करे नहीं बूझे सिर ऊपर जमकाल न सूझे ऐथे कमाना सो अगे आया अंत काल क्या कीजे जो सच लागे तिन साची सोए दूजे लागे मन मुख रोए दुहा सिरिया का खसम है आपे गुण में पीजे